हो ਇਹਦੇ ਤੋਂ ਮੁਰਾਦ ਤੇ ਜ਼ਾਹਿਰੀ ਹੱਥ ਨਹੀਂ ਹਨ, ਬਲਕਿ ਇਹਦੇ ਤੋਂ ਮੁਰਾਦ ਤੇ ਸਖਾਵਤ ਵਾਲਾ ਹੱਥ, ਕਿਉਂਕਿ ਹਜ਼ਰਤ ਜ਼ੈਨਬ ਬਹੁਤ ਸਖਾਵਤ ਕਰਦੇ ਸਨ। ਚਮੜੇ ਦਾ ਕੋਈ ਕੰਮ ਕਰਦੇ ਸਨ, ਚਮੜੇ ਨੂੰ ਰੰਗ ਸ਼ੰਗ ਕੇ ਤੇ ਉਹ ਕਿਸੇ ਕੋਲੋਂ ਉਹ ਦੇ ਦਿੰਦੇ ਸਨ, ਕਿਸੇ ਨੂੰ ਨਾ ਪੈਸੇ ਲੈ ਕੇ ਚਮੜਾ ਰੰਗ ਕੇ ਦਿੰਦੀਆਂ ਸਨ, ਤੇ ਉਹ ਜਿੰਨੇ ਪੈਸੇ ਮਿਲਦੇ ਸਨ ਸਭ ਸਦਕਾ ਕਰ ਦਿੰਦੀਆਂ ਸਨ ਅੱਲਾ ਦੀ ਰਾਹ 'ਚ। ਸਭ ਬੀਬੀਆਂ ਨਾਲੋਂ ਜ਼ਿਆਦਾ ਸਦਕਾ ਖੈਰਾਤ ਉਹਨਾਂ ਦਾ ਮਸ਼ਹੂਰ ਸੀ ਕਿ ਬਈ ਇਹਦੇ ਘਰ ਕੋਈ ਪੈਸਾ ਟਿਕਣ ਹੀ ਨਹੀਂ ਦਿੰਦੀਆਂ, ਜੋ ਕਮਾਉਂਦੀਆਂ ਨੇ ਉਹਦੇ ਚੋਂ ਉਹ ਚਮੜੇ ਦਾ ਰੰਗ ਸ਼ੰਗ ਕਰਦੀਆਂ ਤੇ ਸਾਰੇ ਕਰ ਦਿੰਦੀਆਂ ਨੇ, ਸਖਾਵਤ ਕਰ ਦਿੰਦੀਆਂ। ਉਹ ਹਜ਼ਰਤ ਜ਼ੈਨਬ ਜਿਸੇ ਫੌਤ ਹੋਈਆਂ ਤੇ ਫਿਰ ਉਮਹਾਤੁਲ ਮੋਮਿਨੀਨ ਨੂੰ ਸਮਝ ਆਈ ਕਿ ਨਬੀ ਪਾਕ ਦੀ ਇਸ ਗੱਲ ਦਾ ਮਤਲਬ ਇਹ ਸੀ ਜਿਹੜੀਆਂ ਅਸੀਂ ਨਹੀਂ ਸਮਝੀਆਂ, ਲੇਕਿਨ ਇਹਦਾ ਮਤਲਬ ਇਹ ਸੀ ਕਿ ਬਈ ਉਹ ਸਖਾਵਤ ਵਾਲਾ ਹੱਥ ਜਿਹਦਾ ਲੰਬਾ ਹੋਏਗਾ ਉਹ ਪਹਿਲੇ ਫੌਤ ਹੋਏ। ਮਿਰਜ਼ਾ ਕਾਦੀਆਨੀ ਨੇ ਬਦਬਖਤ ਨੇ ਅਜ਼ਾਲਾ ਹਾਮ ਵਿੱਚ ਇਹ ਗੱਲ ਲਿਖੀ, ਪਹਿਲਾਂ ਹੇਰਾਫੇਰੀ ਕੀਤੀ, ਝੂਠ ਬੋਲਿਆ ਹਦੀਸ ਦੇ ਉੱਤੇ ਕਿ ਨਬੀ अलैहिस्सलातु वस्सलाम ਦੇ ਸਾਹਮਣੇ ਅਜ਼ਵਾਜ ਨੇ ਹੱਥ ਨਾਪੇ, ਬਿਲਕੁਲ ਝੂਠ ਬੋਲਿਆ। 1000 ਯੂਰੋ ਮੈਂ ਇਹਨੂੰ ਨਾਮ ਦਿਆਂਗਾ ਜਿਹੜਾ ਹਦੀਸ ਚੋਂ ਲਫ਼ਜ਼ ਕੱਢ ਕੇ ਵਿਖਾਇਆ ਕਿ ਨਬੀ ਪਾਕ ਦੇ ਸਾਹਮਣੇ ਹੱਥ ਨਾਪੇ। ਨਬੀ ਪਾਕ ਦੇ ਉੱਤੇ ਬਹੁਤਾਨ ਬੰਨਿਆ ਇਸ ਬਦਬਖਤ ਨੇ, ਸਿਰਫ ਮਕਾਮੇ ਨਬੂਵਤ ਨੂੰ ਗਿਰਾ ਕੇ ਆਪਣੀਆਂ ਵਹੀਆਂ ਦੀ ਪ੍ਰੋਟੈਕਸ਼ਨ ਵਾਸਤੇ, ਆਪਣੀਆਂ ਬੇਈਮਾਨੀਆਂ ਦੇ ਬਚਾਓ ਵਾਸਤੇ ਨਬੀ अलैहिस्सलातु वस्सलाम ਦੇ ਉੱਤੇ ਬਹੁਤਾਨ ਬੰਦਾ ਕਿ ਨਬੀ ਪਾਕ ਦੇ ਸਾਹਮਣੇ ਹੱਥ ਨਾਪੇ, ਤੇ ਨਾ ਨਬੀ ਪਾਕ ਨੂੰ ਪਤਾ ਲੱਗਾ ਤੇ ਨਾ ਬੀਬੀਆਂ ਨੂੰ ਪਤਾ ਲੱਗਾ। ਤੇ ਉਹ ਜਿਸੇ ਫੌਤ ਹੋਈਆਂ ਤੇ ਫਿਰ ਹਜ਼ਰਤ ਜ਼ੈਨਬ ਫੌਤ ਹੋਈਆਂ ਤੇ ਫਿਰ ਪਤਾ ਲੱਗਾ ਕਿ ਉਹ ਹੋਇਆ ਤੇ ਮੁਰਾਦ ਹੈ। ਸੋ ਇਹੋ ਜਿਹਾ ਉਹਨੇ ਦਜਲ ਔਰ ਫਰੇਬ ਕੀਤਾ ਹੈ, ਲੇਕਿਨ ਤੁਸੀਂ ਮੁਹਤਾਤ ਰਹਿਣਾ ਹੈ, ਇਜਤਿਹਾਦੀ ਗਲਤੀ। मेरी कॉल आ गई इस मैं कह रहा सी कि तुसा मुहतात रहना है कि ਇਹੋ जी वारदात मिर्जाई करते ने, ਇਹੋ जिहियां उन्हें कीतियां ने अपनी किताबां च मिर्जे कादियानी ने। तुसा अपने नबी दे दफा वास्ते कमर बस्ता हो जाओ, गल्लां नूं समझ जाओ, गल्लां नूं पल्ले बन लो। नबी दुनियावी अमूर च इस तरह ही इजतिहाद करते हैं जिस तरह मैं ते तुसी करने हैं ना, इस तरह ही वो भी वंड वेतर लाते हैं भी यह सफ़र किस तरह करना है, शादी किस तरह करनी, तलाक देनी है, या दुनिया के मामलात सौदा वट्टा करना किस तरह। लेकिन वही दे मामले च, जली वही दे मामले च नबी इजतिहाद नहीं करता। ख्वाब की तबीर एक मैं मिसाल दे दी है कि वह खफी वही है, उहदे च भी नबी इजतिहाद करे तो कोई बईदस क्यास नहीं। लेकिन साडा यह दावा है कि जो कलाम नाज़िल, कलाम नूं समझण वास्ते नबी इजतिहाद नहीं करता। इजतिहाद की जरूरत ही पेश नहीं होंदी, कलाम हुंदा ही बयन। तुसां इस धोखे तो बचना है ते मिर्जाईयत की मंजी ठोकनी है, तो उन्होंने दसना है भी साडे नबी नूं कलाम दे समझण च कोई गलती नहीं लगी। तुहाडे मिर्जे ने जिन्ना कलाम लोकां नूं पेश कीता है समझना ते दरकिनार, उहनूं ये नहीं सी पता ज़बान किहड़ी दा है। पलातूस पड़ातूस कहता ये नहीं पता कि ज़बान का लफज है। मीर अब्बास अली लुधियानवी खत लिखा तो कहता भी यह इल्हाम नाज़िल होया पलातूस तो या ये पड़ातूस, कहता सूरत इल्हाम की वजह से। सूरत वेखो जरा, सूरत इल्हाम की है कि इन्नी तेजी नाल इल्हाम आया है, वो मैनू ये नहीं पता लगा कि वह जो इल्हाम सट के गया है वो लफज पलातूस दस के गया कि पड़ातूस दस गया, लाम है कि वे। सुभान अल्लाह। ਤੇ ਉੱਤੇ ਕਿਸੇ ਨੂੰ ਖਤ ਲੈ ਕੇ ਕਹਿੰਦਾ ਪਤਾ ਕਰੋ ਕਿਹੜੀ ਜ਼ੁਬਾਨ ਦੇ ਲਫ਼ਜ਼ ਨੇ ਤੇ ਇਹਨਾਂ ਦਾ ਕੀ ਮੈਨਾ ਹੈ। ਪਹਿਲਾਂ ਉਹ ਉਹਨਾਂ ਦਾ ਮੈਨੇ ਤਲਾਸ਼ ਕਰਦਾ ਸੀ, ਫਿਰ ਉਹਨਾਂ ਨੂੰ ਅਪਲਾਈ ਕਰਨ ਵਾਸਤੇ ਫਿਰ ਢੂੰਡਦਾ ਸੀ ਕਿ ਹੁਣ ਇਹਨਾਂ ਨੂੰ ਮੈਂ ਕਿਹਦੇ ਤੇ ਚਸਪਾਂ ਕਰਨਾ ਹੈ। ਜਿਸ ਤਰ੍ਹਾਂ ਪੇਟ ਫਟ ਗਿਆ, ਉਹ ਲਿਖਿਆ ਪੇਟ ਫਟ ਗਿਆ, ਅੱਗੇ ਬ੍ਰੈਕਟ 'ਚ ਆਪੂ ਲਿਖਿਆ ਸੀ, ਪਤਾ ਨਹੀਂ ਕਿਹਦੇ ਬਾਰੇ ਵੇ। ਉਹ ਬੰਦਾ ਇੱਕ ਮਰ ਗਿਆ, ਨੂਰ ਅਲੀ ਕੀ ਉਹਦਾ ਨਾਂ ਸੀ, ਨੂਰ ਅਲੀ, ਤੇ ਉਹ ਕਹਿੰਦਾ ਅੱਜ ਤੋਂ ਇੰਨੇ ਸਾਲ ਪਹਿਲਾਂ ਮੇਰੇ ਤੇ ਇਲਹਾਮ ਨਾਜ਼ਿਲ ਹੋਇਆ ਸੀ तो मैं अल्लाह ताला ने दसिया सी जमात च बंदा मर जाएगा तो वह पेट फट जाएगा तो इंज तो राती मैं पढ़न लगा सैनी साहब की बरात, झूठो झूठ 44 है। पहला गोल मोल तो फिर हाँ एक हिंदू मुंडे नूं खत लेके कहंदा वो हिंदू मुंडे नूं पुछो ਇਹਦਾ तर्जमा के अंग्रेजी ਦਾ ਇਲਹਾਮ ਨਾਜ਼ਿਲ ਹੋਣਾ ਹੈ ਤੇ ਪਤਾ ਕੋਈ ਨਾ ਹੋਣਾ। I'll do what will I shall ਪਤਾ ਨਹੀਂ ਕੀ ਮਾਰੀਆਂ ਯਬਲੀਆਂ ਤੇ ਕਹਿੰਦਾ ਪਤਾ ਨਹੀਂ ਇਹਦਾ ਮੈਨਾ ਕੀ। ਉਸ ਹਿੰਦੂ ਮੁੰਡੇ ਨੂੰ ਪੁੱਛੋ ਇਹਦਾ ਕੀ ਮਤਲਬ। ਬੜਾ ਪਿਆਰ ਨਾਲ ਬੜੇ ਇਲਹਾਮ ਹੋਏ ਨੇ ਉਹਨੂੰ, ਇਦਾਂ ਨਾ ਕਰੋ ਤੁਸੀਂ ਲਫ਼ਜ਼ ਵੀ ਵਿਗਾੜਦੇ। ਆਈ ਲਵ ਯੂ ਐ ਵੇ, ਆਈ ਲਵ ਯੂ ਕਹਿੰਦਾ ਕਿੰਨਾ ਪਿਆਰਾ ਆਈ ਡੂ ਕੰਮ ਖਰਾਬ ਕਰ ਦਿੱਤਾ। ਅੱਛਾ ਅਮਰ ਭਾਈ ਜਿਹੜਾ
आवाज आ रही है? I shall give you large party of Islam. आ रही अब्दुल्ला। आमिर भाई इत्तेहादी गलती का ਜਿਹੜਾ ਮਜ਼ਮੂਨ ਹੈ ਵਹੀ ਦੇ ਹਵਾਲੇ ਨਾਲ ਇਹ ਬਾਜ਼ ਅਲ ਅਕਾਵੀਲ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ? ਬਾਜ਼ ਅਲ ਅਕਾਵੀਲ ਕਿਹੜੇ ਕੋਲਾਂ ਤੋਂ ਮੁਰਾਦ ਲੈ ਰਹੇ ਹੋ ਤੁਸੀਂ? ਜਿਹੜੀ ਸੂਰੇ ਹਾਕਾ ਦੀ ਆਇਤ ਨੰਬਰ 44-45 ਪੇਸ਼ ਕਰਦੇ ਨੇ अगर रसूल कोई भी गल अपनी तरफों अल्लाह की तरफ मंसूब करदा ते असीं उहदी इशारा कट लेंदे। उस आयत तो यह अकीदा रखते हैं, लेकिन दूसरी तरफ कहते हैं कि अंबिया इत्तेहादी गलती कर सकते हैं ते अंबिया को इत्तेहादी गलतियां होइयां भी ने। ਇਹਦਾ ਉਹਦੇ ਨਾਲ ਮੈਨੂੰ ਸਮਝ ਨਹੀਂ ਆਈ, ਇਹਦਾ ਉਹਦੇ ਨਾਲ ਕੀ ਤਲਕ ਹੈ? ਵਲੋ ਤਕਵਲ ਅਲੈਨਾ ਬਾਜ਼ ਅਲ ਕਾਬਿਲ ਇਤਿਹਾਦੀ ਗਲਤੀ ਦੀ ਮੈਨੂੰ ਸਮਝ ਨਹੀਂ, ਇਹਦਾ ਉਹਦੇ ਨਾਲ ਕੀ ਲੈਣ ਦੇਣ, ਕਿਸ ਤਰ੍ਹਾਂ ਜੋੜ ਰਹੇ ਹੋ? ਮਸਲਾ ਉਹਦੇ ਚ ਕਹਿੰਦੇ ਨੇ ਨਾ ਕਿ ਅਗਰ ਅੰਬੀਆ ਜਾਂ ਰਸੂਲ ਜਿਹੜੇ ਨੇ ਉਹ ਕੋਈ ਵੀ ਗਲਤ ਗੱਲ ਅੱਲਾਹ ਦੀ ਤਰਫ ਮਨਸੂਬ ਕਰਦੇ ਤੇ ਅੱਲਾਹ ਉਹਨਾਂ ਦੀ ਇਸ਼ਾਰਾ ਕੱਟ ਲੈਂਦਾ ਤੇ ਇਹ ਅਸੂਲ ਸਾਰੇ ਅੰਬੀਆ ਤੇ ਅਪਲਾਈ ਕਰਦੇ ਨੇ। ਨਹੀਂ ਹਾਂ ਸਮਝ ਗਿਆ ਨਹੀਂ ਜਿਹੜੀ ਇਜਤਿਹਾਦੀ ਗਲਤੀ ਜਾਂ ਇਜਤਿਹਾਦ ਹੈ ਨਾ ਉਹਨੂੰ ਵਲੋ ਤਕਵਲ ਅਲੈਨਾ ਬਾਜ਼ ਅਲ ਕਾਬਿਲ ਨਾਲ ਜੋੜਨਾ ਬੇਹਯਾਈ ਨਹੀਂ ਹੈ, ਬੇਗੈਰਤੀ ਹੈ। इजतिहाद करना मैं दसिया कि वो तो दुनियावी अमूर च हुंदा है, लेकिन वो तो कुरान दे अल्फाज दी गल हो रही है। हाँ, कुरान दे कलाम दे बारे में गल हो रही है कि अगर ये कोई कौल ऐसा पेश करन, अगर ये नबी सल्लल्लाहु अलैहि वसल्लम कोई कौल ऐसा पेश करन जेड़ा साडी तरफों नहीं है, तो गल कौल दी हो रही है। नहीं आमिर भाई वो इस रसूल ਨੂੰ तमाम अंबिया ते अप्लाई करते हैं, तमाम रसूलों ते, लेकिन दूसरी तरफ अकीदा रखते हैं कि अंबिया ਨੂੰ होने वाली वही च इज्तिहादी गलती लग सकती है। नहीं नबियां ते अप्लाई किस तरह करते हैं, मैंने समझ नहीं आ रही अब्दुल्ला भाई। मरज़ई करते हैं ना जी सूर्य हाका की आयत नंबर 44-45 इस वजह तो मिर्जे की भी इशारा नहीं कटी गई। नहीं लेकिन वो इज्तिहादी गलती च नहीं ना आंदा। देखो अल्लाह ताला ने आख्या है, अल्लाह ताला ने मैनू लगदा मैं समझा सोहेब भाई मौजूद हो, तुसी गल करे हो। ਵੱਡੇ ਭਾਈ ਲਾਹੌਰ ਵਾਲਾ ਭਾਈ ਆਪੂ ਮਦਦ ਕਰੇ ਭਾਈ। ਉਹ ਕਹਿਣਾ ਚਾਹ ਰਿਹਾ ਹੈ ਕਿ ਇੱਕ ਤਰਫ ਤੇ ਗੱਲ ਕਰਦੇ ਨੇ ਕਿ ਜਿਹੜੇ ਅੱਲਾ ਦੇ ਨਬੀ ਰਸੂਲ ਹੁੰਦੇ ਨੇ ਨਾ ਉਹ ਕੋਈ ਵੀ ਮਤਲਬ ਅੱਲਾਹ ਤਾਲਾ ਦੀ ਤਰਫ ਕੋਈ ਗਲਤ ਗੱਲ ਮਨਸੂਬ ਨਹੀਂ ਕਰਦੇ ਵਹੀ ਦੀ ਸੂਰਤ ਦੇ ਵਿੱਚ, ਤੇ ਦੂਜੀ ਤਰਫ ਕਹਿੰਦੇ ਨੇ ਕਿ ਵਹੀ ਚ ਇਜਤਿਹਾਦੀ ਗਲਤੀ ਹੋ ਸਕਦੀ। ਜਦੋਂ ਇਜਤਿਹਾਦੀ ਗਲਤੀ ਹੋ ਗਈ ਤਾਂ ਉਹਨਾਂ ਨੇ ਕੋਈ ਹੋਰ ਗੱਲ ਕਰ ਦਿੱਤੀ, ਤੇ ਜਦੋਂ ਇਜਤਿਹਾਦੀ ਗਲਤੀ ਮੰਨ ਲਈ ਵਹੀ ਦੇ ਵਿੱਚ ਤੇ ਫਿਰ ਤੇ ਇਸ਼ਾਰਾ ਕੱਟਣੀ ਚਾਹੀਦੀ ਹੈ। ਇਹ ਅਬਦੁੱਲਾ ਕਹਿਣਾ ਚਾਹ ਰਿਹਾ ਕਿ ਦੋ ਅਸੂਲ ਦਿੰਦੇ ਨੇ ਰਜ਼ਾਈ। नहीं ਉਹਦੇ ਚ ਅਕਾਵੀਲ ਤੇ ਨਹੀਂ ਨਾ ਆਉਂਦੇ, ਕੌਲ ਤੇ ਕੋਈ ਨਹੀਂ ਨਾ ਹੈ, ਉਹ ਤੇ ਇੱਕ ਇਜਤਿਹਾਦ ਹੈ ਜਿਹੜਾ ਮੈਂ ਦੱਸਿਆ ਕਿ ਪਹਿਲੀ ਤੇ ਗੱਲ ਹੈ ਕਿ ਦੁਨਿਆਵੀ ਮੋਰ ਚ ਹੁੰਦਾ, ਖਾਬ ਵਗੈਰਾ ਨੂੰ ਸਮਝਣ ਚ ਤਾਬੀਰ ਕਰਨ ਚ ਹੋ ਸਕਦਾ, ਲੇਕਿਨ ਉਹਦੇ ਚ ਵੀ ਕੋਈ ਕੌਲ ਤੇ ਨਹੀਂ ਹੈ। ਕੌਲ ਕੀ ਹੈ? ਕੌਲ ਹੈ ਵੇ ਕਿ ਜਿਹੜਾ ਜਿਸ ਤਰ੍ਹਾਂ ਕੁਰਾਨ ਕਰੀਮ ਦੇ ਅਲਫਾਜ਼ ਨੇ ਨਾ ਆਇਤ ਤੇ ਬਯਨਾਤ, ਇਸ ਤਰ੍ਹਾਂ ਕੋਈ ਕੌਲ ਆਪਣੇ ਕੋਲੋਂ ਘੜ ਕੇ ਅਗਰ ਅੱਲਾਹ ਤਾਲਾ ਫਰਮਾਂਦਾ ਕਿ ਇਹ ਅਗਰ ਆਪਣੇ ਕੋਲੋਂ ਘੜ ਕੇ ਕੋਈ ਕੌਲ ਸਾਡੇ ਵੱਲ ਮਨਸੂਬ ਕਰਨ, ਵਲੋ ਤਕਵਲ ਅਲੈਨਾ ਬਾਜ਼ਲ ਅਕਾਵੀਲ ਲਾਖਜ਼ਨਾ ਮਿਨਹੁ ਬਿਲਯਮੀਨ ਸੁੰਮ ਲਕਤਾਨਾ ਮਿਨਹੁ ਲਵਤੀਨ ਫਮਾ ਮਿਨਕੁਮ ਮਿਨ ਅਹਦਿਨ ਅਨਹੁ ਹਾਜਿਜ਼ੀਨ। यानी अगर ये कोई कौल अपनी तरफों घड़ के कोई आयत घड़ के कोई अल्फाज साड़ी तरफ मनसूब करन, वो लफ्ज़ां दी गल है, कौल दी गल है। ਅਸੀਂ ਇਹਨਾਂ ਨੂੰ ਮਜ਼ੀਦ ਖੋਲ ਕੇ ਪੇਸ਼ ਕਰਨੇ ਆ, मजीद खोलने हैं। मिर्ज़े कादियानी साहब मगर कोई एक मिनट है अब्दुल्ला,
ਉਹ ਇਹ ਕਹਿੰਦੇ ਨੇ ਕਿ ਤੁਸੀਂ ਇਹ ਕਹਿੰਦੇ ਹੋ ਕਿ ਮਿਰਜ਼ਾ ਸਾਹਿਬ ਨੂੰ ਅੱਲਾਹ ਤਾਲਾ ਨੇ ਕਿਹਾ ਕਿ ਤੇਰਾ ਮੁਹੰਮਦੀ ਬੇਗਮ ਦੇ ਨਾਲ ਨਿਕਾਹ ਹੋ ਜਾਏਗਾ, ਇਹ ਵਹੀ ਤੇ ਐਲਾਨ ਕਰਕੇ ਉਹਨੂੰ ਦੱਸ ਦਿੱਤਾ, ਤੇ ਉਹ ਪੂਰਾ ਨਹੀਂ ਹੋਇਆ ਜਾਂ ਉਹਦੇ 'ਚ ਕੋਈ ਐਸੀ ਕਮੀ ਕੁਤਾਈ ਅਸੀਂ ਕਹਿੰਦੇ ਹਾਂ ਜੀ ਰਹਿ ਗਈ। ਉਹ ਕਹਿੰਦੇ ਨੇ ਜੀ, ਮੈਂ ਸਿਰਫ ਸਮਝਾਉਣ ਵਾਸਤੇ ਗੱਲ ਕਰ ਰਿਹਾ ਕਿ ਅਸੀਂ ਕਹਿੰਦੇ ਹਾਂ ਕਿ ਇਹ ਅੱਲਾ ਦੀ ਤਰਫੋਂ ਨਹੀਂ ਸੀ ਹੈ, ਉਹ ਕਹਿੰਦੇ ਨੇ ਨਹੀਂ ਅੱਲਾ ਦੀ ਤਰਫੋਂ ਸੀ। ਅਸੀਂ ਕਹਿੰਦੇ ਜੇ ਅੱਲਾ ਦੀ ਤਰਫੋਂ ਹੁੰਦਾ ਤਾਂ ਪੂਰਾ ਹੁੰਦਾ, ਤੇ ਉਹ ਕਹਿੰਦੇ ਨੇ ਕਿ ਨਹੀਂ, ਇਹ ਇਜਤਿਹਾਦੀ ਗਲਤੀ ਹੋ ਗਈ ਹੈ ਜਾਂ ਉਹਦੇ 'ਚ ਸਮਝਣੇ 'ਚ ਕੋਈ ਗਲਤੀ ਹੋ ਗਈ ਉਹਦੇ ਵਾਸਤੇ। ਤੇ ਦੂਸਰੀ ਤਰਫ ਇਹ ਵੀ ਰੱਖਿਆ ਹੋਇਆ ਨਾ ਕਿ ਅਗਰ ਕੋਈ ਅੱਲਾ ਦੀ ਤਰਫ ਝੂਠ ਮਨਸੂਬ ਕਰੇ ਤਾਂ ਉਹਦੀ ਸ਼ਰਕ ਕੱਟਣ ਜਾਂਦੀ ਹੈ। ਉਹ ਅਬਦੁੱਲਾ ਤਾਂ ਇਹ ਪੇਸ਼ ਕਰ ਰਿਹਾ ਸੀ ਗੱਲ। ਕਿਉਂ ਬਈ ਅਬੂ ਬਕਰ ਭਾਈ ਕੀ ਕਹਿ ਰਹੇ? ਮੈਂ ਸਮਝ ਨਹੀਂ, ਗੱਲ ਇਹ ਹੈ ਰਾਜਾ ਸਾਹਿਬ, ਪਹਿਲੀ ਤਾਂ ਗੱਲ ਇਹ ਹੈ ਕਿ ਇਹ ਹੱਕ ਤੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਸੀ ਨਾ, ਸਪੈਸੀਫਿਕ ਇਸ ਮਾਮਲੇ 'ਚ, ਮੁਹੰਮਦੀ ਬੇਗਮ ਵਾਲੇ ਮਾਮਲੇ 'ਚ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਕਦੀ ਵੀ ਨਹੀਂ ਕਿਹਾ ਕਿ ਮੈਨੂੰ ਗਲਤੀ ਲੱਗ ਗਈ, ਬਲਕਿ ਇੱਕ ਜਗ੍ਹਾ ਤੇ ਉਹ ਕਹਿੰਦਾ ਕਿ ਮੈਂ ਮਰਨ ਵਾਲਾ ਹੋ ਗਿਆ ਸੀਗਾ ਤੇ ਮੈਨੂੰ ਲੱਗਾ ਕਿ ਹੁਣ ਬਸ ਮੈਂ ਗਿਆ ਤੇ ਹੁਣ ਇਹਦਾ ਬਿਲਾਲ ਮਤਲਬ ਕੋਈ ਭਾਈ, ਹੋਰ ਹੈ, ਲੇਕਿਨ ਅੱਲਾਹ ਤਾਲਾ ਨੇ ਉਹਨਾਂ ਮੈਨੂੰ ਨੇ ਇੱਕ ਮਿਸਾਲ ਦਿੱਤੀ ਹੈ। ਗੱਲ ਕਰ। ਅੱਛਾ, ਠੀਕ ਠੀਕ। ਹਾਂ, ਫੋਨ ਪਹੁੰਚ ਗਿਆ। ਪਹੁੰਚ ਗਏ। ਹਾਂਜੀ, ਇਹ ਵਾਰਦਾਤ ਹੈ ਨਾ, ਲੇਕਿਨ ਉਹ ਇਹ ਵਾਰਦਾਤ ਹੈ ਇਹਨਾਂ ਦੀ। ਲੇਕਿਨ ਸਾਡਾ ਤੇ ਇਹੀ ਮੰਨਣਾ ਨਾ ਕਿ ਨਬੀ ਨੂੰ ਵਹੀ ਦੇ ਵਿੱਚ ਇਜਤਿਹਾਦੀ ਗਲਤੀ ਕਦੇ ਨਹੀਂ ਹੋ ਸਕਦੀ ਜੋ ਅੱਲਾਹ ਤਾਲਾ ਦੀ ਤਰਫੋਂ ਹੋਵੇ। ਹਾਂ, ਅਬੂ ਬਕਰ ਭਾਈ ਯਾਰ, ਸ਼ਾਹ ਕੱਟੇ ਜਾਣ ਦੇ ਤੇ ਇਹਨਾਂ ਦੇ ਘਰ ਤੋਂ ਤੈਨੂੰ ਮਤਲਬ ਆ ਨਾ, ਇੱਕ ਤਾਂ ਨਹੀਂ ਹੈਗਾ, ਮੁਸੀਬਤ ਇਹ ਹੈ। ਬਿਲਕੁਲ। ਇਹਦੇ ਤੇ ਵੀ ਦੋ ਮੁਤਜ਼ਾਦ ਗੱਲਾਂ ਮਿਰਜ਼ਾ ਸਾਹਿਬ ਨੇ ਕੀਤੀਆਂ ਨੇ। ਇੱਕ ਜਗ੍ਹਾ ਤੇ ਕਿਹਾ ਹੈ ਕਿ ਦੇਖੋ ਜੀ, ਮੈਂ ਅਗਰ ਝੂਠ ਬੋਲਦਾ ਹੁੰਦਾ ਤਾਂ ਮੈਂ ਇੰਨੀ ਦੇਰ ਜ਼ਿੰਦਾ ਰਹਿੰਦਾ, ਮੇਰਾ ਜ਼ਿੰਦਾ ਰਹਿਣੀ ਮੇਰੀ ਸਦਾਕਤ। ਦੂਏ ਪਾਸੇ ਕਹਿ ਦਿੱਤਾ ਕਿ ਅੱਲਾ ਦੇ ਸੱਚੇ ਨਬੀ ਵੀ ਕਤਲ ਹੋ ਜਾਂਦੇ ਨੇ, ਇਹਦੇ 'ਚ ਕੋਈ ਐਸੀ ਗੱਲ ਨਹੀਂ ਹੈ। ਮਤਲਬ ਦੋ ਗੱਲਾਂ। ਯਾਰ ਗੱਲ ਇਹ ਹੈ, ਮੈਂ ਤੇ ਇਹਨਾਂ ਕੋਲ ਪੁੱਛਿਆ ਸੀਗਾ ਇਮਰਾਨ ਜੇ ਕਾਲੂ ਕੋ, ਮੈਂ ਕਤਲ ਹੋ ਜਾਂਦਾ ਨਹੀਂ ਤਾਂ ਵੀ ਸੱਚਾ, ਨਹੀਂ ਕਤਲ ਹੋਇਆ ਤਾਂ ਇਹਦੇ ਵੀ ਕੋਲ ਪੁੱਛਿਆ ਸੱਚਾ। ਸੀ ਠੁਕ ਸੀਕਰ ਕੋ, ਮੈਂ ਕਹਾਂ ਮੈਨੂੰ ਇਹ ਦੱਸ ਵੀ ਖੁਦਾਈ ਦਾ ਦਾਵਾ ਵੱਡਾ ਹੈ ਜਾਂ ਰਸੂਲ ਹੋਣਾ ਦਾ ਦਾਵਾ ਵੱਡਾ ਹੈ। ਤੇ ਉਹਨੂੰ ਗੱਲ ਸਮਝ ਲੱਗ ਗਈ ਸੀ 1 ਮਿੰਟ ਤੋਂ ਪਹਿਲਾਂ, ਜਦੋਂ ਉਹਨੇ ਕਿਹਾ ਨਾ ਕਿ ਮੈਂ ਕਿਹਾ ਜਿਸ ਬੰਦੇ ਰੱਬ ਦਾ ਦਾਵਾ ਕੀਤਾ ਫਰਾਉਨ ਨੇ, ਉਹ ਤੇ 13 ਸਾਲ ਜ਼ਿੰਦਾ ਰਿਹਾ, ਤੇ ਜਿਹਨੇ ਖੁਦਾਈ ਦਾ ਜਿਹਨੇ ਰਸੂਲ ਹੋਣ ਦਾ ਦਾਵਾ ਕੀਤਾ ਉਹਦੀ ਤੁਸੀਂ ਕਹਿ ਰਹੇ ਹੋ ਕਿ ਪਕੜ ਹੈ, ਤੇ ਜਿਹੜਾ ਖੁਦਾ ਦਾ ਦਾਵਾ ਕਰੇ ਉਹਦਾ ਪਕੜ ਕੋਈ ਨਹੀਂ। ਅਤੇ ਅਸੀਂ ਜਦੋਂ ਇਹ ਕਹਿੰਦੇ ਆ ਕਿ ਬਾਉਲਾ ਇਰਾਨੀ ਨੇ ਦਾਵਾ ਕਰਨ ਤੋਂ ਬਾਅਦ ਉਹ ਨਹੀਂ ਕਤਲ ਹੋਇਆ, ਤੇ ਉਹ ਕਹਿੰਦੇ ਨਹੀਂ ਤਲੀਮ ਹੈ, ਅਸਲ ਦੇ ਵਿੱਚ ਤਲੀਮ ਪਹੁੰਚੇਗੀ ਜਾਂ ਨਹੀਂ, ਜਾ ਉਹਦਾ ਪੈਗਾਮ। ਹਾਂ ਹਾਂ, ਯਾਰ ਮੈਂ ਬਰੇ ਸਗੀਰ ਚ ਇੱਕ ਬੰਦਾ ਸੀਗਾ, ਉਹਨੇ ਇਮਾਮ ਮਹਦੀ ਹੋਣ ਦਾ ਦਾਵਾ, ਈਵਨ ਉਹ ਕਾਬਾ ਵੀ ਗਿਆ ਸੀ, ਖਾਨਾ ਕਾਬਾ ਵੀ। ਉਹ ਮੈਂ ਤਫਸੀਲ ਹੁਣ ਮੇਰੇ ਕੋ ਪਤਾ ਨਹੀਂ ਕਿਹੜੀ ਕਿਤਾਬ ਚ ਪਈ ਹੈ, ਮੈਂ ਕੱਢ ਲੈਣਾ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਤੋਂ ਪਹਿਲੇ ਜਿਹੜੇ ਲੋਕਾਂ ਨੇ ਮਾਦੀ ਹੋਣ ਦਾ ਦਾਵਾ ਕੀਤਾ ਨਾ, ਉਹ ਮਿਰਜ਼ਾ ਗੁਲਾਮ ਕਾਦੀਆਨੀ ਤੋਂ ਜ਼ਿਆਦਾ ਕਾਮਯਾਬ ਲੋਕ ਸਨ ਇਸ ਹਵਾਲੇ ਦੇ ਨਾਲ, ਕਿ ਉਹਨਾਂ ਦੇ ਨਾਲ ਜ਼ਿਆਦਾ ਤਾਦਾਦ ਸੀ ਔਰ ਉਹ ਮਰੇ ਵੀ ਨਹੀਂ। ਹਾਂ
ਹਾਂ ਉਹ ਅਬੂ ਬਕਰ ਭਾਈ ਉਹ ਸਵਾਲ ਉੱਥੇ ਪਿੱਛੇ ਹੀ ਰਹਿ ਜਾਣਾ ਹੈ, ਉਹਦੇ ਤੇ ਗੁਫ਼ਤਗੂ ਕਰੋ ਕੁਝ ਸਮਝ ਆਵੇ। ਮਸਲਨ ਸੋਹੇਬ ਭਾਈ ਉਹਨੂੰ ਥੋੜਾ ਹੋਰ ਖੋਲ ਕੇ ਬਿਆਨ ਕਰਦੇ ਨੇ। ਮੇਰਾ ਮਸਲਨ ਸੂਰਹ ਅਲ-ਹਾਕਾ ਦੀ ਆਇਤ ਤੋਂ ਪੇਸ਼ ਕਰਕੇ ਇਹ ਅਸੂਲ ਪੇਸ਼ ਕਰਦੇ ਨੇ ਕਿ ਅੰਬਿਆ ਜਿਹੜੇ ਨੇ ਉਹ ਗਲਤ ਗੱਲ ਅੱਲਾ ਦੀ ਤਰਫ ਮਨਸੂਬ ਨਹੀਂ ਕਰ ਸਕਦੇ। ਦੂਸਰੀ ਸਾਈਡ ਤੇ ਉਹ ਇਹ ਅਸੂਲ ਰੱਖਦੇ ਨੇ ਕਿ ਅੰਬਿਆ ਨੂੰ ਜਿਹੜਾ ਅੱਲਾਹ ਪਾਕ ਵਹੀ ਕਰਦਾ ਉਹਦੇ ਵਿੱਚ ਇਜਤਿਹਾਦੀ ਗਲਤੀ ਲੱਗ ਸਕਦੀ ਹੈ। ਜਿਸ ਵਕਤ ਜਿਸ ਨਬੀ ਯਾਨੀ ਅਸੂਲ ਇਹ ਰੱਖਦੇ ਨੇ ਕਿ ਯਾਨੀ ਸਾਡਾ ਤੇ ਐਸਾ ਅਕੀਦਾ ਨਹੀਂ ਨਾਉਜ਼ ਬਿल्लाह मिन ज़ालिक, लेकिन जिस नबी ਨੂੰ ਇਜਤਿਹਾਦੀ ਗਲਤੀ ਲੱਗੇਗੀ ਉਹ ਜ਼ਾਹਿਰੀ ਗੱਲ ਹੈ ਅੱਲਾ ਨੇ ਜਿਹੜੀ ਵਹੀ ਉਹਨੂੰ ਕੀਤੀ ਹੈ ਉਹ ਮਨਸੂਬ ਤੇ ਅੱਲਾ ਦੀ ਤਰਫ ਉਹਨੇ ਕਰਨੀ ਹੈ ਨਾ, ਗਲਤੀ ਬੇਸ਼ੱਕ ਉਹਨਾਂ ਨੂੰ ਲੱਗ ਰਹੀ ਹੈ। लेकिन उन्हें ये किया ਨਹੀਂ ਉਹ ਤੇ ਆਪਣੇ ਬਾਰੇ ਚ ਕਹਿੰਦਾ नहीं, ਜੀ ਮੇਰਾ ਖੁਦਾ ਮੈਨੂੰ ਇੱਕ ਲਮਹੇ ਤੇ ਵੀ अपने ਗਲਤੀ बारे च कहता है और रसूल अल्लाह सल्लल्लाहु अलैहि वसल्लम ਦੇ ਬਾਰੇ ਚ ਕਹਿੰਦਾ ਹੈ ਕਿ ਉਹਨਾਂ ਦੀ ਇਜਤਿਹਾਦੀ ਗਲਤੀ ਡਰ ਗਏ ਸੀ, ਤੋਬਾ ਕਰ ਲਈ ਸੀ। ਤੂੰ ਵੀ ਯਾਰ ਉਹ ਦੋਵੇਂ ਗੱਲਾਂ ਨਾਲ ਲੈ ਕੇ ਚੱਲ ਰਿਹਾ ਸੀ ਨਾ। ਇੱਕ ਪਾਸੇ ਵੀ ਕਹਿੰਦਾ ਸੀ ਆ ਜਾਏਗੀ, ਦੂਏ ਪਾਸੇ ਕਹਿੰਦਾ ਸੀ ਨਹੀਂ ਉਹ ਪੂਰੀ ਹੋ ਗਈ ਹੈ, ਤੋਬਾ ਕਰ ਲਈ ਹੈ, ਉੱਥੇ ਰੁਕ ਗਈ ਹੈ। ਹੁਣ ਨਾ ਵੀ ਆਵੇ ਤੇ ਕੋਈ ਨਹੀਂ, ਹੈ ਤਾਂ ਵੀ ਮੈਂ ਸੱਚੀ ਹਾਂ। ਉਹ ਆਪ ਹੀ ਕਨਫਿਊਜ਼ ਲਗਾ ਫਿਰਦਾ। ਉਹਨੂੰ ਆਪ ਕਿੱਥੇ? ਹਾਂਜੀ ਮੈਨੂੰ ਕਿਸੇ ਬੁਲਾਇਆ ਉੱਥੇ, ਉਹਨੇ ਕਿਹਾ ਪਹੁੰਚੋ, ਮੈਂ ਕਿਹਾ ਅੱਛਾ ਆਏ ਜੀ। ਉਹ ਫਿਰ ਸਟਾ ਕੇ ਬਰਾੜ ਸਟਾ ਕੇ ਸਾਹ ਲਿਆ। ਬਸ ਇਸ ਤਰ੍ਹਾਂ ਹੀ ਹੈ। ਉਹ ਯਾਰ ਅਸਲ ਪਤਾ ਕੀ, ਅਸੀਂ ਨਹੀਂ ਨਾ ਜਾਵਾਂਗੇ ਤੇ ਫਿਰ ਉੱਥੇ ਉਹ ਚੈੜੇ ਹੋ ਕੇ ਬੈਠੇ ਰਹਿਣਗੇ। ਸਮਝਿਆ ਕਰੋ ਨਾ। ਹਾਏ ਲੇਕਿਨ ਅੱਗੇ ਚੰਗਾ ਸ਼ੁਗਲ ਉੱਥੇ ਲੱਗਿਆ ਸੀ ਉਹਨਾਂ ਦੀ ਮਰਜ਼ਈਆਂ ਦੀ ਬਰਾੜ ਤੇ। ਪਹਿਲੇ ਅਲੀਮ ਸੀ ਆਇਆ ਹੋਇਆ, ਉਹ ਇਹਨਾਂ ਦੀ ਮਿੱਠੀ ਕਰ ਰਿਹਾ ਸੀ, ਤੇ ਉਸ ਤੋਂ ਬਾਅਦ ਰਾਣਾ ਰਾਸ਼ਦ ਸਾਹਿਬ, ਉਸ ਵਿਚਾਰੇ ਨੇ ਜ਼ਿਆਦਤੀ ਕੀਤੀ, ਉਹਨੂੰ ਚੁੱਕ ਕੇ ਬਰਾੜ ਤੋਂ ਥੱਲੇ ਮਾਰਿਆ, ਉਹਨੂੰ ਰੋਂਦਾ ਰਿਹਾ ਕਿ ਮੇਰੇ ਨਾਲ ਜ਼ਿਆਦਤੀ ਹੋਈ। ਫਿਰ ਉਸ ਤੋਂ ਬਾਅਦ ਆਹੋ ਰਾਣਾ ਰਾਸ਼ਦ ਨੂੰ, ਫਿਰ ਤੀਸਰੇ ਨੰਬਰ ਤੇ ਆ ਗਏ ਨੇ ਟਾਕ ਮਾਸਟਰ ਸਾਹਿਬ, ਫਿਰ ਉਹਨੂੰ ਘੇਰ ਲਿਆ ਨੇ ਤੇ ਉਹਨੇ ਸਵਾਲ ਬੜਾ ਔਖਾ ਪਾ ਦਿੱਤਾ ਟਾਕ ਮਾਸਟਰ ਨੇ ਨਾ, ਤੇ ਉਹ ਬਾਅਦ ਦੇ ਵਿੱਚ ਫਿਰ ਉੱਥੇ ਲੜਾਈ ਹੋ ਗਈ। ਸਵਾਲ ਉਹਨੇ ਇਹ ਕੀਤਾ ਟਾਕ ਮਾਸਟਰ ਨੇ ਕਿ ਅਗਰ ਅਸੀਂ ਕਹਿੰਦੇ ਹਾਂ ਕਿ ਜਿਹੜੇ 72 ਜਿਹੜੇ ਫਿਰਕੇ ਨੇ ਇਹ ਇੱਕ 73ਵੀਂ ਜਮਾਤ ਹੈ, ਉਹ ਅਸੀਂ ਹਾਂ, ਤੇ ਜਿਹੜੇ 72 ਨੇ ਉਹ ਗੁੰਮਰਾਹ ਨੇ, ਤੇ ਉਹ ਮਿਰਜ਼ਾ ਸਾਹਿਬ ਨੂੰ ਵੀ ਕੋਈ ਨਹੀਂ ਮੰਨਦੇ, ਤੇ ਇਸ ਦੇ ਬਾਵਜੂਦ ਅਸੀਂ ਉਹਨਾਂ ਨੂੰ ਮੁਸਲਮਾਨ ਕਿਉਂ ਕਹਿੰਦੇ ਹਾਂ?
ਲੇਕਿਨ ਅਗਰ ਅਸੀਂ ਉਹਨਾਂ ਨੂੰ ਮੁਸਲਮਾਨ ਕਹਿੰਦੇ ਆ ਬਤਰੀਆਂ ਨੂੰ, ਬਜਾਏ ਇਸ ਦੇ ਕਿ ਉਹ ਮਿਰਜ਼ਾ ਸਾਹਿਬ ਨੂੰ ਵੀ ਨਹੀਂ ਮੰਨਦੇ ਤੇ ਉਹ ਹੈ ਵੀ ਗੁੰਮਰਾਹ ਨੇ, ਉਹਨਾਂ ਨੂੰ ਤਾਂ ਅਸੀਂ ਮੁਸਲਮਾਨ ਕਹਿ ਦਿੰਦੇ ਆ। ਲੇਕਿਨ ਜਿਹੜੇ ਮਿਰਜ਼ਾ ਸਾਹਿਬ ਦੇ ਮੰਨਣ ਵਾਲੇ ਨੇ, ਉਹਨਾਂ 'ਚ ਜੰਬਾ ਗਰੁੱਪ ਹੈ ਜਾਂ ਦੂਸਰਾ ਲੋਹਰੀ ਗਰੁੱਪ ਹੈ ਜਾਂ ਦੂਸਰੇ ਨੇ, ਅਸੀਂ ਉਹਨਾਂ ਨੂੰ ਮੁਰਤਦ ਕਹਿ ਦਿੰਦੇ ਆ। ਅਸੀਂ ਉਹਨਾਂ ਨੂੰ ਅਹਿਮਦੀ ਮੰਨਣ ਵਾਸਤੇ ਤਿਆਰ ਨਹੀਂ ਆ, ਉਹਨਾਂ ਨੂੰ ਮੁਸਲਮਾਨ ਮੰਨਣ ਵਾਸਤੇ ਤਿਆਰ ਨਹੀਂ ਆ। ਤੇ ਇਹ ਮੈਨੂੰ ਦੱਸੋ, ਸਮਝਾਓ। ਉਹ ਉੱਥੇ ਵਾਹਵਾ ਦੇਰ ਗੱਪ ਉਹਨਾਂ ਨੇ ਲਾਈ ਏ, ਫਿਰ ਤਲਤ ਮਲਕ ਸਾਹਿਬ ਆ ਗਏ। ਤਲਤ ਮਲਕ ਸਾਹਿਬ ਨੇ ਕੰਮ ਨੂੰ ਛੇਕ ਕੇ ਰੱਖਿਆ। ਫਿਰ ਉਹ ਗੱਲ ਇੱਥੇ ਪਹੁੰਚ ਗਈ ਕਿ ਕੀਲ ਸ਼ਾਮੀ ਕਹਿੰਦਾ ਹੈ ਕਿ ਜਿਹੜੇ ਗੈਰ ਅਹਿਮਦੀ ਨੇ ਉਹ ਮੁਸਲਮਾਨ ਨੇ। ਤਲਤ ਮਲਕ ਕਹਿੰਦਾ ਤੇਰਾ ਦਿਮਾਗ ਖਰਾਬ ਹੋਇਆ ਹੈ, ਮਿਰਜ਼ਾ ਸਾਹਿਬ ਨਬੀ ਨੇ ਤੇ ਨਬੀ ਦਾ ਇਨਕਾਰ ਕਰਨ ਵਾਲਾ ਕਿਸ ਤਰ੍ਹਾਂ ਮੁਸਲਮਾਨ ਹੋ ਸਕਦਾ ਹੈ? ਉਹ ਕਾਫਰ ਨੇ, ਕਾਫਰ। ਤਲਤ ਮਲਕ ਨੇ ਇਹ ਕੰਮ ਚੁੱਕ ਕੇ ਰੱਖਿਆ ਹੋਇਆ ਸੀ। ਬਸ ਮੈਂ ਤੇ ਇਹ ਬਸ ਸੁਣਦਾ ਸੀ ਅੱਗੇ ਜਿਹੜਾ ਤਲਤ ਮਲਕ ਨੇ ਚੌਥਾ ਗੇਅਰ ਲਾਇਆ ਹੋਇਆ ਸੀ। ਮੈਂ ਗੱਲ ਤਾਂ ਸਹੀ ਪਿਆ ਕਰਦਾ। ਮਿਰਜ਼ਾ ਬਸ਼ੀਰੁੱਦੀਨ ਨੇ ਵੀ ਇਹ ਗੱਲ ਕੀਤੀ ਹੋਈ ਹੈ ਕਿ ਜਿਹੜਾ ਮਿਰਜ਼ਾ ਸਾਹਿਬ ਨੂੰ ਨਹੀਂ ਮੰਨਦਾ ਉਹ ਨਬੀ ਦਾ ਇਨਕਾਰ ਕਰਦਾ, ਤੇ ਨਬੀ ਦਾ ਇਨਕਾਰ ਕਰਨ ਵਾਲਾ ਕਾਫਰ ਹੈ। अस्सलाम वालेकुम। नहीं शेब राजा भाई बिल्कुल सही है। जिन्होंने जो हुसैनी चुकता बराड़ से उन्होंने तो जाना चाहिए, जगह तो नहीं छड्डनी चाहिए कोई भी। ये गल तुहाडी बिल्कुल ठीक है। अस्सलाम वालेकुम। मेरा ख्याल है उस्मान भाई ने नीचे मेरा मैसेज पढ़ लिया वा। अबू बकर भी ਤੁਹਾਡੀ ਗੱਲ ਦਾ ਜਵਾਬ ਸੀ ਜਦੋਂ ਤੁਸੀਂ ਕਿਹਾ ਹੈ ਨਾ ਕਿ ਨਹੀਂ ਜਾਣਾ ਚਾਹੀਦਾ, ਉਹਦਾ ਮੈਸੇਜ ਰਿਪਲਾਈ ਮੈਂ ਥੱਲੇ ਕਰਤਾ ਹੈ। ਜਾਣਾ ਚਾਹੀਦਾ, ਕੋਈ ਜਗ੍ਹਾ ਨਹੀਂ ਛੱਡਣੀ ਚਾਹੀਦੀ। ਕੋਈ ਗੱਲ ਨਹੀਂ, ਹੁਸੈਨੀ ਸਾਹਿਬ ਦੀ ਬਰੋਡ ਹੈ, ਭਾਵੇਂ ਇੱਧਰ ਹੁਸੈਨੀ ਤੇ ਉੱਧਰ ਹੁਸੈਨੀ, ਜਿੱਧਰ ਵੀ ਹੁਸੈਨੀ ਭਾਈ ਹੋਣ ਉੱਧਰ ਜਾਣਾ ਚਾਹੀਦਾ। नहीं जाना चाहिए, जगह कोई नहीं छड़नी चाहिए। एक गल का ख्याल रखना चाहिए, शातमीयत वाले बंदे या शातमीयत करता बंदा ਉਹਦੇ ਨਾਲ ਕਲਾਮ ਦੀ ਜ਼ਰੂਰਤ ਨਹੀਂ ਹੈ। ਉਹਦੇ ਨਾਲ ਅੰਗੇਜ ਹੋਵੋਗੇ तो शातमीयत करेगा। बाकी जिन्हें छोटे मोटे शातम ने ना वो फिर गुजारा कर देने। ये अली अकबर जो ਵੱਡੇ ਬਗੈਰਤ ਬੇਸ਼ਰਮ ਜਾਂ ਉਸ ਤੋਂ ਬਾਅਦ ਉਹ ਮੁਬਸ਼ਰ ਦਾ ਜਾਂ ਉਹ ਕੀ ਰਾਦਾ ਬੰਬਾਸਟਿਕ, ਇਹਨਾਂ ਲੋਕਾਂ ਨਾਲ ਤੁਸੀਂ ਕੋਈ ਇਲਮੀ ਗੱਲ ਵੀ ਨਹੀਂ ਕਰ ਸਕਦੇ ਕਿਉਂਕਿ ਹਾਂ ਉਹ ਰਾਣਾ ਜਿਹੜਾ ਜ਼ਾਹਿਦ ਹੈ ਉਹ ਉਸ ਤਰ੍ਹਾਂ ਦੇ ਬੰਦੇ ਜਿਹੜੇ ਮੁਲਦ ਹੋ ਚੁੱਕੇ ਨੇ, ਇਹਨਾਂ ਨਾਲ ਕੀ ਗੁਫ਼ਤਗੂ ਹੋਣੀ। ਇਹਨਾਂ ਕੋਲੋਂ ਪਰਹੇਜ਼ ਕਰਕੇ ਬਾਕੀਆਂ ਜਿੰਨੇ ਵੀ ਨੇ ਉਹ ਜੋ ਵੀ ਕਰਨਗੇ ਲੇਕਿਨ ਲਿਮਿਟ ਥੋੜ੍ਹਾ ਜਿਹਾ ਰਹਿਣਗੇ, ਕਰਨਗੇ ਸ਼ਾਤਮੀਅਤ ਉਹ ਵੀ, ਲੇਕਿਨ ਉਸ ਤਰ੍ਹਾਂ ਦੀ ਨਹੀਂ ਕਰੀ ਜਿਸ ਤਰ੍ਹਾਂ ਇਹ ਗਾਲੀ ਗਲੋਚ ਕਰਦੇ। ਉਸਮਾਨ ਭਾਈ ਜਿਸ ਤਰ੍ਹਾਂ ਮੈਂ ਕੱਲ ਪਿਆ ਕਹਿੰਦਾ ਸੀ ਨਾ, ਇੱਥੇ ਉਹ ਕਾਇੰਡ ਆਇਆ ਸੀ ਤੇ ਮੈਂ ਉਹਨੂੰ ਪਿਆ ਕਹਿੰਦਾ ਸੀ ਕਿ ਜਿਸ ਤਰ੍ਹਾਂ ਮੁਜਰਮ ਦੇ ਫੇਜ਼ਿਸ ਹੁੰਦੇ ਨੇ ਨਾ, ਇਸ ਤਰ੍ਹਾਂ ਜੁਡੀਸ਼ਰੀ ਦੇ ਤੇ ਇਨਵੈਸਟੀਗੇਸ਼ਨ ਦੇ ਵੀ ਫੇਜ਼ਿਸ ਹੋ ਸਕਦੇ ਨੇ। ਬਸ ਇਸੇ ਤਰ੍ਹਾਂ ਇਹ ਜਿਹੜਾ ਹੈ ਨਾ ਇਲਹਾਦ, ਇਹਦੇ ਵੀ ਮੁਖਤਲਿਫ ਫੇਜ਼ਿਸ ਹੁੰਦੇ ਨੇ। ਯਾਨੀ ਸਾਰੇ ਲੋਕ 100% ਉਨੇ ਹੀ ਮੁਲਹਿਦ ਨਹੀਂ ਹੁੰਦੇ ਜਿਹਦਾ ਨਾਂ ਅਸੀਂ ਇਲਹਾਦ ਰੱਖੇ ਹੈ ਕਿ ਬਈ ਅੱਲਾ ਔਰ ਅੱਲਾ ਦੇ ਰਸੂਲ ਦਾ ਇਨਕਾਰ, ਔਰ ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਇਲਹਾਦ ਦਾ ਜਾਂ ਮੁਲਹਿਦੀਨ ਦਾ ਜੋ ਮਾਨੀ ਅਸੀਂ ਮੁਰਾਦ ਲੈਂਦੇ ਹਾਂ ਨਾ, ਸਾਰੇ ਮੁਲਹਿਦ ਉਹਦੇ ਹਾਰ ਦੇ ਨਹੀਂ ਹੁੰਦੇ। ਕੁਰਾਨ ਵਿੱਚ ਵੀ ਇਹਨਾਂ ਲੋਕਾਂ ਦਾ ਜ਼ਿਕਰ ਆਇਆ ਹੈ ਕਿ ਸਵੇਰੇ ਇਮਾਨ ਲਿਆਉਂਦੇ ਨੇ, ਸ਼ਾਮਾਂ ਨੂੰ ਢਾਹ ਕੇ ਬਹਿ ਰਹਿੰਦੇ ਨੇ। ਉਹ ਪਤਾ ਨਹੀਂ ਰੱਬ ਹੈ ਕਿ ਨਹੀਂ, ਪਤਾ ਨਹੀਂ ਰੱਬ ਦੇ ਰਸੂਲ ਦੀਆਂ ਗੱਲਾਂ ਸੱਚੀਆਂ ਨੇ ਕਿ ਝੂਠੀਆਂ ਨੇ। ਫਿਰ ਯਕੀਨ ਆਉਂਦਾ, ਫਿਰ ਯਾਨੀ ਕੱਚੇ ਧਾਗੇ ਹਾਰ ਇਹਨਾਂ ਦਾ ਹੁੰਦਾ ਹੈ ਈਮਾਨ। ਕਦੇ ਖਲੋਂਦੇ ਨੇ, ਕਦੇ ਥੜਕਦੇ ਨੇ, ਕਦੇ ਖਲੋਂਦੇ ਨੇ, ਕਦੇ ਥੜਕਦੇ ਨੇ। ਸੋ ਮੇਰਾ ਅਰਜ਼ ਕਰਨ ਦਾ ਮਤਲਬ ਹੈ ਕਿ ਇਹ ਜਿਹੜੇ ਮਰਜ਼ਾਈ ਜਿੰਨੇ ਵੀ ਤਕਰੀਬਨ ਤੁਹਾਡੇ ਨਾਲ ਹਮ ਕਲਾਮ ਹੁੰਦੇ ਨੇ ਨਾ, ਇਹਨਾਂ ਦੇ ਬਾਰੇ ਮੈਂ ਕਸਮ ਵੀ ਖਾ ਕੇ ਕਹਿ ਸਕਦਾ ਕਿ ਇਹ ਸਾਰੇ ਮੁਲਹਿਦ ਨੇ, ਸਾਰੇ ਹੀ। ਲੇਕਿਨ ਉਹਨਾਂ ਦੇ ਵਿੱਚ ਫਰਕ ਹੋ ਸਕਦਾ ਹੈ, ਯਾਨੀ ਕੋਈ 90% ਮੁਲਹਿਦ ਹੈ, ਕੋਈ 70% ਮੁਲਹਿਦ ਹੈ, ਕੋਈ 50% ਮੁਲਹਿਦ ਹੈ, ਕੋਈ 30% ਮੁਲਹਿਦ ਹੋਏਗਾ, ਲੇਕਿਨ ਸਾਰਿਆਂ ਦੇ ਅੰਦਰ ਇਲਹਾਦ ਦੀ ਰਗ ਮੌਜੂਦ ਹੈ। ਇੱਕ ਵੀ ਇਹਨਾਂ ਜਿਹੜਾ ਬੰਦਾ ਨਾ ਇਸਲਾਮ ਦਾ ਲੈ ਕੇ
ਤੇ ਮਿਰਜ਼ੇ ਦਜਾਲ ਨੂੰ ਬਚਾਉਣ ਵਾਸਤੇ ਪੈਗੰਬਰ ਇਸਲਾਮ ਦੇ ਉੱਤੇ ਚਿੱਕੜ ਸੁੱਟੇ, ਉਹ ਬੰਦੇ ਦਾ ਪੁੱਤਰ ਹੋ ਸਕਦਾ ਹੈ? ਉਹਦੇ ਅੰਦਰ ਕਾਹਦਾ ਈਮਾਨ ਹੈ ਨਬੀ ਪਾਕ ਦਾ? ਉਹ ਮਿਰਜ਼ੇ ਨੂੰ ਬਚਾਉਣ ਵਾਸਤੇ ਨਬੀ ਅਲੈਹਿਸਸਲਾਤੁ ਵਸਸਲਾਮ ਦੇ ਉੱਤੇ ਭੌਂਕਣ ਸ਼ੁਰੂ ਹੋਏ। ਉਹਦੇ 'ਚ ਕੋਈ ਗੈਰਤ ਨਹੀਂ, ਕੋਈ ਹਯਾ ਨਹੀਂ, ਕੋਈ ਸ਼ਰਮ ਨਹੀਂ। ਉਹਨੂੰ ਪਤਾ ਹੀ ਨਹੀਂ ਕਿ ਦਾਅਵਾ ਤਾਂ ਮੈਂ ਇੱਕ ਜ਼ੁਬਾਨ ਨਾਲ ਇਹ ਪਿਆ ਕਰਨਾ ਕਿ ਮੈਂ ਨਬੀ ਪਾਕ ਦੇ ਹੁਕਮ ਦੀ ਵਜ੍ਹਾ ਤੋਂ ਇਹਨੂੰ ਦਜਾਲ ਨੂੰ ਮੰਨ ਕੇ ਬੈਠੇ ਹਾਂ, ਲੇਕਿਨ ਅਮਲੀ ਤੌਰ ਤੇ ਨਬੀ ਪਾਕ ਦੀ ਜ਼ਾਤ ਦੀ ਤਨਕੀਸ ਕਰ ਰਿਹਾ ਇਸ ਦਜਾਲ ਦੀ ਖਾਤਰ। ਸੋ ਉਹਦੇ ਤੋਂ ਮੈਂ ਤੇ ਉਹਦੇ ਬਾਰੇ ਕਸਮ ਵੀ ਖਾ ਕੇ ਕਹਿਣਾ ਕਿ ਇਹ ਸਾਰੇ ਮੁਲਹਿਦ ਨੇ। ਜਿੰਨੇ ਵੀ ਨਬੀ ਪਾਕ ਦੀ ਜ਼ਾਤ ਉੱਤੇ ਇਹ ਕੀਚੜ ਉਛਾਲਣ ਦੀ ਕੋਸ਼ਿਸ਼ ਕਰਦੇ ਨੇ ਲਾਨਤੀ, ਇਹ ਸਭ ਮੁਲਹਿਦ ਨੇ। ਕੋਈ ਇਹਨਾਂ ਜੋ ਆਦੀ ਮੁਲਹਿਦ ਹੈ ਕਿ ਉਹਨੂੰ ਪਤਾ ਨਹੀਂ, ਹੋ ਸਕਦਾ ਥੋੜਾ ਹੋਵੇ, 30%, 35%, 40% ਹੋਵੇ। ਕਈ ਜਿਹੜੇ ਨੇ ਉਹ ਤਾਂ 90% ਤੇ 100% ਮੁਲਹਿਦ ਨੇ ਨਾ, ਉਹ ਤੇ ਐਵੇਂ ਟਾਈਮ ਪਾਸ ਪੇ ਕਰਦੇ ਨੇ ਇੱਥੇ। ਸੋ ਜਿਹੜੇ ਗੱਲ ਕਰਨ ਵਾਲੇ ਨੇ ਨਾ, ਇਹ ਸਾਰੇ ਤੁਸੀਂ ਮੁਲਹਿਦ ਹੀ ਸਮਝ ਕੇ ਇਹਨਾਂ ਨੂੰ ਟਰੀਟ ਕਰੋ ਤੇ ਸਾਰਿਆਂ ਨੂੰ ਸ਼ਾਤਮ ਹੀ ਸਮਝ ਕੇ ਟਰੀਟ ਕਰੋ। ਇਹਨਾਂ ਤੋਂ ਕੁਝ ਵੀ ਕਿਸੇ ਵੀ ਗੱਲ ਦੀ ਉਮੀਦ ਨਾ ਰੱਖੋ ਕਿ ਇਹ ਕੋਈ ਅੱਛੀ ਗੱਲ ਕਰਨਗੇ ਜਾਂ ਕੋਈ ਅਦਬ ਇਹਤਰਾਮ ਕਰਨਗੇ। ਨਾ ਨਾ ਨਾ, ਇਹ ਮਾੜਾ ਜਾਂ ਤੁਸੀਂ ਮੁੱਕੀ ਮਾਰਨੀ ਇਹਨਾਂ ਦੀ ਕੰਡ ਤੇ ਨਾ ਉਲਟੀਆਂ ਕਰ ਦੇਣੀਆਂ ਸਾਰੀਆਂ। ਇਹਨਾਂ 'ਚੋਂ ਕੋਈ ਦਲੇਰ ਵਾਕਿਆ ਹੋਏ ਨੇ ਜਿਹਦਾ ਤੁਸੀਂ ਨਾਂ ਪੇ ਲੈਂਦੇ, ਇਹੋ ਜਿਹੇ ਗੰਦੇ ਜਿਹੜੇ ਦਲੇਰੀ ਨਾਲ ਨਬੀ ਪਾਕ ਦੇ ਉੱਤੇ ਭੌਂਕਦੇ ਨੇ ਮੂੰਹ ਅੱਡ ਕੇ। ਉਹਨਾਂ ਨੂੰ ਅੱਲਾ ਦਾ ਡਰ ਨਹੀਂ, ਮੌਤ ਯਾਦ ਨਹੀਂ, ਕਬਰ ਯਾਦ ਨਹੀਂ। ਇਹ ਜਿਸਮ ਜਿਹੜਾ ਹੈ, ਇਹ ਜਿੰਨੀ ਦੇਰ ਇਹਦੇ 'ਚ ਖੂਨ ਗਰਦਿਸ਼ ਪਿਆ ਕਰਦਾ ਨਾ, ਤੇ ਬੰਦੇ ਨੂੰ ਇੰਝ ਯਕੀਨ ਹੁੰਦਾ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਕਮਜ਼ੋਰ ਹੋਵੇ, ਤੇ ਕਿਸ ਤਰ੍ਹਾਂ ਹੋ ਸਕਦਾ ਕਿ ਮੌਤ ਆਵੇ ਤੇ ਮੈਂ ਕਬਰ 'ਚ ਜਾ। ਬੰਦੇ ਜਨਾਜ਼ਾ ਪੜ੍ਹਦੇ ਨੇ, ਬੰਦੇ ਵੇਖੇ ਨੇ ਆਪਣੇ ਹੱਥ ਨਾਲ ਕਬਰ ਤੇ ਵਿੱਚ ਉਤਰ ਕੇ ਬੰਦੇ ਨੂੰ ਛੋੜ ਕੇ ਆ ਰਹੇ ਹੁੰਦੇ ਨੇ, ਲੇਕਿਨ ਉਹਨਾਂ ਨੂੰ ਆਪਣੀ ਮੌਤ ਦਾ ਯਕੀਨ ਹੁੰਦਾ ਕਿ ਅਸੀਂ ਵੀ ਕੱਲ ਨੂੰ ਇੱਥੇ ਆਉਣ ਵਾਲੇ, ਹੋ ਸਕਦਾ ਦੂਜੇ ਦਿਨ ਆਪ ਵੀ ਉੱਥੇ ਪਹੁੰਚਾਂ। ਇਹ ਉਹ ਬਦਬਖਤ ਨੇ ਜਿਨ੍ਹਾਂ ਨੂੰ ਰੱਬ ਨਾਲ ਮੁਲਾਕਾਤ ਦਾ ਯਕੀਨ ਨਹੀਂ। ਵਰਨਾ ਇਨਸਾਨ ਦੇ ਬੱਚੇ ਹੋਣ ਕਦੇ ਵੀ ਨਬੀ ਪਾਕ ਦੇ ਉੱਤੇ ਨਾ ਭੌਂਕਣ। ਲੇਕਿਨ ਇਹਨਾਂ ਨੂੰ ਕੋਈ ਡਰ ਨਹੀਂ, ਇਹਨਾਂ ਨੂੰ ਖੌਫ ਨਹੀਂ। ਉਹ ਡਰ ਪਾਉਣ ਵਾਲਾ ਮਾਲਕ ਹੈ, ਉਹਨੇ ਕਦੋਂ ਪਾਣਾ ਹੈ, ਕਿਸ ਤਰ੍ਹਾਂ ਪਾਣਾ ਹੈ। ਅਸੀਂ ਆਪ ਗੁਨਾਹਗਾਰ ਹਾਂ, ਸ਼ਾਇਦ ਸਾਡੀਆਂ ਗਲਤੀਆਂ ਦੀ ਵਜ੍ਹਾ ਤੋਂ, ਸਾਡੀਆਂ ਕਮਜ਼ੋਰੀਆਂ ਦੀ ਵਜ੍ਹਾ ਤੋਂ ਇਹਨਾਂ ਦਾ ਅੱਲਾਹ ਤਾਲਾ ਨੇ ਰੱਸਾ ਦਰਾਜ਼ ਕੀਤੇ ਹੈ। ਵਰਨਾ ਨਬੀ ਪਾਕ ਤੇ ਭੌਂਕਣ ਵਾਲਾ ਇੱਥੇ ਕਦੇ ਰਿਹਾ ਤੇ ਨਹੀਂ, ਖੈਰ ਨਾਲ ਕਦੇ ਨਾ ਚੌਖਾ ਟਾਈਮ ਤੇ ਉਹਨੇ ਨਹੀਂ ਕੱਢਿਆ। ਅਗਰ ਅੱਲਾਹ ਤਾਲਾ ਇਹਨਾਂ ਨੂੰ ਕੋਈ ਟਿਕਟਾਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੇ ਬਕ ਬਕਾਰੇ ਕਰਨ ਦਾ ਟਾਈਮ ਪੈ ਦਿੰਦਾ ਹੈ, ਇਹਨਾਂ ਨੂੰ ਰੱਸਾ ਨਹੀਂ ਪਿਆ ਪਾਉਂਦਾ, ਲੋਹੇ ਵਾਲਾ ਕੜਿਆਲਾ ਨਹੀਂ ਚਾੜਿਆ ਨਾ, ਸਮਝਣਾ ਸ਼ਾਇਦ ਅਸੀਂ ਬੇਅਮਲ ਲੋ। ਇਹ ਵੇਖ ਲਓ ਸਾਡੇ ਮੁਸਲਮਾਨਾਂ ਦੇ ਕੀ ਹਾਲਾਤ ਨੇ। ਮਾਵਾਂ ਭੈਣਾਂ ਇੱਕ ਦੂਜੇ ਦੀਆਂ ਇੱਕ ਕੀਤੀਆਂ ਨੇ। ਇਹਨਾਂ ਤੋਂ ਇਹ ਮਤਲਬ ਇਹਨਾਂ ਤੇ ਰੱਬ ਰਾਜ਼ੀ ਹੋਏਗਾ? ਇਹਨਾਂ ਦੀ ਵਜ੍ਹਾ ਤੋਂ ਕਿਸੇ ਸ਼ਾਤਮ ਨੂੰ ਰੱਬ ਖੁਦ ਰੱਸਾ ਪਾਏਗਾ? ਕਦੇ ਵੀ ਨਹੀਂ ਹੋਣ ਲੱਗਾ। ਸਾਡੇ ਤੇ ਰੱਬ ਨਾਰਾਜ਼ ਹੈ ਸਾਡੇ ਇਹਨਾਂ ਕਰਤੂਤਾਂ ਦੀ ਵਜ੍ਹਾ ਤੋਂ। ਇੱਥੇ ਜਨਾਬ ਮਾਵਾਂ ਭੈਣਾਂ ਇੱਕ ਦੂਜੇ ਦੀਆਂ ਕਰਨੀਆਂ ਸ਼ੁਰੂ ਕੀਤੀਆਂ ਨੇ, ਧੀਆਂ ਦੀਆਂ ਇਸ ਤਰ੍ਹਾਂ ਚਾਲੀਆਂ ਸ਼ੁਰੂ ਕੀਤੀਆਂ ਨੇ। ਕੱਲ ਜੱਫੇ ਪਾ ਕੇ ਤੇ ਆਖਣਾ ਸ਼ੁਰੂ ਕੀਤੇ ਆ ਬਈ ਹਮਾਰਾ ਭਾਈ ਆ, ਅਸੀਂ ਭਾਈ ਹਾਂ ਮੁਸਲਮਾਨ ਆਪਸ ਵਿੱਚ। ਲੱਖ ਦੀ ਲਾਹਨਤ ਹੈ ਅਸੀਂ ਸੋਚ ਤੇ ਸਵੇਰੇ ਸਵੇਰੇ ਦਿਮਾਗ ਖਰਾਬ। ਤੇ ਬਹਰਹਾਲ ਇਹ ਐਨ ਸਾਰੇ ਸ਼ਾਤਮ ਨੇ ਤੇ ਸਾਰੇ ਮੁਲਹਿਦ ਨੇ। ਤੁਸੀਂ ਇਹਨਾਂ ਤੋਂ ਕੁਛ ਤਵੱਕੋ ਨਾ ਰੱਖੋ। ਜਦੋਂ ਵੀ ਗੱਲ ਕਰੋ ਨਾ, ਜਿਸ ਤਰ੍ਹਾਂ ਉਹ ਕਹਿੰਦੇ ਨੇ ਨਾ ਵੀ अन्ना लुल्ला कैंचरा जो सर से गंजा हो, बात उससे तब करो जब हाथ में डंडा हो। कोशिश करो कि मिर्जाई नूं उस वेले गल करो जिस डंडा तुहाडे हत्थ च होवे। बस किसी वक्त भी मिर्जाई भौंक सकता है। नबी पाक अलैहिस्सलातु वस्सलाम दी मासूम ज़ात उत्ते किसी वक्त भी वो कर सकता है। कोशिश करो कि उस वेले गल करो। हाँ, किस वेले बमरे मजबूरी भी करनी पै जाती है। मैं खुद कई बार फस जाना जिथे गल करनी नहीं हुंदी। ऐसा कोई शातम सामने आ जाता है, दिल नहीं हुंदा करन ते, लेकिन वो गल पै के वजानी पै जाती है। उन्होंने पता हुंदा इन्हें करनी है, उसके बावजूद उतों बंदा हट नहीं सकता, फस जाता किसी गल च। या कोई गल जारी है, उत्ते कोई शातम आ गया, वड्डा शातम आ गया, वड्डा भौंकण वाला आ गया। अमर भाई राती भी गल ना हुसैनी तुहाडे जाने तो बाद हुसैनी साहब दी लाइव ते हो रही सी ना, ते उत्थे टाक मास्टर उत्ते आके गल कीती है कि हुसैनी साहब ने भी यही आख्या कि हाँ लग सकदी है अंबिया नूं वही। अच्छा एक मिनट अब्दुल्ला, मैं जवाब दे लैंदी। मूसा नूं थल्ले मैं पढ़ लिया, ਉਹਦਾ मैसेज ਸਾਡੇ ਨਾਲ ਅੱਲਾ ਨਾਰਾਜ਼ ਹੈ, ਬਿਲਕੁਲ ਨਾਰਾਜ਼ ਹੈ ਕਿ ਤੁਹਾਡੇ ਹਾਰ ਦੀਆਂ ਲਾਂਤੀਆਂ ਨੂੰ ਅੱਲਾਹ ਤਾਲਾ ਨੇ ਸਾਡੇ ਸਾਹਮਣੇ ਜ਼ਿੰਦਾ ਛੋੜਿਆ ਹੈ ਔਰ ਤੁਹਾਡੇ ਮੂੰਹ ਨੂੰ ਲਗਾਮ ਨਹੀਂ ਚਾੜੀ, ਕੜਿਆਲਾ ਨਹੀਂ ਚਾੜਿਆ। ਤੁਹਾਡੇ ਤੇ ਰਾਜ਼ੀ ਹੈ ਨਾ, ਤੁਹਾਨੂੰ ਬੂਹੇ ਖੈਰ ਮੰਗਣ ਵਾਸਤੇ ਛੱਡ ਦਿੱਤਾ ਸੀ। ਤੁਹਾਡੇ ਤੇ ਅੱਲਾ ਪੂਰਾ ਰਾਜ਼ੀ ਹੈ ਬਈ। ਐਵੇਂ ਮੂਸਾ ਤੁਹਾਡੇ ਤੇ ਅੱਲਾ ਪੂਰਾ ਰਾਜ਼ੀ ਹੈ ਕਿ ਦਰ ਦਰ ਦੇ ਖੈਰ ਮੰਗੋ। ਆਂਦੇ ਨੇ ਨਾ ਔਖੀ
ਰਮਜ਼ ਫਕੀਰੀ ਵਾਲੀ ਚੜ ਸੂਲੀ ਤੇ ਬਹਿਣਾ, ਦਰ ਦਰ ਦੇ ਟੁੱਕਰ ਮੰਗਣੇ ਤੇ ਮਾਈਏ ਭੈਣੇ ਕਹਿਣਾ। ਇਹ ਤੁਹਾਡੀ ਜ਼ਿੰਦਗੀ ਏ। ਦਰ ਦਰ ਦੇ ਟੁੱਕਰ ਮੰਗ ਕੇ ਤੇ ਤੁਸੀਂ ਆਂਦੇ ਹੋ ਯਾਰ ਅਸੀਂ ਵੀ ਮੁਸਲਮਾਨ ਆ, ਤੁਸੀਂ ਵੀ ਮੁਸਲਮਾਨ ਹੋ, ਯਾਰ ਸਾਨੂੰ ਪਰਾਂ ਕਿਉਂ ਝਟਕਦੇ ਹੋ, ਯਾਰ ਸਾਡੇ ਤੋਂ ਨਫ਼ਰਤ ਕਿਉਂ ਕਰਦੇ ਹੋ, ਯਾਰ ਸਾਨੂੰ ਲਾ ਲਾ ਪਰਾਂ ਕਿਉਂ ਜੂਆਰ ਸੱਟਦੇ ਹੋ। ਇਸ ਗੱਲੇ ਮੁਸਲਮਾਨ ਸੱਟਦੇ ਨੇ ਕਿ ਰੱਬ ਦਾ ਕਹਿਰ ਹੈ ਤੁਹਾਡੇ ਤੇ ਪਿਆ, ਲੇਕਿਨ ਤੁਸੀਂ ਆਪਣੇ ਆਪ ਨੂੰ ਇਹ ਆਖ ਕੇ ਤਸੱਲੀ ਦੇਣੀ ਹੈ ਅਮਰ ਪਿਆਂਦਾ ਸੀ ਅੱਲਾ ਸਾਡੇ ਤੇ ਨਾਰਾਜ਼। ਹਾਂ ਸਾਡੇ ਤੇ ਅੱਲਾ ਨਾਰਾਜ਼ ਹੈ, ਅਗਰ ਨਾਰਾਜ਼ ਨਾ ਹੋਵੇ ਤੇ ਆਪਣੇ ਮਹਿਬੂਬ ਦੇ ਉੱਤੇ ਭੌਂਕਣ ਵਾਲੇ ਕੁੱਤਿਆਂ ਨੂੰ ਸ਼ਾਮ ਤੋਂ ਪਹਿਲਾਂ ਰੱਸਾ ਪਾ ਦੇਵੇ। ਅਗਰ ਸਾਡੇ ਅਮਾਲ ਅੱਛੇ ਹੋਣ ਨਾ, ਅਸਲ ਤੇ ਤਾਕਤ ਦਾ ਸਰਚਸ਼ਮਾ ਤੇ ਮੰਬਾ ਤੇ ਉਹ ਮਾਲਿਕ ਮੁਲਕ ਦੀ ਜ਼ਾਤ ਹੈ ਨਾ। ਅਸੀਂ ਤੇ ਕੁਝ ਵੀ ਨਹੀਂ, ਸਾਡੀ CCD ਤੇ ਉਹ ਜਿਹੜੀ ISI ਵਗੈਰਾ ਕੁਝ ਵੀ ਨਹੀਂ ਹੈ ਨਾ। ਸਾਡਾ ਮੁਲਕ, ਸਾਡਾ ਕਾਨੂੰਨ ਹੈ, ਸਭ ਦੁਨਿਆਵੀ ਵਸਾਇਲ ਨੇ। ਅਸਲ ਤਾਕਤ ਦਾ ਸਰਚਸ਼ਮਾ ਤੇ ਮੰਬਾ ਅੱਲਾ ਦੀ ਤਾਕਤ, ਅੱਲਾ ਦੀ ਜ਼ਾਤ। ਉਹ ਤੇ ਤੈਨੂੰ ਇਹ ਅਗਲਾ ਮੈਸੇਜ ਵੀ ਨਾ ਲਿਖਣ ਦੇਵੇ, ਤੈਨੂੰ ਅਗਲਾ ਸਾਹ ਵੀ ਨਾ ਲੈਣ ਦੇਵੇ, ਤੇਰਾ ਸਾਹ ਪੀ ਛੜੇ ਮਾਲਕ। ਜਿਸ ਤਰ੍ਹਾਂ ਤੁਸੀਂ ਭੌਂਕਦੇ ਹੋ ਮਹਿਬੂਬ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਉੱਤੇ, ਤੁਹਾਡਾ ਸਾਹ ਖਿੱਚੜੇ ਰੱਬ, ਲੇਕਿਨ ਉਹਨੇ ਤੁਹਾਨੂੰ ਸਾਹ ਤਾਂ ਹੀ ਦਿੱਤੇ ਨੇ ਕਿ ਸਾਡੇ ਆਪਣੇ ਅਮਲ ਅੱਛੇ ਨਹੀਂ ਹੈ, ਅਸੀਂ ਗੁਨਾਹਗਾਰ ਹਾਂ ਤੇ ਰੱਬ ਸਾਨੂੰ ਸ਼ਾਇਦ ਤੁਹਾਡੀ ਸ਼ਕਲ 'ਚ ਇੱਕ ਸਜ਼ਾ ਸਾਡੇ ਉੱਤੇ ਵਾਰਦ ਕੀਤੀ ਹੈ ਕਿ ਉਹ ਆਂਦਾ ਸੀ ਨਾ ਵਲੀ ਖਾਨ ਦਾ ਮੁੰਡਾ, ਉਹ ਪਿਸ਼ਾਵਰ ਵਾਲੇ ਦਾ, कि जो गंदा दुश्मन होता है वो दरिया के परली तरफ खड़ी होकर गाली देता है या दीवार के परली तरफ गाली देता है। तुसी वो लानती हो जो दीवार के परली तरफ या दरिया के परले किनारे खड़े होकर गाली दे रहे हो। तो साढ़े वास्ते तो तकलीफ ही है ना। जे तुसी पाकिस्तान है वो तो राजपाल की किताब पढ़ो तो क्या ख्याल है तुहाडा, वैसे तुहाडे नाल की होवेगा पाकिस्तान। उन्हें सोने चांदी ने पूछा ना, चांदी ने किसी बंदे ने बई सोने जे तू होर विआह कर लें तो चांदी तेरा की करेगी, उन्हें टोटे टोटे करेगी मेरे। अगर तुसी पाकिस्तान हो तो तुसी राजपाल की किताब पढ़ो तो पता की करेगी तुहाडे नाल CCD जो कोई तीफी बट नाल नहीं कीता, टोटे करेगी तुहाडे उत्थे ला के। जिन्ने मिर्जाई है ना तुसी सारे तुहाडे टोटे करके सुट देगी वो ISI ते CIS स्टाफ। ਇੱਥੇ ਭੌਂਕ ਲਓ। ਇਹ ਅੱਲਾਹ ਤਾਲਾ ਨੇ ਤੁਹਾਨੂੰ ਸਾਡੇ ਬਦਅਮਾਲੀ ਦੀ ਵਜ੍ਹਾ ਤੋਂ ਇਹ ਗਲਾਜ਼ਤ ਔਰ ਨਜਾਸਤ ਇਹ ਛੋੜੀਏ। ਇਹ ਨਬੀ ਸਾਡੇ ਨਬੀ ਦੇ ਉੱਤੇ ਭੌਂਕਦੇ ਨੇ, ਅਸੀਂ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਆਪਸ ਸਲਾਮਾਂ ਪੇ ਕਰਨੇ ਆ। ਓਏ ਵੇਖੋ ਸ਼ਾਤਮੀਅਤ ਕਰ ਗਈ ਹੈ, ਵੱਡਾ ਸ਼ਾਤਮ ਹੈ। ਉਹ ਕਹਿੰਦਾ ਨਹੀਂ ਉਹ ਵੱਡਾ ਸ਼ਾਤਮ ਹੈ, ਉਹ ਕਹਿੰਦਾ ਨਹੀਂ ਉਹ ਵੱਡਾ ਸ਼ਾਤਮ ਹੈ। ਇਹ ਜਿੰਨੀਆਂ ਅਸੀਂ ਸਲਾਮਾਂ ਪੇ ਕਰਨੇ ਆ ਇਹ ਉਸ ਅੱਲਾ ਦੀ ਨਾਰਾਜ਼ਗੀ ਦੀ ਵਜ੍ਹਾ ਤੋਂ ਨਾ। ਅਗਰ ਸਾਡੇ ਅਮਾਲ ਅੱਛੇ ਹੋਣ, ਅਸੀਂ ਨੇਕ ਹੋਈਏ, ਮੁਤਕੀ ਹੋਈਏ, ਸਾਡੇ ਦੀ ਗਲਤੀਆਂ ਨਾ ਹੋਣ, ਤੁਹਾਡੀ ਜ਼ਰੂਰਤ ਕਿ ਤੁਸੀਂ ਸਾਡੇ ਨਬੀ ਦੇ ਉੱਤੇ ਭੌਂਕੋ। ਸ਼ਾਮ ਤੋਂ ਪਹਿਲਾਂ ਤੁਹਾਨੂੰ ਪੱਟਾ ਪਾ ਦੇਵੇ ਰੱਬ। ਰੱਬ ਨਹੀਂ ਵੇਖਦਾ ਪਿਆ ਕਿ ਮੁਸਲਮਾਨਾਂ ਦਾ ਖੂਨ ਬਲਦਾ ਪਿਆ ਤੇ ਮਿਰਜ਼ੇ ਕਾਦੀਆਨੀ ਦਜਾਲ ਦੇ ਪੈਰੋਕਾਰ ਇੱਥੇ ਟਿਕਟਾਕ ਦੇ ਉੱਤੇ ਰਾਜਪਾਲ ਦੀ ਕਿਤਾਬ ਪੜ੍ਹ ਕੇ ਸੁਣਾਉਂਦੇ ਨੇ, ਕਹਿੰਦੇ ਨੇ ਮਿਰਜ਼ੇ ਕਾਦੀਆਨੀ ਦਾ ਇੰਜ ਦਫਾ ਕਰਾਂਗੇ ਅਸੀਂ। ਰੱਬ ਦੇਖਦਾ ਪਿਆ, ਲੇਕਿਨ ਸਾਡੀ ਬਦਅਮਾਲੀ ਦੀ ਵਜ੍ਹਾ ਤੋਂ ਨੇ ਤੁਹਾਡੇ ਹੱਥ ਦੀ ਨਜਾਸਤ ਔਰ ਗਲਾਜ਼ਤ ਉਹਨੂੰ ਇੰਟਰਨੈਟ ਦੇ ਉੱਤੇ ਸੁੱਟਿਆ। ਲੋ ਫਿਰ ਮੁਸਲਮਾਨੋ, ਜੇ ਤੁਸੀਂ ਇੰਜ ਲੜੋਗੇ ਆਪਸ ਤੇ ਫਿਰ ਇਹ ਬਦਬੂ ਵੀ ਨਾਲ ਸੁੰਘਦੇ ਰਹੋ। ਇਹ ਮੁਸ਼ਕ ਸੁੰਘੋ ਨਾਲ, ਮਿਰਜ਼ਾਈਅਤ ਕੀ ਮੁਸ਼ਕ, ਮੁਸ਼ਕ ਮਿਰਜ਼ਾਈਅਤ। ਹੁਣ ਕੀ ਲਿਖਦੇ ਨੇ ਥੱਲੇ ਮੈਸੇਜ, ਮੈਂ ਡਰਾਈਵ ਕਰ ਰਿਹਾ ਤੇ ਬਾਰਿਸ਼ ਵੀ ਲੱਗੀ ਹੈ। ਹੁਣ ਕੀ ਥੱਲੇ ਗੈਸ ਖਾਰਜ ਕਰ ਰਹੇ ਨੇ, ਗਾਲਾਂ ਕੱਢ ਰਿਹਾ, ਗਾਲਾਂ ਕੱਢਣੀਆਂ ਕਰਨਾ। ਮਤਲਬ ਇਹਦੇ ਨਾਲ ਵੱਡਾ ਅੱਲਾ ਦਾ ਕਹਿਰ ਤੁਹਾਡੇ ਤੇ ਕੀ ਪੈਣਾ ਹੈ ਕਿ ਤੁਸੀਂ ਜਿਸ ਕੌਮ ਨੂੰ ਜਫਾ ਮਾਰਦੇ ਤੇ ਕੀ ਪੈਣਾ ਹੈ ਕਿ ਤੁਸੀਂ ਜਿਸ ਕੌਮ ਨੂੰ ਜਫਾ ਮਾਰਦੇ ਹੋ ਉਹ ਕੌਮ ਤੁਹਾਨੂੰ ਚੁੱਕ ਚੁੱਕ ਥੱਲੇ ਸੁੱਟਦੀ ਜਾਂਦੀ। ਪਰ ਦਫਾ ਹੋ ਖਬਰਦਾਰ। ਅੱਜ ਮੈਂ ਸਵੇਰੇ ਜੋ ਹੀ ਮੈਂ ਟਿਕਟਾਕ ਆਨ ਕੀਤੀ है तो एक मिर्जाई पे आके हमें मुसलमान कहने से कोई नहीं रोक सकता। मैं क्या हो ठीक है, सोशल मीडिया उत्ते बाहर दे मुल्क आके मेरा पुत्र बोकी मारी है मूँह दे उत्ते ना वो जड़ा नहीं मास्क चढ़े हुंदा ਇਹਦੇ वाला कोरोना वायरस वाला मास्क चढ़ के तो कहता है हमें मुसलमान कहने से कोई नहीं रोक सकता। वो लानतीओ जो मुसलमान तुहाडी शक्ल नहीं देखना चाहते, तुसीं मुसलमानों च वड़ना चाहते हो। मुसलमानों पर हमें, मुसलमानों से हमें हमदर्दी है, हमें पाकिस्तान का दर्द है, हमें पाकिस्तानी कौम से प्यार है। लहदी लानत। एक मुँह नाल की आंदे ते दूजे मुँह नाल की आंदे। एक मुँह नाल नबी पाक नाल प्यार दा इज़हार करदे हो,
ਤੇ ਦੂਜੇ ਮੂੰਹ ਨਾਲ ਕੀ ਕਰਦੇ ਹੋ? ਨਬੀ ਪਾਕ ਦੇ ਉੱਤੇ ਗੰਦ ਸੁੱਟਦੇ ਹੋ ਇਸ ਦਜਾਲ ਨੂੰ ਬਚਾਉਣ ਵਾਸਤੇ, ਇਸ ਕਜ਼ਾਬ ਨੂੰ ਬਚਾਉਣ ਵਾਸਤੇ। ਇਹ ਤੁਹਾਡੀ ਜ਼ਿੰਦਗੀ। ਲੱਗੇ ਰਹੋ, ਉੱਤਰ ਲੱਗੇ ਰਹੋ, ਜਿੰਨਾ ਮਰਜ਼ੀ ਗੰਦ ਸੁੱਟ ਲਓ। ਜਿਸ ਵੇਲੇ ਅੱਲਾ ਦਾ ਹੁਕਮ ਆਏਗਾ ਹਿੱਲਣ ਨਹੀਂ ਦੇਗਾ ਤੁਹਾਨੂੰ। ਅੱਛਾ, ਕੁਸ਼ਲ ਨਹੀਂ ਕੁਸ਼ਲ ਲਾਣਾ ਹੈ। ਇਹ ਸਜ਼ਾ ਛੋਟੀ ਕੀ ਹੈ ਇਹਨਾਂ ਵਾਸਤੇ ਕਿ ਜਿਹਨੂੰ ਮੰਨਿਆ ਨੇ ਉਹਦਾ ਦਿਫਾਅ ਹੀ ਮੁਮਕਿਨ ਨਹੀਂ ਹੈ। ਉਹਦੇ ਦਿਫਾਅ ਵਾਸਤੇ ਦੂਸਰੇ ਅੰਬੀਆ ਤੇ ਬੋਲਣਾ ਪੈਂਦਾ, ਇਹਨਾਂ ਨੂੰ ਭੌਂਕਣਾ ਪੈਂਦਾ। ਇਹ ਸਜ਼ਾ ਛੋਟੀ ਹੈ ਜਿਹਦਾ ਦਿਫਾਅ ਹੀ ਨਹੀਂ ਮੁਮਕਿਨ। ਪਾਕਿਸਤਾਨ ਤੋਂ ਮੈਨੂੰ ਗੱਲ ਯਾਦ ਆਈ, ਇਹਨਾਂ ਦਾ ਇੰਨਾ ਦਿਲ ਹੈ ਨਾ ਪਾਕਿਸਤਾਨ ਜਾਣ ਦਾ, ਲਾਮਾ ਸਾਹਿਬ ਸਾਡਾ ਕਿਸੇ ਤਰੀਕੇ ਨਾਲ ਉੱਥੇ ਕਬਜ਼ਾ ਹੋ ਜਾਵੇ, ਸਾਡਾ ਖਲੀਫਾ ਤੁਰ ਜਾਵੇ ਉੱਥੇ। ਆ ਸੁਣ, ਹਾਂ खलीफातुल मसीह भी दोबारा पाकिस्तान जाएंगे या पाकिस्तान अब इस दिक्कत से महरूम हो गया? ये जितने जज्बाती अब इस वक्त हो रहे हैं, इतने जज्बाती होके 2 नफल पढ़ा करें ना पाकिस्तान की वापसी के लिए, तो अल्लाह ताला कबूल भी करेगा। सारे लोग पढ़े तो हैं। मैं तो कई दफा जिक्र कर चुका हूँ कि वही तो अल्लाह ताला ने ख्वाब में एक दफा कहा कि अगर सारी अहमदी 3 दिन इकट्ठे एक जान होके अल्लाह ताला के दूर गिर आए तो हालात बदल सकते हैं। ਇਹ ਮੁਫਤਰੀ ਇਫਤਰਾ ਪਿਆ ਕਰਦਾ ਅੱਲਾ ਦੇ। ਅਸੀਂ ਇਹਨੇ ਮਿਰਜ਼ਾ ਕਾਦੀਆਨੀ ਦਜਾਲ ਹੀ ਮਰ ਗਿਆ ਇਫਤਰਾ ਕਰਦਾ ਕਰਦਾ। ਇਹ ਵੇ ਦਜਾਲ ਇਫਤਰਾ ਪਿਆ ਕਰਦਾ ਮੁਫਤਰੀ। ਕਹਿੰਦਾ ਵੇ ਮੈਨੂੰ ਅੱਲਾਹ ਤਾਲਾ ਨੇ ਖਾਬ 'ਚ ਆਖਿਆ ਕਿ ਇਹ ਸਾਰੇ ਮਿਰਜ਼ਾਈ ਰਲ ਕੇ ਦੁਆ ਕਰਨ। ਉਹਨੂੰ ਪਤਾ ਨਾ ਇਹਨਾਂ ਇਕੱਠਿਆਂ ਹੋ ਕੇ ਕਰਨੀ ਤੇ ਨਾ ਮੇਰੀ ਗੱਲ ਝੂਠੀ ਸਾਬਤ ਹੋਣੀ। ਕੈਸਾ ਦਜਲ, ਕੈਸਾ ਫਰੇਬ ਨੇ ਦਿੱਤਾ ਤੁਹਾਨੂੰ। ਤੋਬਾ। ਨਹੀਂ ਤੇ ਹੋ ਸਕਦਾ ਅਮਰ ਭਾਈ ਸਾਰੇ ਮਰਜ਼ਈ ਇਕੱਠੇ ਹੋ ਹੀ ਜਾਣ, ਦੁਆ ਕਰਨ। ਟਰੂ ਸੀਕਰ ਸਾਹਿਬ ਕੰਮ ਤੇ ਗਏ, ਉਹਨੂੰ ਕਹਦੇ ਦੇਖਿਆ ਟਰੂ ਸੀਕਰ ਨਹੀਂ ਨਾ ਆਇਆ ਦੁਆ ਤੇ, ਇਸ ਵਾਸਤੇ ਨਹੀਂ ਕਬੂਲ ਹੋਈ। ਆਮਰ ਭਾਈ ਮੈਨੂੰ ਨਾ ਕਹਿੰਦਾ ਯਾਦ ਆ ਗਿਆ, ਮਾਦਰਤ ਦੇ ਨਾਲ ਉਹ ਬੰਦਾ ਸੀ ਇੱਕ ਤੇ ਉਹਨੇ ਫੜਿਆ ਖੋਤਾ ਹੱਥੇ 'ਚ ਤੇ ਜਾਵੇ ਪਿਆ ਤੇ ਆਵਾਜ਼ਾਂ ਲਾਵੇ ਪਿਆ, ਆ ਜੋ ਜਿਹਨੇ ਮਦੀਨਾ ਵੇਖਣਾ, ਆ ਜੋ ਜਿਹਨੇ ਮਦੀਨਾ ਵੇਖਣਾ। ਉਹ ਲੋਕੀ ਹੈਰਾਨ ਹੋ ਗਏ ਨਾ, ਆਖਿਆ ਕਿਵੇਂ ਜੀ? ਉਹਨੇ ਆਖਿਆ ਤੂੰ ਖੋਤੇ ਤੇ ਬਹਿ, ਤੇ ਖੋਤੇ ਤੇ ਬਹਿ ਕੇ ਨਾ ਤੇ ਅੱਖਾਂ ਬੰਦ ਕਰਨੀਆਂ ਨਹੀਂ ਤੇ ਤੈਨੂੰ ਮਦੀਨਾ ਨਜ਼ਰ ਆਏਗਾ। ਪਰ ਸ਼ਰਤ ਇਹ ਵੇ ਕਿ ਮਦੀਨਾ ਉਹਨੂੰ ਨਜ਼ਰ ਆਏਗਾ ਜਿਹੜਾ ਮੂਮਨ ਹੋਏਗਾ। ਇਹ ਮਿਰਜ਼ਈਆਂ ਦਾ ਵੀ ਇਹੀ ਹਿਸਾਬ ਹੈ। ਮਿਰਜ਼ੇ ਕਾਦੀਆਨੀ ਦੇ ਬਹਿ ਕੇ ਨਾ ਤੇ ਕੋਸ਼ਿਸ਼ ਵੀ ਕਰਦੇ ਨੇ ਕਿ ਅਸੀਂ ਮਦੀਨਾ ਵੇਖੀਏ। ਨਹੀਂ ਇੱਕ ਫੋਨ ਉੱਤੇ ਬੈਠੇ ਆ, ਤੁਹਾਨੂੰ ਪੁੱਛਦੇ ਨੇ ਵੀ ਹਾਂ ਨਜ਼ਰ ਆਈ, ਉਹਨੇ ਵੀ ਨਹੀਂ ਕਹਿ ਸਕਦਾ ਨਹੀਂ ਨਜ਼ਰ ਆਇਆ। ਉਹਨੇ ਕਹਿਣਗੇ ਤੇ ਮੁਹੰਮਦ ਉਹ ਕਹਿੰਦਾ ਉਹ ਨਜ਼ਰ ਆ ਰਿਹਾ। अच्छा ए जिन्हें लतीफा बनाया ना, मेरे को कसम चका लो ने मिर्जे कादियानी को सीख के बनाया। मिर्जे कादियानी ने लाम पेश किया है कि ताउन तू वो बच्चे दा जेड़ा दिली तौर ते मेरे नाल मुखलस है, मुखलस अहमदी बचेगा। हुन जेड़ा मर जाए वो मुखलस नहीं। वो अफजल मर गया ना, जेड़ा अलबदर दा नायब टीचर सी ताउन नाल, ते ओने मिर्जाइयां ने आख्या मुनाफिक सी। ओदी जनानी बयान करे ते आखी जिन्नी देर जिंदा सी उदों देर ते मुखलस अहमदी सी, जान छिड़कदा सी। अज तुसीं कहंदे हो मुनाफिक है। ऐसा उन्हें वट दिता गल नूं। उन्हें आख्या कि मेरा कोई मुरीद नहीं मार सकता ताउन नाल, शर्त ये कि होवे मुखलस, होवे मोमन। सही मोमन होवे ते ओनू खाना काबा दिसेदा। ए मिर्जा कादियानी को सिखी ने तकलीफ बादशाह। ਨਹੀਂ ਤੇ ਉਹਨੂੰ ਮੁਖਲਸ ਕਹਿ ਕੇ ਮਸੀਹ ਨੂੰ ਝੂਠ ਕਰਨਾ ਸੀ ਨੇ। ਆਪਣੀ अच्छा ਮੌਮਨੀਅਤ भाई ਨਹੀਂ ਜਾ मूसा वो है मूसा वो है ਜਿਹੜਾ ਹੁੰਦਾ ਹੈ ਕਿ ਮੈਂ ਮਿਰਜ਼ੇ ਮਸਰੂਰ ਦਾ ਝੂਠਾ ਖਾਣਾ ਖਾਦਾ ਤੇ ਮੇਰੀ ਜ਼ਿੰਦਗੀ 'ਚ ਬਰਕਤ ਹੋ ਗਈ। हाँ ਤੇ ਮੈਂ ਇਹਨੂੰ ਕਿਹਾ ਕਿ ਉਹ ਜਿਹੜਾ ਸਾਲਣ ਤੂੰ ਖਾਦਾ ਸੀ ਇਹ ਗੰਜਾ ਸਿਰੇ ਤੋਂ। ਮੈਂ ਕਿਹਾ ਜਿਹੜਾ ਸਾਲਣ ਤੂੰ ਉਹਨੇ ਦਿੱਤਾ ਸੀ ਤੈਨੂੰ ਝੂਠਾ, ਉਹ ਤੋਂ ਥੋੜੀ ਤਰੀ ਲੈ ਕੇ ਤੂੰ ਸਿਰ ਤੇ ਮਲਦਾ ਤੇ ਵਾਲਾਂ ਦੀ ਬਰਕਤ ਹੋ ਜਾਂਦੀ। ਅੱਛਾ ਕੀ ਗੱਲ ਹੋਈ ਅਬਦੁੱਲਾ ਰਾਤੀ ਹੁਸੈਨ ਸਾਹਿਬ ਦੀ ਬਰੋਡ ਤੇ? ਜਿੱਥੇ ਉਹ ਰਹਿੰਦਾ ਉਹਦਾ ਗਟਰ ਕਿਉਂ ਨਹੀਂ ਬਾਹਰ ਵਾਲਾ ਚੈੱਕ ਕਰਦੇ? ਉੱਥੋਂ ਕੋਈ ਇੱਕ ਚਮਚ ਭਰ ਕੇ ਖਾ ਹਾਂ ਤੇ ਬਰਕਤ ਜ਼ਿਆਦਾ ਤੈਨੂੰ ਪੁੱਤਰ ਸਹੀ ਅਸਲ ਓਰੀਜਨਲ ਬਰਕਤ ਤੈਨੂੰ ਮਿਲੇਗੀ। ਤਾਰਕ ਚੌਹਾਨ ਲਿਖਿਆ ਰੋਟੀਆਂ ਚੈੱਕ ਕਰਨ ਵਾਲਾ ਖਲੀਫਾ। ਹਾਂ ਤੁਸੀਂ ਵੇਖੋ ਨੇ ਕਿਹਦਾ ਫਰਾਡ ਕੀਤਾ ਹੈ।
ਕਹਿੰਦਾ ਪਿਆ ਕਿ ਸਾਰੇ ਅਹਿਮਦੀ ਮਿਲ ਕੇ ਦੁਆ ਕਰੇ, ਮੈਨੂੰ ਅੱਲਾਹ ਤਾਲਾ ਨੇ ਆਖਿਆ ਖਾਬ ਚ ਸਾਰੇ ਅਹਿਮਦੀ ਮਿਲ ਕੇ ਦੁਆ करेंगे तो ਇਹ ਦੁਆ ਕਬੂਲ ਹੋ ਜੇ। ਇਹ ਦੁਆ ਮੰਗਦੇ ਹੀ ਮਰ ਜਾਣਾ। ਸਾਰੇ ਅਹਿਮਦੀ ਛੱਡ ਕੇ ਨਾ ਜਿਹੜੇ ਕਬਰਾਂ 'ਚ ਟੁਰ ਗਏ ਨੇ ਉਹ ਵੀ ਆ ਕੇ ਦੁਆ ਮੰਗਣ ਨਾ। ਤੇ ਪਾਕਿਸਤਾਨ ਹੁਣ ਤੁਹਾਨੂੰ ਪੁੱਤਰ ਸ਼ਕਲ ਵੀ ਨਹੀਂ ਤੁਹਾਡੀ ਵੇਖਣਾ ਚਾਹੁੰਦਾ। ਹੁਣ ਤੇ ਉੱਥੇ ਬੇਗ ਨਾ ਮਾਰਦੇ ਨੇ ਪਏ ਮਰਜ਼ਾਈਆਂ ਨੂੰ, ਸਿਰਫ ਤੁਹਾਡੇ ਨਾ ਕਰਤੂਤਾਂ ਦੀ ਵਜ੍ਹਾ ਤੋਂ ਜਿਹੜੇ ਤੁਸੀਂ ਇੱਥੇ ਸੋਸ਼ਲ ਮੀਡੀਆ ਦੇ ਉੱਤੇ ਕੀਤੇ। ਹੁਣ ਤੇ ਜਿਹਦਾ ਦਿਲ ਕਰਦਾ ਉਹ ਫੜਦਾ ਡਾਂਗ ਸੋਟਾ ਪਿਸਟਲ ਫੜਦਾ ਨਾ ਮਾਰੋ ਨਾ ਮਰਜ਼ਾਈਆਂ ਦੀ ਐਸੀ ਵੇਖੋ ਨਬੀ ਪਾਕ ਦੇ ਉੱਤੇ ਭੌਂਕਦੇ ਨੇ ਪਏ ਸੋਸ਼ਲ ਮੀਡੀਆ ਦੇ ਉੱਤੇ। पाकिस्तान तो कितने जाना आमिर भाई अंग्रेज गवर्नमेंट दी तारीफ करदे मिर्जा भी मर गया, फिर वो कहंदा मर गया कि इहदे नालों अच्छा माहौल सानू होर किधरे नहीं मिल सकदा। ते हुण भी अंग्रेज दे मुल्क च बैठे ने, उत्थे अपने आप नू ये मजहबी जमात दे नाम ते रजिस्टर्ड नहीं करा सके। ये सब मुल्कां च चैरिटी दे नाम ते रजिस्टर्ड ने। इन्हां दे वास्ते हालात किसी होर मुल्क च सही हो जाणगे, कदे भी नहीं हो सकते। ये जो नजीरा ये जेड़ा 300 वाला वो जो बार बार आके चीख चीख के कहना खिलाफत की छतरी के नीचे आ जाओ, वो खिलाफत की छतरी इनाम दे के रही है। आमिर भाई क्या खिलाफत की जेड़ी छतरी है वो कोई वो लोगों ਨੂੰ ਇਨਸਾਫ ਲੈ ਕੇ ਦੇ ਰਹੀ ਹੈ, ਹਾਲਾਂਕਿ ਖੁਦ ਉਹਦੇ ਘਰ ਦੇ ਵਿੱਚ ਨਿਦਾ ਨਸਰ ਨੂੰ ਇਨਸਾਫ ਨਹੀਂ ਦੇ ਸਕਦੀ। ਉਹਦੀ ਛਤਰੀ ਦੇ ਥੱਲੇ ਆਮ ਲੋਕ ਉਹਨਾਂ ਨੂੰ ਫਾਇਦਾ ਕਿਹੜਾ? ਖਿਲਾਫਤ ਉਹ ਕਹਿ ਰਹੀ ਹੈ, ਖਿਲਾਫਤ ਦੀ ਛਤਰੀ ਕਹਿ ਰਹੀ ਹੈ ਆਏ ਹੋ ਤੇ ਕੀ ਲੈ ਕੇ ਆਏ ਹੋ ਤੇ ਜਾਓ ਤੇ ਕੀ ਦੇ ਕੇ ਜਾਓ। ਕੀ ਦੇ ਉਹ ਤੁਸੀਂ ਆਖੋ ਬਈ ਆਓ ਜਮਾਤ ਸ਼ਾਮਿਲ ਹੋ ਤੇ ਚੰਦਾ ਦਿਓ। ਜੋ ਤੁਸੀਂ ਕਿ ਤੇਰੇ ਬਾਅਦ ਇੱਕੋ ਸਵਾਲ ਹੈ, ਮੈਂ ਤੇਰਾ ਮੈਸੇਜ ਨਹੀਂ ਪੜ੍ਹ ਸਕਦਾ, ਉਹ ਵੀ ਰੋਮਨ ਉਰਦੂ 'ਚ ਡਰਾਈਵ ਕਰਦੇ ਆ ਤੇ ਬਾਰਿਸ਼ ਵੀ ਲੱਗੀ ਹੈ। ਇੱਕੋ ਸਵਾਲ ਹੈ, 10 ਮਿਰਜ਼ੇ ਕਾਦੀਆਨੀ ਨੇ ਅਬਦੁੱਲਾ ਆਤਮ ਦੀ ਪੇਸ਼ਗੋਈ ਜਿਹੜੀ ਕੀਤੀ ਹੈ ਉਹ ਫਰੀਕ ਤੋਂ ਮੁਰਾਦ ਕੌਣ ਹੈ? ਦੇ ਜਵਾਬ। ਫਰੀਕ ਤੋਂ ਮੁਰਾਦ ਦੇਖ ਲੈ, ਨਹੀਂ ਤੇ ਮਰਬੀ ਕੋਲ ਪੁੱਛ ਲਈ ਜਾ ਕੇ। ਫਰੀਕ ਤੋਂ ਮੁਰਾਦ ਅਬਦੁੱਲਾ ਆਤਮ ਤੋਂ ਇਲਾਵਾ ਬਾਕੀ ਸਾਰੇ। ਤੈਨੂੰ ਮੈਂ ਮੋਡਰੇਟਰ ਬਣਵਾ ਦੇਣਾ, ਉੱਤੇ ਆ ਕੇ ਦੱਸ, ਦਲੇਰੀ ਕਰ, ਸਭ ਨੂੰ ਥੱਲੇ ਲਾ ਦਿੰਦੇ ਆ, ਤੈਨੂੰ ਮੋਡਰੇਟਰ ਬਣਾ ਦੇਣਾ, ਬੇਸ਼ੱਕ ਮੈਨੂੰ ਵੀ ਆ ਕੇ ਥੱਲੇ ਲਾ ਦੇ, ਪਰ ਇਸ ਸਵਾਲ ਦਾ ਜਵਾਬ ਦੇ ਦੇ ਕਿ ਮਿਰਜ਼ਾ ਕਾਦੀਆਨੀ ਨੇ ਜਿਹੜਾ ਆਖਿਆ ਕਿ ਜੋ फरीक झूठा है वो हाविया में गिराया, हाविया वो फरीक तो मुराद की है, कल्ला अब्दुल्ला तो मुराद है या फरीक तो मुराद पूरा ग्रोह है? जिन्नी आमिर भाई ਤੁਸੀਂ ਆਫਰ ਦਿੱਤੀ ਹੈ ਆਫਰ ਤੋਂ ਬਾਅਦ ਅਮਰ ਭਾਈ ਤੁਸੀਂ ਉਹਨੂੰ ਮੋਡਰੇਟਰ ਬਣਵਾਉਣਾ ਹੈ ਤੇ ਸਾਰੇ ਥੱਲੇ ਜਾਂਦੇ ਤੇ ਉਹ ਹੀ ਥੱਲੇ ਲਿਖਦੇ ਹਾਂ 10 ਬੰਦਿਆਂ ਨੂੰ ਤਕਲੀਫ ਦੇ ਰਹੀ ਹੁਣ ਥੱਲੇ ਮੈਸੇਜ ਕਰੇ 7 ਬੰਦੇ ਬੈਠੇ ਨੇ ਕੋਈ ਪੜ੍ਹ ਕੇ ਸੁਣਾ ਦੇਦਾ ਥੱਲੇ ਲਿਖੇ ਨਾ ਨਹੀਂ ਇਹ ਤੇ ਗੱਲ ਹੈ ਨਾ ਜਿਹੜੀ ਸਮਝਦੇ ਨਹੀਂ ਆ। WhatsApp ਤੇ ਆਖਰੀ ਦਿਨਾਂ ਚਾਹੇ ਮੌਲਵੀ ਨਹੀਂ ਮੌਲਾਨੀ ਤੇ ਮੇਰੀ ਮੈਂ ਕਹਿੰਦਾ ਸੀ ਮੈਨੂੰ ਟੈਕਸਟ ਮੈਸੇਜ ਨਹੀਂ ਕਰੋ ਆਡੀਓ, ਕਿਉਂਕਿ ਆਉਣ ਵਾਲਾ ਦੌਰ ਜਿਹੜਾ ਆਡੀਓ ਵੀਡੀਓ ਦਾ ਇਹ ਕਿਸੇ ਦਾ ਟੈਕਸਟ ਮੈਸੇਜ ਲੈਣਾ ਮਰਜ਼ੀ ਨੇ ਇਹ ਚਵਲ ਮਾਰਦੀ ਮੈਂ ਨਾ ਇਹਦੇ ਨਾਲ ਕੰਮ ਨਹੀਂ ਚੱਲਦਾ। ਆਡੀਓ ਲਿਆਓ ਦੀ ਆਡੀਓ, ਫਿਰ ਨਾ ਜਾ ਕੇ ਉਹਦੀ ਖੁੱਟ 'ਚ ਪਾਣੀ ਪਾਣਾ ਕਿ ਚਲ ਆਡੀਓ 'ਚ ਗੱਲ ਕਰ। ਆਡੀਓ ਵੀਡੀਓ ਦਾ ਦੌਰ ਹੈ ਅਲੀ, ਥੱਲੇ ਮੈਸੇਜ ਲਿਖਿਆ ਮੇਰੇ ਕੰਮ ਦਾ ਨਹੀਂ, ਸਿਆਣਾ ਹੋ ਜਾ। ਆਏ ਵਾਹ ਭੋਲੇ ਭਾਲੇ ਮੁਸਲਮਾਨ ਫਰੀਕ ਆਮਰ ਭਾਈ ਮੈਂ ਤੁਹਾਨੂੰ ਜਵਾਬ ਦੇ ਸਕਦਾ ਰਾਤ ਦੀ ਉਹਨੂੰ ਕਹਿ ਮੋਡਰੇਟਰ ਬਣਾਣਾ। ਅੱਛਾ ਅਬਦੁੱਲਾ ਇੱਕ ਮਿੰਟ, ਸਭ ਨੂੰ ਥੱਲੇ ਲਾ ਦੇ ਤੇ ਉੱਪਰ ਆ ਜਾ, ਮੋਡਰੇਟਰ ਬਣ ਜਾ, ਸਿਰਫ ਇਸ ਸਵਾਲ ਦਾ ਜਵਾਬ ਦੇ ਦੇ। ਮਿਰਜ਼ਾ ਕਾਦੀਆਨੀ ਨੇ ਉਹ ਫਰੀਕ ਦੀ ਪੇਸ਼ਗੋਈ ਕੀਤੀ ਤੇ ਫਰੀਕ ਤੋਂ ਮੁਰਾਦ ਅਬਦੁੱਲਾ ਆਤਮ ਹੈ ਕਿ ਕੋਈ ਗਰੋਹ ਹੈ, ਗਰੁੱਪ ਆਫ ਪੀਪਲ ਹੈ? ਦੇ ਜਾ ਜਵਾਬ ਜੀ ਅਬਦੁੱਲਾ ਭਾਈ। ਉਹ ਰਾਤੀ ਵੀ ਇਤਿਹਾਦੀ गलती के मतलब थोड़ी बहुत गलबात हो रही सी, हुसैन साहब दिलाए अली वाला कर रहा सी, तो हुसैनी साहब भी इस तरह के नजरियात रखते हैं कि अंबिया को वही दे विच इतिहादी गलती लग सकती है। तो उस वे बड़े खुश सी मरजाई ना, ये भी ट्रुथ सीकर भी चुप करके छह मार के बैठे सी उत्ते की गल की हुसैनी साहब ने वो पूरी तो नहीं मैं दोहरा सकता, लेकिन उन्होंने
ਇਸ ਤਰ੍ਹਾਂ ਦੇ ਤਾਸੁਰ ਦਿੱਤਾ ਕਿ ਹਾਂ ਅੰਬਿਆ ਕੋਲ ਤੁਹਾਡੀ ਗਲਤੀ ਹੋ ਸਕਦੀ ਹੈ ਵਹੀ ਦੇ ਵਿੱਚ। ਨਹੀਂ ਵਹੀ ਦੇ ਵਿੱਚ ਕਿਹੜੀ ਵਹੀ ਦੇ ਵਿੱਚ? ਜਲੀ ਵਹੀ ਦੇ ਵਿੱਚ, ਯਾਨੀ ਕੁਰਾਨ ਦੀ ਆਇਤ ਨਾਜ਼ਲ ਹੋਈ ਤੇ ਨਬੀ ਪਾਕ ਉਹਦੇ ਤੇ ਇਜਤਿਹਾਦ ਕਰਦੇ ਹਨ ਮਾਜ਼ਅੱਲਾ ਵਹੀ ਸਾਹਿਬ ਕੀ ਮੈਂ ਇੰਨੀ ਤਫਸੀਰ ਉਹਨਾਂ ਨੇ ਟੋਟਲ ਅੰਬਿਆ ਦੀ ਗੱਲ ਕੀਤੀ, ਉਹਨਾਂ ਨੇ ਇੰਨੀ ਤਫਸੀਰ ਨਾਲ ਗੱਲ ਨਹੀਂ ਕੀਤੀ। ਇੰਨੀ ਕਰ ਹੀ ਰਹੇ ਸੀ ਤੇ ਟਾਗ ਮਾਸਟਰ ਸਾਹਿਬ ਉੱਤੇ ਆ ਗਏ। ਉਹਨਾਂ ਨੇ ਆ ਕੇ ਸਵਾਲ ਕੀਤਾ ਬਈ ਸੈਣੀ ਸਾਹਿਬ ਕਿਆ ਇਲਹਾਮ ਹੋਣ ਦੇ ਵਕਤ ਕੋਈ ਗਲਤੀ ਲੱਗ ਸਕਦੀ ਹੈ, ਇਜਤਿਹਾਦੀ ਗਲਤੀ ਲੱਗ ਸਕਦੀ ਹੈ? ਉਹਨਾਂ 2-3 ਵਾਰੀ ਸਵਾਲ ਕੀਤਾ ਨਾ, ਸੈਣੀ ਸਾਹਿਬ ਗੋਲਮੋਲ ਕਰਕੇ ਨਹੀਂ ਬੋਲੇ। ਇਹ ਜਿਹੜਾ ਟਰੂਥ ਸੀਕਰ ਹੈ ਤੇ ਉਹ ਸਿੱਧੂ ਸਿਆਲਕੋਟੀ ਇਹ ਉਹਨਾਂ ਨੂੰ ਪੈ ਗਏ ਟਾਕ ਸੈਣੀ ਸਾਹਿਬ ਨੂੰ ਨਾ ਟਾਕ ਮਾਸਟਰ ਨੂੰ ਕਿ ਸੈਣੀ ਸਾਹਿਬ ਚੰਗਾ ਭਲਾ ਲੱਗਿਆ ਸੀ ਸਮਝਾਣ, ਤੁਸੀਂ ਇਹ ਸਵਾਲ ਆ ਕੇ ਕਿਉਂ ਕੀਤਾ? ਜੇ ਸਾਡੇ ਮਤਲਬ ਦੇ ਕੋਈ ਲਫ਼ਜ਼ ਉਹਨਾਂ ਦੇ ਮੂੰਹ 'ਚ ਨਿਕਲੇ ਨੇ ਤੁਸੀਂ ਸਾਰਾ ਗੇਮ ਹੀ ਖਰਾਬ ਕਰ ਦਿੱਤਾ। ਹਾਂ ਯਾਨੀ ਹੁਣ ਉਹ ਟਾਕ ਮਾਸਟਰ ਸਾਹਿਬ ਇਹਦੇ ਬਾਪ ਤੋਂ ਵੀ ਸ਼ਾਇਦ ਵੱਡੀ ਉਮਰ ਦੇ ਹੋਣੇ ਦੇ ਬਾਪ ਬਹੁਤ ਹੋ ਗਿਆ, ਲੇਕਿਨ ਇਹ ਵੀ ਉੱਥੇ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਇਹਨਾਂ ਨੇ। ਰਿਕਾਰਡਿੰਗ ਕਿਸੇ ਕੋਲ ਹੈ ਸੈਣੀ ਸਾਹਿਬ ਦੀ ਕੀ ਉਹਨਾਂ ਗੱਲ ਕੀਤੀ? ਮੈਂ ਪੁੱਛਣਾ ਜ਼ਾਹਿਦ ਭਾਈ ਕੋਲੋਂ, ਸ਼ਾਇਦ ਹੋਵੇ ਜ਼ਾਹਿਦ ਭਾਈ ਅਲੀ ਵਾਲਾ ਕਿਧਰੇ ਹੋਇਆ ਤੇ ਉਹਨਾਂ ਨਾਲ ਸਾਰੀ ਗੱਲ ਹੋਈ ਹੈ, ਉਹਨਾਂ ਨੂੰ ਪਤਾ ਹੈ। ਅਮਰ ਭਾਈ ਇੱਕ ਸਵਾਲ ਹੈ ਕਿ ਇਹ ਵਿਆਹ ਕਰਕੇ ਤੇ ਵੀਜ਼ੇ ਲੈ ਕੇ ਤੇ ਇਸ ਤਰ੍ਹਾਂ ਦੇ ਚੱਕਰਾਂ 'ਚ ਬੜੇ ਮਰਜ਼ਈ ਹੁੰਦੇ ਵੇਖੇ ਨਾ ਟਿਕਟਾਕ ਤੇ ਫਿਰ ਇਹਦੇ ਨਾਲ ਅੱਜ ਤੱਕ ਇਹੋ ਜਿਹਾ ਕੋਈ ਮਰਜ਼ਈ ਨਹੀਂ ਦੇਖਿਆ ਜਿਹੜਾ ਕਵੇ ਕਿ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਤੇ ਮਰਜ਼ਈ। ਕਿਤਾਬਾਂ 'ਚ ਜੋ ਕੋਈ ਲਿਖਿਆ ਉਹ ਪੜ੍ਹ ਕੇ ਮਰਜ਼ਈ ਹੁੰਦਾ, ਬੰਦਾ ਮਰਜ਼ਾਈਅਤ ਵੀ ਛੱਡ ਜਾਂਦਾ। ਵਲੀਦ ਭਾਈ ਮੌਜੂਦ ਹੋ? ਇੱਕ ਗੱਲ ਤੁਹਾਡੇ ਨਾਲ ਕਰਨੀ ਮੈਨੂੰ ਯਾਦ ਹੈ ਤੁਹਾਡਾ ਕੰਮ ਜੀ ਅਮਰ ਭਾਈ ਉਹ ਨਾ ਮੈਂ ਸਵੇਰ ਦਾ 2 ਵਾਰੀ 3 ਵਾਰੀ ਆਸਰਾ ਲਿਆ, ਲੇਕਿਨ ਸਵੇਰੇ ਉੱਠਦੇ ਹੀ ਰੋਜ਼ ਮੈਂ ਸਵੇਰੇ ਤਕਰੀਬਨ ਨਹਾਉਂਦਿਆਂ ਹੀ ਸੋਚਦਾ ਪਿਆ ਹੁੰਨਾ ਬਈ ਇਹ ਵੀਡੀਓ ਬਣਾਉਣੀ ਹੈ ਜਾਂ ਉਹ ਗੱਲ ਵੇਖਣੀ ਹੈ ਜਾ ਕੇ, ਤੇ ਉਹ ਰੋਜ਼ ਹੀ ਇਹ ਹੁੰਦਾ ਹੈ ਤੇ ਜਿਉਂ ਹੀ ਮੋਬਾਈਲ ਫੜ ਲਓ ਨਮਾਜ਼ ਪੜ੍ਹਨ ਤੋਂ ਬਾਅਦ ਅਜ਼ਕਾਰ ਕਰਨ ਤੋਂ ਬਾਅਦ ਜਿਉਂ ਹੀ ਮੋਬਾਈਲ ਫੜੋ ਅੱਗੇ ਕੋਈ ਨਾ ਕੋਈ ਕੱਟਾ ਖੁੱਲਿਆ ਹੁੰਦਾ ਨਵਾਂ, ਕਿਹੜੇ ਲਾਲਾ ਹੋਈ ਹੁੰਦੀ ਸ਼ੁਰੂ। ਉਹ ਗੱਲ ਹੀ ਕੰਮ ਹੀ ਸਾਰਾ ਜਿਹੜਾ ਨਾ ਉਹ ਧਰਾ ਰਹਿ ਜਾਂਦਾ। ਉੱਥੇ ਸਿਗਨਲ ਘੱਟ ਹੁੰਦੇ ਨੇ ਸੁਬਾਹ ਤੇ ਮੈਂ ਕੋਈ ਆਪਣਾ ਕੰਮ ਲੱਗਾ ਸੀ, ਮੈਨੂੰ ਉਸ ਵੇਲੇ ਕਰ ਲੈਣਾ ਚਾਹੀਦਾ ਸੀ, ਲੇਕਿਨ ਮੈਂ ਉਹ ਵੀਡੀਓ ਐਡਿਟ ਪੈ ਕਰਦਾ ਸੀ ਤੇ ਉਹ ਤਾਂ ਹੀ ਤੇ ਅੱਧਾ ਦਿਨ ਰੌਲਾ ਪੈ ਗਿਆ। ਇਹ ਵੇਖੋ ਭੇਡਾਂ ਦੇ ਵਿੱਚ ਊਠ ਚੋਰਨ ਲੱਗੇ ਆ, ਵੇਖ ਲਓ ਸਾਂ ਪਛਾਣ ਲਿਆ ਭੇਡਾਂ ਦੇ ਵਿੱਚ ਊਠ ਸਿਆਣ ਲਿਆ ਜੇ ਆਪਣਾ ਰਾਜਾ ਸਾਹਿਬ ਸਵੇਬ ਰਾਜਾ ਭਾਈ ਮੁਸਲਮਾਨਾਂ ਨੇ ਨਾ ਭੇਡਾਂ ਚ ਊਠ ਸਿਆਣਿਆ ਸਵੇਰੇ। ਭੇਡਾਂ ਚ ਊਠ ਸਿਆਣ ਬੜੀ ਨਜ਼ਰ ਜਿਹਨਾਂ ਦੀ ਮੁਸਲਮਾਨ। ਤੁਸੀਂ ਕਿਸ ਸਮਝਦੇ ਮੁਸਲਮਾਨ? ਫੁੱਦੂ ਮੁਸਲਮਾਨ ਸਮਝਦੇ ਮੁਸਲਮਾਨ? ਉਕਾਬ ਵਾਲੀ ਨਜ਼ਰ ਹੈ। 7000 ਫੁੱਟ ਦੀ 7,500 ਕਿਲੋਮੀਟਰ ਦੀ ਬੁਲੰਦੀ ਤੋਂ ਇਹਨਾਂ ਨੇ ਵੇਖਿਆ ਤੇ ਭੇਡਾਂ ਦੇ ਵਿੱਚ ਇੱਕ ਊਠ ਬੈਠੂਦਾ ਸੀ, ਨਸਿਆਣ ਲੈਣਾ ਚਾਹੋ ਭੇਡਾਂ ਚ ਊਠ। ਉਹ ਵੀ ਕੈਸਾ ਬਲੰਗ ਪਾਇਆ ਗਿਆ ਉਕਾਬ ਅਹਿਮਦ। ਕੀ ਬਾਤ ਹੈ, ਭੇਡਾਂ ਚ ਊਠ ਸਿਆਣ ਲਿਆ। ਅੱਛਾ ਉਹ ਸਵੇਰੇ ਰੌਲਾ ਪਾਇਆ ਸੀ ਉਹ ਊਠ ਸਿਆਣ ਲਿਆ ਭੇਡਾਂ ਚ। ਰੰਗ ਵਾਲਾ ਸੀ ਜਾਂ ਬਗੈਰ ਰੰਗ ਤੋਂ? ਪੁੱਛੋ ਇਹਨਾਂ ਨੂੰ ਜਾ ਕੇ, ਮੈਂ ਤੇ ਸੁਣ ਕੇ ਪਰਾਂ ਹੋ ਆਇਆ। ਉਹ ਮੈਨੂੰ ਹੀ ਗਾਲਾਂ ਕੱਢਣ ਸ਼ੁਰੂ ਹੋ ਜਾਂਦੇ ਨੇ ਕਈ ਬੰਦੇ। ਮੈਂ ਕਿਹਾ ਮੈਂ ਪੇਸ਼ਗੋਈ ਵੀ ਕਰ ਦਿਆਂ ਕਿ 1-2 ਦਿਨ ਚ ਇੱਕ ਐਸਾ ਮਰਜ਼ਈ ਉੱਠਣਾ ਹੈ, ਉਹਨੇ ਕਹਿਣਾ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਮਰਜ਼ਈ ਹੋਇਆ। ਇਹੋ ਜਿਹਾ ਕੋਈ ਬੰਦਾ ਤਲਾਸ਼ ਕਰੋ ਵਾਕਈ। ਨਹੀਂ ਬੰਦਾ ਦੁਨੀਆ ਤੇ ਮੌਜੂਦ ਹੀ ਨਹੀਂ। ਹੋਣਾ ਕਿਸੇ ਹੋਰ ਚੱਕਰ ਚ ਮਰਜ਼ਈ ਹੈ ਜਾਂ ਪਦਾਇਸ਼ੀ ਹੋਣਾ ਤੇ ਉਹਨੇ ਦਾਵਾ ਇਹ ਕਰ ਦੇਣਾ ਕਿ ਮੈਂ ਉੱਥੇ ਬਰਾੜ ਤੇ ਸੁਣਿਆ ਸੀ ਕਿ ਮੁਸਲਮਾਨ ਪੇ ਕਹਿੰਦੇ ਸੀ ਤੇਰੀ ਇਹੋ ਜਿਹਾ ਕੋਈ ਮਰਜ਼ਈ ਨਹੀਂ ਲੱਭਾ ਜਿਹੜਾ ਕਵੇ ਮੈਂ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਪੜ੍ਹ ਕੇ ਮਰਜ਼ਈ ਹੋਇਆ ਤੇ ਮੈਂ ਆਉਂ। ਸਾਡੇ ਜੀਵਦਿਆਂ ਉਹ ਕਰੇਗਾ ਦਾਵਾ ਤੇ ਅਸੀਂ ਕਿਹੜਾ ਕਿ ਮਰ ਗਏ ਆ। ਜੇ ਸਾਡੇ ਜੀਵਦਿਆਂ ਕੀਤਾ ਸੀ ਤੇ ਅਸੀਂ ਉਹਨੂੰ ਫਿਲਟਰ ਐਸਾ ਕਰਾਂਗੇ ਇਨਸ਼ਾਅੱਲਾ ਕਿ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ 5 ਮਿੰਟਾਂ 'ਚ। ਕਿਸ ਤਰ੍ਹਾਂ ਦੱਸ ਸਕਦਾ ਹੈ? ਮੈਂ ਕਿਤਾਬਾਂ ਪੜ੍ਹ ਕੇ ਇੱਕ ਸਵਾਲ ਮੋਟਾ ਜਿਹਾ ਮੈਂ ਕਰਾਂ। ਉਹ ਨਾ ਸੈਫੀ ਦੀ ਬਰੋਡ ਦੇ बीबी बेटी बीबी है कि बेटी ने आखा मैं सैफी भाई को सुन के मैंने जमात अहमदिया कबूल की है ते मैं सैयद होती हूँ वैसे तो मैं ना कुदरती उन्हें काल चुक ली। मैं जी माशाल्लाह तुहानू मुबारक होवे बहुत बहुत तुसा मरज़ियत कबूल
ਕੀਤੀ ਹੈ। ਮੈਂ ਜੀ ਪੁੱਛੋ ਸੌਰੀ ਯਾਦ ਜੀ ਪੁੱਛੋ। ਮੈਂ ਕਿਹਾ ਜੀ ਮੈਨੂੰ ਇਹ ਦੱਸ ਸਕਦੇ ਹੋ ਕਿਹੜੇ ਸੈਯਦ ਹੁੰਦੇ ਹੋ ਤੁਸੀਂ? ਲੋ ਜੀ ਬੀਬੀ ਨਾ ਆਵੇ ਨਾ ਜਾਵੇ 2-3 ਮਿੰਟ ਬਾਅਦ ਆ ਕੇ ਅਸੀਂ ਨਮਾਜ਼ੀ ਸੈਯਦ ਹੁੰਦੇ ਆ। ਮੈਂ ਕਿਹਾ ਕਿਹੜੇ ਸੈਯਦ ਆ ਗਏ ਨੇ ਜੀ ਜਿਹੜੇ ਨਮਾਜ਼ੀ ਸੈਯਦ ਹੁੰਦੇ ਨੇ? ਮਤਲਬ ਸਦਾਤ ਉਹ ਯਾਨੀ ਕਿ ਐਡਾ ਕੁ ਵੱਡਾ ਉੱਥੇ ਉਹ ਝੂਠ ਬੋਲਣ ਲੱਗੇ। ਉਹ ਬੀਬੀ ਆਪਣੇ ਆਪ ਨੂੰ ਸੈਯਦ ਦੱਸ ਸਕੇ ਜੇ ਅਸੀਂ ਸਦਾਤ ਘਰਾਣੇ ਤੋਂ ਆ ਤੇ ਮੈਂ ਜਮਾਤੇ ਅਹਿਮਦੀਆ ਕਬੂਲ ਕਰ ਲਈ, ਸੈਫੀ ਦੀ ਸੁਣ ਕੇ ਤਬਲੀਗ। ਮਤਲਬ ਝੂਠ ਦੀ ਵੀ ਕੋਈ ਹੱਦ ਹੁੰਦੀ ਹੈ। ਐਣੀ ਝੂਠੋ ਝੂਠ ਸੁਤਾਲੀਆਂ ਨੇ ਜਬ ਉਹਨੂੰ ਪੁੱਛਣਾ ਹੀ ਇੰਜ ਇਹਦਾ ਕੀ ਮਤਲਬ ਹੈ, ਇਹਦਾ ਕੀ ਮਤਲਬ ਹੈ ਸੈਯਦ ਹੋਣਾ, ਇਹਦਾ ਕੀ ਮਤਲਬ ਹੈ? ਬਸ ਇੰਨਾ ਲਫ਼ਜ਼ ਪਤਾ ਹੀ ਨਹੀਂ ਇਹਦਾ ਕੀ ਮਤਲਬ ਹੈ। ਉਹ ਨਹੀਂ ਜਦੋਂ ਮੈਂ ਉਹਦੇ ਕੋਲੋਂ ਪੁੱਛ ਲਿਆ ਮੈਨੂੰ ਦੱਸ ਦਿੰਦੀ ਕਾਜ਼ਮੀ ਬੁਹਾਰੀ ਜਾਂ ਨਕਵੀ ਅਲਵੀ ਜੋ ਵੀ ਸੀ, ਠੀਕ ਹੈ, ਪਤਾ ਲੱਗ ਜਾਂਦਾ ਨਾ ਕਿਹੜੇ ਸੈਯਦ ਨੇ ਜੀ ਤੁਸੀਂ। ਉਹਨੇ ਆਖਿਆ ਜੀ ਮੈਂ ਨਮਾਜ਼ੀ। ਮੈਂ ਕਿਹਾ ਨਮਾਜ਼ੀ ਮੈਂ ਵੀ ਆ। ਇਸ਼ਾਰੇ ਦਾ ਪਤਾ ਹੀ ਨਾ, ਇਸ਼ਾਰੇ ਦਾ ਪਤਾ ਹੀ ਕਿ ਨਹੀਂ ਪਤਾ। ਮੈਂ ਗੱਡੀ ਚਲਾ ਰਿਹਾ ਤਾਂ ਮੈਂ ਨਹੀਂ ਵੇਖਿਆ। ਜਿਸ ਤਰ੍ਹਾਂ ਆਪ ਸਰਕਾਰ ਨੇ ਮੌਲਾ ਅਲੀ ਦਾ ਹੱਥ ਫੜ ਕੇ ਉੱਤੇ ਕੀਤਾ ਸੀ। ਬਿਲਕੁਲ ਮਨ ਕੁਲ ਤੋਂ ਮੌਲਾ ਫਹਾਜ਼ ਅਲੀ। ਅੱਜ ਸਵੇਰ ਆਮਿਰ ਭਾਈ ਉਹ ਮੀਆਂ ਸਾਹਿਬ ਦੀ ਬਰੋਡ ਆਨ ਹੋ ਗਈ ਹੈ ਨਾ ਦੁਬਾਰਾ, ਉਹ ਲਾ ਰਹੇ ਨੇ ਅੱਜ ਕੱਲ ਬਰੋਡ। ਤੇ ਉੱਥੇ ਮੈਂ ਸਵੇਰ ਸੁਣਦਾ ਪਿਆ ਸੀ, ਉੱਥੇ ਨਾ ਕਾਫੀ ਦੇਰ ਗੱਲ ਹੁੰਦੀ ਰਹੀ ਆ ਫਤਿਹ ਇਸਲਾਮ ਦੀ ਤੇ ਨਾਲ ਇੱਕ ਨਾ ਆਪਣੇ ਹੈ ਨਾ ਕਲਾਊਡ ਸਰਫਰ ਰਾਜਾ ਸਾਹਿਬ, ਉਹਨਾਂ ਦੀ ਗੱਲ ਕਾਫੀ ਦੇਰ ਉੱਥੇ ਗੱਲ ਹੁੰਦੀ ਰਹੀ ਆ। ਤੇ ਉੱਥੇ ਫਤਿਹ ਇਸਲਾਮ ਸਾਹਿਬ ਇੱਕ ਸਵਾਲ ਉਹਨਾਂ ਨੂੰ ਬਾਰ-ਬਾਰ ਪੁੱਛ ਰਹੇ ਸੀ ਕਿ ਅੱਲਾਹ ਤਾਲਾ ਜਿਹੜਾ ਹੈ ਨਾ ਉਹ ਕਲਾਮ ਕਰਦਾ ਵਾ ਲੋਕਾਂ ਦੇ ਨਾਲ ਤੇ ਉਹ ਕਰਦਾ ਰਹੇਗਾ ਕਲਾਮ। ਇਸ ਤੋਂ ਇਸਤਦਲਾਲ ਲੈ ਰਹੇ ਸੀ ਕਿ ਨਬੀ ਵੀ ਆਉਂਦੇ ਰਹਿਣਗੇ ਕਿਉਂਕਿ ਅੱਲਾਹ ਕਲਾਮ ਕਰਦਾ ਹੈ, ਇਸ ਲਈ ਨਬੀ ਵੀ ਆਣਗੇ। ਤੇ ਕਲਾਊਡ ਸਰਫਰ ਰਾਜਾ ਸਾਹਿਬ ਜਿਹੜੇ ਸਨ ਉਹ ਦਲੀਲ ਦਿੰਦੇ ਪਏ ਸਨ ਕਿ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਵਾ ਕਿ ਬਨੀ ਇਸਰਾਈਲ ਦੀ ਜਿਹੜੀ ਮਤਲਬ ਸਿਆਸਤ ਸੀ ਨਾ ਉਹਨਾਂ ਦੇ ਅੰਬੀਆ ਦੇ ਕੋਲ ਹੁੰਦੀ ਸੀ ਤੇ ਇੱਕ ਨਬੀ ਤੇ ਜਾਣ ਤੋਂ ਬਾਅਦ ਦੂਸਰਾ ਨਬੀ ਆ ਜਾਂਦਾ ਸੀ ਫੌਰਨ ਹੀ। ਤੇ ਮੇਰੇ ਬਾਅਦ ਜਿਹੜਾ ਵਾ ਉਹ ਕੋਈ ਨਬੀ ਨਹੀਂ ਹੈਗਾ, ਸਿਰਫ ਖੁਲਫਾ ਹੋਣਗੇ ਇਸ ਉਮਤ ਵਾਸਤੇ। ਤੇ ਇਹਦੇ ਉੱਤੇ ਥੋੜੀ ਰੋਸ਼ਨੀ ਪਾਓ ਕਿ ਇਹ ਜਿਹੜੀ ਗੱਲ ਹੈ ਬਾਰ-ਬਾਰ ਕਰਦੇ ਆ ਕਿ ਅੱਲਾਹ ਪਾਕ ਜਿਹੜਾ ਵਾ ਉਹ ਕਲਾਮ ਕਰਦਾ ਵਾ ਤੇ ਕਲਾਮ ਕਰਦਾ ਰਹੇਗਾ, ਕਿ ਕਲਾਮ ਕਰਨ ਦੀ ਵਜ੍ਹਾ ਤੋਂ ਨਬੀ ਵੀ ਬਣਦੇ ਰਹਿਣਗੇ? ਇਹ ਦਲੀਲ ਕਿੱਥੇ ਆ? ਅਸਲ ਦੇ ਵਿੱਚ ਇਹ ਸਾਰਾ ਉਹੀ ਖਿਲਵਾੜ ਹੈ ਜਿਸ ਤਰ੍ਹਾਂ ਰਾਤੀ ਅਬਦੁਲ ਬਾਸਤ ਲੱਗਿਆ ਸੀ ਨਾ ਸੂਰਾ ਅਲ ਇਮਰਾਨ ਦੀ। ਪਤਾ ਨਹੀਂ ਕਿੰਨੇ ਨੰਬਰ ਆਏ ਸੀ, 21 ਨੰਬਰ ਆਏ ਸੀ, 21 ਨੰਬਰ ਤੇ 22 ਨੰਬਰ। ਕਹਿੰਦਾ ਸੀ ਇਹਦੇ ਤੋਂ ਇਜਰਾਏ ਨਬੂਵਤ ਸਾਹਿਬ ਦੇ ਨਾਲ ਇਮਾਮ ਫਖਰੁਦੀਨ ਰਾਜ਼ੀ ਨੂੰ ਖਿਲਾਰਦਾ ਪਿਆ ਕਿ ਉਹ ਵੀ ਇਸ ਗੱਲ ਦੇ ਕਾਇਲ ਸਨ ਕਿ ਕਿਆਮਤ ਤੱਕ ਜਾਰੀ ਰਹੇਗਾ ਇਹ ਸਿਲਸਿਲਾ। ਇਹ ਸਾਰਾ ਤਮਾਸ਼ਾ ਹੈ, ਇਹ ਸਾਰਾ ਖਿਲਵਾੜ ਹੈ। ਗੱਲ ਮੁਖਤਸਰ ਇਹ ਵੇ ਕਿ ਅੱਲਾਹ ਤਾਲਾ ਬੰਦਿਆਂ ਨਾਲ ਉਹਨਾਂ ਦੀ ਯਾਨੀ ਰਹਿਨੁਮਾਈ ਵਾਸਤੇ ਅਗਰ ਲਕਾ ਕਰਦਾ ਹੈ ਜਾਂ ਉਹਨਾਂ ਨੂੰ ਮੁਬਸ਼ਰਾਤ ਦੇ ਜ਼ਰੀਏ, ਜਿਸ ਤਰ੍ਹਾਂ ਨਬੀ ਪਾਕ ਨੇ ਫਰਮਾਇਆ ਕਿ ਨਬੂਵਤ ਖਤਮ होगी सिवाय मुबशरात इल्ला मुबशरात। अच्छा साहबा ने मुबशरात मुराद की तो आपने फरमाया कि सच्चा ख्वाब वगैरह के जरिए किसी को कोई हल्का हो जाए या ख्वाब सच्चा आ जाए तो बस ਇਹਦੇ ਤੋਂ ਇਲਾਵਾ और अल्लाह ताला ने ਜਿਹੜਾ कलाम करना ਨਬੀਆਂ ਨਾਲ ਜਿਹੜਾ ਸਿਲਸਿਲਾ ਸੀ ਬੰਦ ਹੋ ਗਿਆ। ਅੰਬੀਆ ਨਾਲ ਦੇਖੋ ਨਾ ਕਲਾਮ ਦੇ ਵੀ ਤੇ ਕੈਟਾਗਰੀਜ਼ ਹੋ ਸਕਦੀਆਂ ਨੇ ਨਾ। ਅੱਲਾਹ ਤਾਲਾ ਅੱਜ ਵੀ ਕਿਸੇ ਨੂੰ ਖਾਬ ਦਿਖਾ ਸਕਦਾ ਹੈ, ਦਿਲ ਚਲਕਾ ਕਰ ਸਕਦਾ ਹੈ, ਲੇਕਿਨ ਜਿਹੜਾ ਦੂਸਰਿਆਂ ਵਾਸਤੇ ਮੈਸੇਜ ਦੇਣਾ ਹੈ ਨਾ ਉਹ ਬੰਦ ਕਰ ਦਿੱਤਾ ਕਿ ਵਲੀਦ ਨੂੰ ਅੱਲਾਹ ਤਾਲਾ ਨੇ ਹਲਕਾ ਕੀਤਾ ਹੈ ਜਾਂ ਸੁਨੇਹਾ ਦਿੱਤਾ ਹੈ ਤੇ ਸੁਨੇਹਾ ਅਮਰ ਵਾਸਤੇ ਦੇ ਤੇ ਵਲੀਦ ਆ ਕੇ ਕਹਿੰਦਾ ਵੀ ਅਮਰ ਤੇਰੇ ਵਾਸਤੇ ਇਹ ਸੁਨੇਹਾ ਹੈ ਅੱਲਾਹ ਤਾਲਾ ਨੇ ਮੇਰੇ ਤੇ ਵਹੀ ਨਾਜ਼ਿਲ ਕੀਤੀ। ਇਹ ਵੇ ਨਬੀ ਦਾ ਉਹਦਾ, ਇਹ ਸਿਰਫ ਨਬੀ ਦੇ ਜ਼ਿੰਮੇ ਨੇ। ਨਬੀ ਕਹਿ ਸਕਦਾ ਹੈ ਕਿ ਮੈਨੂੰ ਅੱਲਾਹ ਤਾਲਾ ਨੇ ਇਹ ਪੈਗਾਮ ਦੇ ਕੇ ਭੇਜਿਆ। ਉਹ ਕਲਾਮ ਉਹ ਪੈਗਾਮ ਦੇ ਕੇ ਭੇਜਣਾ ਉਹ ਬੰਦ ਹੋ ਗਿਆ। ਲੇਕਿਨ ਉਂਝ ਖਾਬ ਵਗੈਰਾ ਅਲਕਾ ਵਗੈਰਾ ਕਿਸੇ ਨੂੰ ਹੋ ਸਕਦਾ। ਸਾਡਾ ਅਕੀਦਾ ਇੰਨਾ ਹੀ ਹੈ। ਲੇਕਿਨ ਮਿਰਜ਼ਾਈਅਤ ਮੈਂ ਤੁਹਾਨੂੰ ਦੱਸਿਆ ਕਿ ਐਸੇ ਦਜਲ ਔਰ ਫਰੇਬ ਦਾ ਨਾਂ ਹੈ। ਇੱਕ ਮਾੜੀ ਜੀ ਕਿਸੇ ਗੱਲ ਤੋਂ ਨਾ ਲੈ ਕੇ ਨਾ ਉਹ ਐਸੀ ਗੁੰਮਰਾਹੀ ਫੈਲਾਣਗੇ, ਐਸੀ ਬੰਦੇ ਨੂੰ ਠੋਕਰ ਲਵਾਉਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਖਿਆਲ ਹੈ ਜਿਹੜੇ ਮੇਲਿਆਂ ਤੇ ਠੇਲਿਆਂ ਤੇ ਆਏ ਹੁੰਦੇ ਨੇ ਨਾ ਉਹ ਜੇਬ ਤਲਾਸ਼, ਉਹ ਵੀ ਨੌਸਰਬਾਜ਼ ਤੇ ਠੱਗ, ਉਹ ਵੀ ਇਹੋ ਜਿਹੀ ਹਰਕਤ ਨਹੀਂ ਕਰਦੇ ਜਿਸ ਤਰ੍ਹਾਂ ਮਿਰਜ਼ਾ ਕਾਦੀਆਨੀ ਨੇ
ਸ਼ੇਖ ਬਟਾਲਵੀ ਨਾਲ ਮੁਨਾਜ਼ਰਾ ਕਰਦੇ ਆ ਉੱਥੇ ਲੁਧਿਆਣੇ ਦੇ ਵਿੱਚ। ਇਹ ਆਖਿਆ कि नबी अलैहिस्सलातु वस्सलाम कहते थे, फरमाते थे कि मैं डरता हूं इब्ने सयाद के दजाल होने से। तो अंदाजा लो, गल तो थोड़ी जी में फर्क पाया है कि सहाबी दा कौल से उन्होंने नबी दा कौल बना दिता है। एक सहाबी दा कौल है वो भी ज़ईफ है, वो भी सही साबित नहीं, सनद उसदी भी सही नहीं है, उन्होंने नबी पाक दा कौल बना दिता है। शरह सुन्ना में जो लिखा हुआ है ना, हाँ जी मैं पढ़िया। हाँ जी, वो शरह सुन्ना दी रिवायत वो भी ज़ईफ है, सही नहीं है। ਉਹਨੂੰ ਨਬੀ ਪਾਕ ਦਾ ਕੋਲ ਬਣਾ ਕੇ ਤੇ ਬੇੜਾ ਹੀ ਗਰਕ ਕਰ ਛੜਿਆ ਦੀਨ ਦਾ, ਤੇ ਵਾਰਦਾਤ ਹੀ ਬੜੀ ਵੱਡੀ ਸਾਰੀ ਪਾਛੜੀ ਤੇ ਆਖਿਆ ਕੀ ਇਹ ਸਾਬਤ ਕੀ ਕੀਤਾ ਕਿ ਨਬੀ ਪਾਕ ਅਲੈਹਿਸਸਲਾਤੁ ਵਸਸਲਾਮ ਨੂੰ ਹੀ ਪਤਾ ਨਹੀਂ ਲੱਗਾ ਦਜਾਲ ਦਾ, ਕਿ ਉਹਨਾਂ ਨੇ ਆਖਿਆ ਬਈ ਮੈਂ ਕਰਨਾ ਕਿ ਇਬਨ ਸਯਾਦ ਦੇ। ਸੋ ਮਾਮੂਲੀ ਜਿਹਾ ਫਰਕ ਪਾਣਗੇ ਤੇ ਉਹਦੇ ਨਾਲ ਇੰਨਾ ਵੱਡਾ ਵਾਕਿਆ ਕਰਨ ਦੀ ਕੋਸ਼ਿਸ਼ ਕਰਨਗੇ, ਐਡੀ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕੋਈ ਨੌਸਰਬਾਜ਼ ਤੇ ਠੱਗ ਵੀ ਹਰਕਤ ਨਹੀਂ। ਅਸੀਂ ਮੰਨਦੇ ਹਾਂ ਕਿ ਅੱਲਾਹ ਤਾਲਾ ਕਿਸੇ ਨੂੰ ਅਲਕਾ ਕਰ ਸਕਦਾ ਹੈ, ਕਿਸੇ ਨੂੰ ਖਾਬ ਸੱਚਾ ਦਿਖਾ ਸਕਦਾ ਹੈ। ਇਹ ਹੀ ਹਦੀਸ ਤੋਂ ਸਾਬਤ, ਕੁਰਾਨ ਤੋਂ ਸਾਬਤ। ਇਹਦੇ ਤੋਂ ਬਾਅਦ ਕਿਸੇ ਨੂੰ ਅੱਲਾਹ ਤਾਲਾ ਦੀ ਵਹੀ ਕਿਸੇ ਦੂਸਰੇ ਕੌਮ ਵਾਸਤੇ, ਆਵਾਮ ਵਾਸਤੇ, ਉਹ ਨਬੂਵਤ ਦੇ ਉਹਦੇ ਵਾਸਤੇ ਉਹ ਬੰਦ ਹੋ, ਨਾ ਉਹ ਕਲਾਮ ਹੈ ਨਾ ਉਹਦਾ ਹੈ। ਆਮਰ ਭਾਈ ਇਸ਼ਤਿਹਾਰਾ ਵੀ ਇਸੇ ਰੰਗ ਯਾਨੀ ਕਿ ਮਾਨੀ ਚ ਆਉਂਦਾ ਜਿਹੜਾ ਇਸ਼ਤਿਹਾਰਾ ਕੀਤਾ ਜਾਂਦਾ। ਇਸ਼ਤਿਹਾਰਾ ਸਹਾਰਾ ਪੁੱਛਣ ਦਿਆ ਜੀ। ਇਸਤਖਾਰਾ, ਜਿਹੜਾ ਇਸਤਖਾਰਾ ਮੈਂ ਵੀ ਨਾ ਵੈ ਕਵਾਂ ਸੌਰੀ ਇਸ਼ਤਿਹਾਰਾ ਹੈ ਨਾ ਜਿਹੜਾ, ਇਹ ਇਸਤਿਖਾਰੇ ਦੇ ਨਾਂ ਤੇ ਡਰਾਮੇਬਾਜ਼ੀ ਪਾਕਿਸਤਾਨ 'ਚ ਵੀ ਹੁੰਦੀ ਹੈ ਨਾ। ਇਹ ਸਭ ਝੂਠ, ਫਰਾਡ ਤੇ ਮਕਰ ਹੈ। ਇਸਤਿਖਾਰਾ ਇਸ ਤਰ੍ਹਾਂ ਦਾ ਹੈ ਹੀ ਨਹੀਂ। ਜਿਹੜਾ ਇਸਤਿਖਾਰਾ ਰਸੂਲullah ਨੇ ਦੱਸਿਆ ਉਹ ਤੇ ਇਹ ਚੀਜ਼ ਹੀ ਨਹੀਂ ਹੈ। ਜੇ ख्वाब 'ਚ ਨੀਲੀ ਰੋਸ਼ਨੀ ਨਜ਼ਰ ਆਏਗੀ, ਬਾਬਾ ਜੀ ਨਜ਼ਰ ਆਉਣਗੇ, ਪਾਣੀ ਨਜ਼ਰ ਆਏਗਾ, ਇਹ ਸਭ ਝੂਠ, ਫਰਾਡ ਤੇ ਮਕਰ ਹੈ। ਇਹੋ ਜਿਹੀਆਂ ਚੀਜ਼ਾਂ ਫਿਰ ਦਜਾਲ ਇਹੋ ਜਿਹੇ ਲੋਕ ਪੈਦਾ ਕਰਦੀਆਂ, ਤੌਹਮਾਤ ਜਿਹੜੀਆਂ ਸੁਪਰਸਟੀਸ਼ਨਸ ਜੀ। ਜੇ ਉਹ ਆਪਣੀ ਜ਼ਾਤ ਵਾਸਤੇ ਹੋਵੇ ਨਾ, ਅਗਰ ਕੋਈ ਬੰਦਾ ਕਿਸੇ ਨੂੰ ਅੱਲਾਹ ਤਾਲਾ ਖਾਬ ਦਿਖਾ ਦਿੰਦਾ ਸੱਚਾ, ਤੇ ਉਹਦੀ ਜ਼ਾਤ ਵਾਸਤੇ ਉਹ ਕਿਸੇ ਵਾਸਤੇ ਹੁਜਤ ਤੇ ਨਹੀਂ ਹੈ ਨਾ। ਉਹਦੇ ਵਾਸਤੇ ਵੀ ਕਿ ਉਹਨੂੰ ਅੱਲਾਹ ਤਾਲਾ ਨੇ, ਉਹ ਵੀ ਉਦੋਂ ਜਦੋਂ ਉਹ ਸੱਚਾ ਸਾਬਤ ਹੋ ਜੇ ਤੇ ਫਿਰ ਉਹ ਇਹ ਦਾਅਵਾ ਕਰ ਸਕਦਾ ਕਿ ਹਾਂ ਅੱਲਾਹ ਤਾਲਾ ਨੇ ਮੇਰੀ ਰਹਿਨੁਮਾਈ ਕਰ ਦਿੱਤੀ ਸੀ, ਮੈਨੂੰ ਜੋ ਖਾਬ 'ਚ ਨਜ਼ਰ ਆਇਆ ਸੀ ਮੈਂ ਉਹਦੇ ਮੁਤਾਬਕ ਐਕਟ ਕੀਤਾ ਔਰ ਮੈਨੂੰ ਉਹ ਸਹੀ ਲੱਗਾ ਸੀ ਤੇ ਅੱਲਾਹ ਤਾਲਾ ਨੇ ਮੇਰੀ ਮਦਦ ਕੀਤੀ, ਰਹਿਨੁਮਾਈ ਕੀਤੀ। ਬਸ ਇਹਦੇ ਤੋਂ ਬਾਅਦ ਕੁਝ ਵੀ ਨਹੀਂ ਹੈ ਕਿ ਉਹ ਕਵੇ ਕਿ ਮੈਨੂੰ ਅੱਲਾਹ ਤਾਲਾ ਨੇ ਆਖਿਆ ਕਿ ਅਬੂ ਬਕਰ ਨੂੰ ਜਾਂ ਫਲਾਣੇ ਨੂੰ ਜਾ ਕੇ ਮੈਸੇਜ ਦੇ ਦੇ। ਇਹਦੇ ਹੀ ਤਾਂ ਨਾਂ ਨਬੂਵਤ ਹੈ। ਪੈਗਾਮ ਬੰਦਿਆਂ ਵਾਸਤੇ ਕਿਸੇ ਬੰਦੇ ਨੂੰ ਦੇ ਕੇ ਘੱਲਣਾ, ਰਸਾਲਤ ਇਹਨੂੰ ਹੀ ਕਹਿੰਦੇ। ਮਿਰਜ਼ਾ ਕਾਦੀਆਨੀ ਨੇ ਨਹੀਂ ਆਖਿਆ ਨਾ, ਅਰਬੀ ਤੇ ਅੱਜ ਵੀ ਆਪਣੇ ਜਿਹੜਾ ਕਲਾਮ 'ਚ ਮੁਰਸਲ ਦਾ ਜਿਹੜਾ ਲਫ਼ਜ਼ ਇਸਤੇਮਾਲ ਕਰਦੇ ਨੇ, ਉਹਦੇ ਤੋਂ ਬਰਾਦ ਹੈ ਹੀ ਪੈਗਾਮ ਲੈ ਕੇ ਜਾਣ ਵਾਲਾ। ਪੈਗਾਮ ਲੈ ਕੇ ਜਾਣ ਵਾਲਾ ਸਿਲਸਿਲਾ ਖਤਮ ਹੋ ਗਿਆ। ਕੋਈ ਕਿਸੇ ਨੂੰ ਪੈਗਾਮ ਅੱਲਾਹ ਦੀ ਤਰਫੋਂ ਨਹੀਂ ਦੇ ਸਕਦਾ ਸਿਵਾਏ ਉਸ ਪੈਗਾਮ ਦੇ ਜਿਹੜਾ ਮਹਿਫੂਜ਼ ਹੈ, ਬਸ ਜਿਹੜਾ ਆਲਰੇਡੀ ਮੌਜੂਦ ਹੈ, ਕੁਰਾਨ ਔਰ ਹਦੀਸ। ਉਹ ਤੁਸੀਂ ਪੈਗਾਮ ਮੈਨੂੰ ਦਿਓ, ਮੈਂ ਤੁਹਾਨੂੰ ਦੇਵਾਂ। ਕੁਰਾਨ 'ਚ ਇਹ ਲਿਖਿਆ, ਹਦੀਸਾਂ 'ਚ ਇਹ ਆਉਂਦਾ, ਸੁਨਨਤ ਇਸ ਤਰ੍ਹਾਂ ਸਭ ਇਹ ਪੈਗਾਮ ਦੇ ਸਕਦੇ ਹੋ। ਲੇਕਿਨ ਕੋਈ ਬੰਦਾ ਗਾਇਬ ਤੋਂ ਖਬਰ ਪਾ ਕੇ ਕਿਸੇ ਦੂਜੇ ਨੂੰ ਦਵੇ ਤੇ ਆਖਿਆ ਤੇਰੇ ਵੱਲ ਹੁਜਤ ਹੈ, ਇਹਨੂੰ ਇੰਝ ਹੀ ਮੰਨ, ਦਜਾਲੀਅਤ, ਇਹਦਾ ਹੀ ਨਾਂ ਦਾਵਾ ਨਬੂਵਤ ਹੈ। ਆਮਿਰ ਭਾਈ, ਉਹ ਜਿਹੜਾ ਇੱਕ ਗਲਤੀ ਦਾ ਅਜ਼ਾਲੇ ਤੇ ਜਿੱਤੇ ਬਾਰ-ਬਾਰ ਪੜ੍ਹਦੇ ਨੇ, ਉਹ ਮੈਂ ਵੀ ਕਾਫੀ ਦਫਾ ਹੁਣ ਪੜ੍ਹ ਲਈ ਆ। ਮੈਂ ਕੱਲ ਸੋਚ ਰਿਹਾ ਸੀ ਕਿ ਤੁਹਾਨੂੰ ਪੁੱਛਾਂਗਾ ਕਿ ਆਮਿਰ ਭਾਈ ਉਸ ਇੱਕ ਗਲਤੀ ਦੇ ਅਜ਼ਾਲੇ ਦੇ ਵਿੱਚ ਤੁਹਾਡੀ ਨਜ਼ਰ ਦੇ ਮਿਰਜ਼ਾ ਸਾਹਿਬ ਨੇ ਅਸਲ ਕੀ ਦਾਵਾ ਕੀਤਾ ਉਹਦੇ ਵਿੱਚ? ਜਲੇਬੀ ਦਾ ਨਹੀਂ, ਉਹਦੇ ਵਿੱਚ ਦਾਵਾ ਤਾਂ ਹੈ ਆਮਿਰ ਭਾਈ ਇੱਕ ਅੱਧਾ। ਕਾਹਦਾ ਦਾਵਾ? ਉਹਦੇ ਮਿਰਜ਼ਾ ਸਾਹਿਬ ਨੇ ਮਾਜ਼ਅੱਲਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਹੋਣ ਦਾ ਦਾਵਾ ਕੀਤਾ।
ਦੂਸਰੀ ਬੇਸਤ ਦਾ। ਨਹੀਂ, ਨਬੀ ਪਾਕ ਹੋਣ ਦਾ ਦਾਵਾ, ਨਬੀ ਅਲੈਹਿਸਲਾਮ ਦਾ ਹੋਣ ਦਾ ਦਾਵਾ ਕੀਤਾ ਕਿ ਮੈਂ ਉਹੋ ਹੀ ਹਾਂ, ਹਾਂਜੀ, ਤੇ ਉਹਦੇ ਨਾਲ ਕੀ ਫਰਕ ਪੈਂਦਾ? ਉਹ ਤੇ ਸਭ ਨੂੰ ਪਤਾ ਕਿ ਉਹ ਨਹੀਂ। ਉਹ ਜਿਹੜੀਆਂ ਮੈਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਅਸਲ ਤੇ ਚੀਜ਼ ਹੈ ਨਾ, ਉਹਨੇ ਜਿਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਕਿ ਮੈਂ ਫਨਾ ਫਿਰ ਰਸੂਲ ਹੋ ਕੇ ਤੇ ਮੈਂ ਉਹਨਾਂ ਦੀ ਜ਼ਾਤ ਵਿੱਚ ਮੁਦਗਮ ਹੋ ਗਿਆ ਤੇ ਉਹਨਾਂ ਦੀ ਜ਼ਾਤ ਦੇ ਵਿੱਚ ਮੈਂ ਫਨਾ ਹੋ ਗਿਆ ਵਾਂ। ਇਹਦੇ ਤੇ ਇੱਕ ਛੋਟਾ ਜਿਹਾ ਸਵਾਲ ਪਰਸੋਂ ਟੋਨੀ ਨੂੰ ਮੈਂ ਪੁੱਛਿਆ, ਸੁੱਤਣ ਗਿੱਲੀ ਹੋ ਗਈ ਹੈ। ਇਹ ਇਸਲਾਮ ਦਾ ਨਾਂ ਲੈ ਕੇ, ਸੂਫੀਆ ਦਾ ਨਾਂ ਲੈ ਕੇ ਤੇ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਫਨਾ ਫਿਰ ਰਸੂਲ ਦੇ ਸੂਫੀਆ ਵੀ ਕਾਇਲ ਨੇ। ਹਾਂ ਠੀਕ ਹੈ, ਕਾਇਲ ਨੇ, ਪਰ ਇਹ ਦੱਸੋ ਵੀ ਉਹ ਜਿਹੜਾ ਫਨਾ ਫਿਰ ਰਸੂਲ ਹੁੰਦਾ ਉਹ ਤਾਂ ਪਹਿਲਾਂ ਫਨਾ ਫਿਰ ਸ਼ੇਖ ਹੁੰਦਾ ਹੈ। ਇਹਦਾ ਕਿਹੜਾ ਸ਼ੇਖ ਸੀ? ਕਿੱਥੇ ਫਨਾ ਹੋਇਆ? ਅਗਲੇ ਦਿਨ ਇੱਕ ਬੰਦਾ ਗੱਲ ਦੱਸ ਗਿਆ, ਉਹ ਮੈਂ ਪੁੱਛੀ ਟੋਨੀ ਨੂੰ, ਬਸ ਸੁੱਤਣ ਗਿੱਲੀ। ਨਾ ਇਹਦਾ ਕੋਈ ਸ਼ੇਖ ਸੀ, ਨਾ ਇਹ ਉਹਦੇ 'ਚ ਫਨਾ ਹੋਇਆ, ਤੇ ਰਸੂਲੁल्लाह ਦੇ ਵਿੱਚ ਫਨਾ ਹੋਣ ਦਾ ਤੇ ਇਹਦਾ ਦਾਵਾ ਹੀ ਬਾਤਲ ਉੱਥੇ ਹੀ ਖਤਮ ਹੋ ਗਿਆ ਨਾ। ਕਿ ਅਮਰ ਭਾਈ ਇਹ ਲੜੀ ਹੈਗੀ ਇੱਕ ਮਤਲਬ ਫਨਾ ਫਿਰ ਸ਼ੇਖ ਹੋਣਾ ਵਾ ਪਹਿਲੇ, ਫਿਰ ਫਨਾ ਫਿਰ ਰਸੂਲ ਹੋਣਾ ਵਾ, ਇਹ ਕੋਈ ਇਦਾਂ ਦੀ ਲੜੀ ਹੈ? ਹਾਂ, ਪਹਿਲੇ ਫਨਾ ਫਿਰ, ਹਾਂਜੀ, ਇਹ ਸਿਲਸਿਲਾ ਤਸਵੁਰ ਹੈ ਕਿ ਪਹਿਲੇ ਤੁਸੀਂ ਫਨਾ ਫਿਰ ਸ਼ੇਖ ਹੋਣਾ ਹੈ, ਅੱਛਾ, ਫਿਰ ਤੁਸੀਂ ਫਨਾ ਫਿਰ ਪੀਰਾਨੇ ਪੀਰ ਹੋਣਾ ਹੈ, ਯਾਨੀ ਹਜ਼ਰਤ ਪੀਰ ਅਬਦੁਲ ਕਾਦਰ ਜਿਲਾਨੀ ਦੇ ਵਿੱਚ ਫਨਾ ਹੋਣਾ ਹੈ, ਕਿਉਂਕਿ ਉਹ ਕਹਿੰਦੇ ਨੇ ਸਾਰਿਆਂ ਪੀਰਾਂ ਨਾਲ ਵੱਡੇ ਪੀਰ ਪਾਇਆ। ਮੈਂ ਇਹਦੀ ਗੱਲਾਂ ਹੀ ਘੜੀਆਂ ਨੇ, ਕੋਈ ਉਹਦੇ 'ਚ ਕੋਈ ਸੈਂਸ ਤੇ ਹੈ ਨਹੀਂ ਨਾ, ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਂ ਹੁਣ ਫਨਾ ਫਿਰ ਜੋ ਜਾਣੀ ਮੈਂ ਦੱਸਿਆ ਇਹੋ ਜਿਹੀਆਂ ਚੀਜ਼ਾਂ ਜਦੋਂ ਉਮਤ ਦੇ ਵਿੱਚ ਦਾਖਲ ਹੁੰਦੀਆਂ ਨੇ, ਇਹੋ ਜਿਹੇ ਫਿਤਨੇ ਜਦੋਂ ਉਮਤ 'ਚ ਦਾਖਲ, ਹੁਣ ਮਿਰਜ਼ਾ ਗੁਲਾਮ ਅਹਿਮਦ ਕਾਦਰੀ ਸਾਹਿਬ ਦੇ ਮੌਜੇ ਵੀ ਵੇਖ ਲਓ, ਅੱਜ ਸ਼ਾਹੀ ਡੁੱਲ ਗਈ ਏ, ਇਹ ਫਲਾਣਾ ਕੰਮ ਹੋ ਗਿਆ। ਇਹ ਸਾਡੇ ਪਿੰਡਾਂ ਥਾਵਾਂ ਜਿਹੋ ਜਿਹੇ ਕੰਮ ਹੀ ਹੁੰਦੇ ਨੇ। ਆ ਚੀਨੀ ਦੇ ਉੱਤੇ ਝੱਲਾ ਲਿਖਿਆ ਹੋਇਆ, ਉਹ ਕਰਾਉਣਗੀਆਂ ਦਾ ਮਿਲਾਦ ਹੋਏਗਾ। ਇਹ ਜੀ ਚੀਨੀ ਰੱਖੀ ਦਰਮਿਆਨ ਦੇ ਵਿੱਚ ਤੇ ਜਨਾਬ ਮਿਲਾਦ ਹੋ ਰਿਹਾ। ਆ ਚੀਨੀ ਤੇ ਜੀ ਅੱਲਾਹ ਤਾਲਾ ਲਿਖਿਆ ਹੋਇਆ ਆ ਗਿਆ। ਲੈ, ਇਹ ਗੱਲ ਹੈ ਕਰਨ ਵਾਲੀ। ਯਾਨੀ ਇਹੋ ਜਿਹੀਆਂ ਚੀਜ਼ਾਂ ਫਿਰ ਇਹੋ ਜਿਹੇ ਦਜਾਲ ਪੈਦਾ ਕਰਦੀਆਂ, ਇਹੋ ਜਿਹੇ ਤਵਹਮਾਤ, ਇਹੋ ਜਿਹੀਆਂ ਸੁਪਰਸਟੀਸ਼ਨਸ ਜਿਹੜੀਆਂ ਨੇ ਇਹੋ ਜਿਹੇ ਲੋਕ ਪੈਦਾ ਕਰਦੀਆਂ, ਜਿਹੜੇ ਲੋਕਾਂ ਦੀ, ਮਾਸੂਮ ਲੋਕਾਂ ਦੀ, ਜਿਨ੍ਹਾਂ ਨੂੰ ਦੀਨ ਇਸਲਾਮ ਦੇ ਬਾਰੇ ਇਤਨਾ ਨਹੀਂ ਪਤਾ, ਉਹਨਾਂ ਦਾ ਫਿਰ ਫਾਇਦਾ ਉਠਾਉਣਾ। ਕਿ ਮਿਰਜ਼ਾ ਗੁਲਾਮ ਅਹਿਮਦ ਕਾਦਰੀ ਦੇ ਫੁਰਕਾਨ ਰਸਾਲੇ 'ਚ ਮੈਂ ਇੱਕ ਤਾਂ ਉਹ ਹਲਫੀਆ ਸ਼ਹਾਦਤ ਪੜ੍ਹੀ, ਕਹਿੰਦਾ ਮੈਨੂੰ ਕਿਸੇ ਗੱਲ ਦਾ ਨਾ ਮੈਂ ਪੜ੍ਹਿਆ ਲਿਖਿਆ, ਨਾ ਮੈਨੂੰ ਕਿਸੇ ਗੱਲ ਦਾ ਪਤਾ, ਲੇਕਿਨ ਮੈਂ ਮਿਰਜ਼ਾ ਕਾਦਰੀ ਤੇ ਈਮਾਨ ਕਿਉਂ ਲੈ ਕੇ ਆਇਆ? ਅਜੀ ਉਹ ਲੇਖਰਾਮ ਵਾਲੀ ਪੇਸ਼ਗੋਈ ਦੀ ਵਜ੍ਹਾ ਤੋਂ। ਕੀ ਹੈ ਉਹ ਚਾਹਲ ਲੋਕ, ਉਹ ਤਾਂ ਸਾਰਾ ਹੀ ਫਰਾਡ ਸੀ, ਉਹਦੇ 'ਚ ਕੱਖ ਵੀ ਨਹੀਂ ਸੀ। ਲੇਖਰਾਂ ਵਾਲੀ ਪੇਸ਼ਗੋਈ ਨਾਲ ਉਹ ਮਾਨ ਲਿਆ ਹੈ, ਤੇ ਲੇਖਰਾਂ ਵਾਲੀ ਪੇਸ਼ਗੋਈ ਤੇ ਸ਼ੇਖ ਬਟਾਲਵੀ ਚੈਲੰਜ ਕਰਦੇ ਸੀ ਕਿ ਕਿਹੜਾ ਮਨਾਜ਼ਰਾ ਕਰ ਮੇਰੇ ਨਾਲ ਲੇਖਰਾਂ ਵਾਲੀ ਪੇਸ਼ਗੋਈ। ਝੂਠੀ ਨਹੀਂ ਬਲੀ ਸਾਫ। ਮੈਂ ਕਿਹਾ ਚੌਹਾਨ ਸਾਹਿਬ ਤੇ ਜਗ੍ਹਾ ਬਣਾ ਕੇ ਸਾਰਿਆਂ ਨੂੰ ਫਰਾਡੀ ਕਿਹਾ ਜਾਂਦਾ, ਕੋਈ ਨਵੀਂ ਕਹਾਣੀ ਨਹੀਂ ਤੁਸੀਂ ਪਾ ਰਹੇ। ਹਾਂਜੀ, ਸਾਰਿਆਂ ਸੱਚਿਆਂ ਨੂੰ ਫਰਾਡੀ ਕਿਹਾ ਜਾਂਦਾ ਹੈ, ਫਰਾਡੀ ਕਿਹਾ ਜਾਂਦਾ। ਹਜ਼ਰਤ ਮੁਹੰਮਦ ਨੂੰ ਕਿਹਾ ਮਜਨੂਨ ਹੈ, ਇਹ ਝੂਠ ਬੋਲਦਾ ਹੈ, ਖੁਦਾ ਦੇ ਉੱਤੇ ਇਤਰਾ ਕਰਦਾ ਹੈ। ਦੁਰਾਨ ਦੀ ਬਜਾਏ ਜਦੋਂ ਇਸ ਹਜ਼ਰਤ ਨੂਹ ਨੂੰ ਕਿਹਾ, ਹਜ਼ਰਤ ਈਸਾ ਨੂੰ ਕਿਹਾ, ਹਜ਼ਰਤ ਮੂਸਾ ਨੂੰ ਕਿਹਾ। ਚੌਹਾਨ ਸਾਹਿਬ ਜਦੋਂ ਸਾਡਾ ਇਤਫਾਕ ਹੈ, ਮੇਰੀ ਗੱਲ ਤੁਹਾਨੂੰ ਸੁਣ ਲਓ, ਸਾਰਿਆਂ ਸੱਚਿਆਂ ਨੂੰ ਵੀ ਇਹ ਕਿਹਾ ਗਿਆ, ਲੇਕਿਨ ਸਾਰਿਆਂ ਝੂਠਿਆਂ ਨੂੰ ਵੀ ਤਾਂ ਕਿਹਾ ਗਿਆ ਨਾ। ਇਹਦੇ ਨਾਲ ਕੋਈ ਮਮਾਸਲਤ, ਤੁਸੀਂ ਸੱਚਿਆਂ ਨਾਲ ਮਮਾਸਲਤ ਕਾਇਮ ਕਰੋ, ਮੈਂ ਝੂਠਿਆਂ ਨਾਲ ਕਰਨਾ। ਮਸੈਲਮਾ ਕਜ਼ਾਬ ਨਾਲ, ਅਸਰਦ ਅਨਸੀ ਨਾਲ, ਇਹ ਅਬਦੁੱਲਾ ਜੌਨਪੁਰੀ ਨਾਲ, ਇਹ ਬਹਾਉਲਾ ਰਾਨੀ ਨਾਲ, ਇਹ ਸਾਰਿਆਂ ਨਾਲ ਇਹੀ ਕੰਮ ਹੋਏ ਨੇ। ਲੋਕੀ ਉਹਨਾਂ ਨੂੰ ਇਹੋ ਜਾਂਦੇ ਸਨ, ਅਫਰਾਡੀ ਨੇ, ਨੌਸਰਬਾਜ਼ ਨੇ, ਠੱਗ, ਝੂਠਿਆਂ ਨੂੰ ਵੀ ਲੋਕੀ ਕਹਿੰਦੇ ਸਨ। ਲੋਕੀ ਤੇ ਸਾਰਿਆਂ ਨੂੰ ਕਹਿੰਦੇ ਨੇ, ਪਰ ਉਹਨਾਂ 'ਚ ਕੁਝ ਸੱਚੇ ਵੀ ਹੁੰਦੇ ਨੇ। ਕੁਰਾਨ ਇਹ ਦੱਸੋ ਮਿਆਰ ਕੀ ਹੈ? ਇਹ ਦੱਸੋ ਮਿਆਰ ਸੱਚੇ ਦਾ ਕੀ ਮਿਆਰ? ਮਿਆਰ ਇਹੀ ਹੁੰਦਾ ਕਿ ਆ ਕੇ ਦਾਵਾ ਕਰਦਾ ਹੈ ਔਰ ਅੱਲਾਹ ਤਾਲਾ ਉਹਦੀ ਤਾਈਦ ਕਰਦਾ ਹੈ। ਤਾਈਦ ਦਾ ਕੀ ਮਤਲਬ? ਬਾਕੀ ਜਿਹੜੇ ਨੇ ਉਹ ਕਿੱਥੇ ਗਏ? ਜਿਹੜੇ ਝੂਠੇ ਦਾਵਾ ਕਰਨ ਵਾਲੇ ਕੋਈ ਮੌਜੂਦ ਨੇ? ਨਹੀਂ। ਲੇਕਿਨ ਹਜ਼ਰਤ ਮਸੀਹ ਮੌਦ ਦੀ ਅੱਜ ਤੱਕ ਇੱਕ ਨਈ ਜਮਾਤ ਪੈਦਾ ਹੋ ਗਈ ਹੈ, ਜਿਹੜਾ ਉਹਨਾਂ ਦੀ ਤਾਲੀਮ ਫੈਲਾ ਰਹੀ ਹੈ। ਬਹਾਉਲਾ ਰਾਨੀ ਦੀ ਵੀ ਜਮਾਤ ਮੌਜੂਦ। ਹਾਂ, ਬਹਾਉਲਾ ਰਾਨੀ ਨੇ ਕੌਣ ਮੰਨਣ ਵਾਲਾ ਹੈ? ਉਹਦੇ ਵਿੱਚ ਕੋਈ ਸਿਲਸਿਲਾ ਜਾਰੀ ਹੈ। ਮਸੀਹ ਮੌਦ ਨੂੰ ਤੇ ਅੱਜ ਇੱਕ ਨਵੀਂ ਜਮਾਤ ਆ ਗਈ ਹੈ, ਜਿਹੜੀ ਉਹਨਾਂ ਦੇ ਜਿਹੜੇ ਅਸਲ ਪੈਗਾਮ ਹੈ ਉਹ ਫੈਲਾ ਰਹੀ ਹੈ। ਬਹਾਉਲਾ ਰਾਨੀ ਨਹੀਂ ਮਸੀਹ ਮੌਦ ਹੈ? ਤੇ ਬਹਾਉਲਾ ਰਾਨੀ ਨੂੰ ਤੁਸੀਂ ਮੰਨ ਲਿਆ? ਤੁਸੀਂ ਤਾਂ ਉਹਨੂੰ ਝੂਠਾ ਕਜ਼ਾਬ ਦਜਾਲ ਹੀ ਕਹਿੰਦੇ ਹੋ ਨਾ। ਨਹੀਂ, ਅਸੀਂ ਤਾਂ ਸਿਰਫ ਮੇਰੀ ਤੁਹਾਡੀ ਕਿਸਮਤ ਹੀ ਇਹੀ ਹੈ, ਤੁਹਾਡੀ ਕਿਸਮਤ ਹੀ ਹੈ ਬੇਈਮਾਨੀ। ਈਮਾਨ ਤੁਹਾਨੂੰ ਨਸੀਬ ਨਹੀਂ ਹੋਣਾ। ਹਰ ਬੰਦੇ ਨੂੰ ਜਦੋਂ ਅੱਲਾਹ ਦੇ ਨਬੀ ਨੇ, ਕਿਉਂਕਿ ਤੁਸੀਂ ਜਦੋਂ ਸਾਨੂੰ ਅੱਲਾਹ ਦੇ ਨਬੀ ਬੁਨਿਆਦੀ ਤੌਰ ਤੇ ਤੁਸੀਂ ਮੰਨਦੇ ਹੋ ਕਿ ਖੁਦਾ ਨੇ ਹੁਣ ਕਿਸੇ ਨੂੰ ਭੇਜਣਾ ਹੀ ਨਹੀਂ।
ਤੁਸੀਂ ਨਹੀਂ ਤੇ ਭੇਜੇਗਾ ਐਸੀ ਈਸਾ ਇਬਨ ਬਦਬਖਤ ਮਰੀਮ ਨੂੰ ਉਮਤ ਹੋ ਅੱਲਾ ਦੇ ਨਬੀ ਦੀ ਕਿ ਖਬਰ ਤੁਹਾਨੂੰ ਨੂੰ ਕਿਸੇ ਖੁਦਾ ਨੇ ਤੁਹਾਡੇ ਨਾਲ ਚਲੋ ਕੋਈ ਤਾਲੁਕ ਨਹੀਂ, ਤੁਹਾਡੇ ਨਾਲ ਕੋਈ ਹੁਣ ਰੂਹਾਨੀ ਅਗਲੇ ਦਿਨ ਹੀ ਤਾਲੁਕ ਸੁਣਨੀ ਖੁਦਾ ਦਾ ਹੈ ਤੁਹਾਡੇ ਨਾਲ ਨਹੀਂ ਹੈ। ਮਰੀ ਹੋਈ ਕੌਮ ਹੋ ਤੁਸੀਂ, ਮਰੀ ਹੋਈ ਮੁਰਦਾ ਚਲੋ ਕੌਮ, ਜਿਹਦੇ ਨਾਲ ਨਾ ਖੁਦਾ ਬੋਲੇਗਾ, ਤੁਹਾਡਾ ਖੁਦਾ ਵੀ ਮੁਰਦਾ ਹੈ ਤੇ ਤੁਸੀਂ ਆਪ ਵੀ ਮੁਰਦਾ ਹੋ। ਸਹੀ। ਤੁਸੀਂ ਵੀ ਜਿੰਦੇ, ਤੁਹਾਡਾ ਖੁਦਾ ਵੀ ਪੱਕਾ ਹੀ ਕਹਿ ਜਿੰਦਾ ਦਿੱਤਾ ਕਿ ਹੁਣ ਕਿਸੇ ਨੂੰ ਨਹੀਂ ਅੱਲਾ ਨੇ ਬੋਲਣਾ, ਉਹ ਅੱਲਾ ਵੀ ਤੁਹਾਡਾ ਮੁਰਦਾ ਹੋ ਗਿਆ ਤੇ ਤੁਸੀਂ ਆਪ ਵੀ ਮੁਰਦਾ, ਤੇ ਮੁਰਦਿਆਂ ਦਾ ਜਮਾ ਹੈ, ਲੈ ਕੇ ਫਿਰਦੇ ਰਹੋ, ਰੌਲਾ ਪਾਉਂਦੇ ਰਹੋ, ਦਫਨਾਉਣ ਦੀ ਬਸ ਦੇਰ ਹੈ। ਚੌਹਾਨ ਸਾਹਿਬ ਤੁਸੀਂ ਤਾਂ ਗੁੱਸੇ 'ਚ ਹੈਗੇ ਹੋ, ਮੈਨੂੰ ਲੱਗ ਰਿਹਾ ਥੋੜਾ ਜਿਹਾ ਨਾ। ਅੱਛਾ, ਮੈਨੂੰ ਲੱਗ ਰਿਹਾ ਸੱਚੀਆਂ ਗੱਲਾਂ ਗੁੱਸੇ 'ਚ ਹੀ ਹੁੰਦੀਆਂ ਨੇ। ਨਹੀਂ, ਜਿਹੜਾ ਇਸ ਟਾਈਮ ਤੂੰ ਤੁਸੀਂ ਸੱਚੀ ਗੱਲ ਕਰੇ ਉਹਨੂੰ ਇਜਤਿਹਾਦੀ ਗਲਤੀ ਹੋ ਗਈ ਚੌਹਾਨ ਤੁਸੀਂ ਸਾਹਿਬ ਤੋਂ ਇਜਤਿਹਾਦੀ ਚਵਲਾਂ ਉਦੋਂ ਗਲਤੀ। ਦੀਆਂ ਸਵੇਰ ਦੀਆਂ ਮਾਰ ਰਹੇ ਹੋ, ਉਹ ਕਿਸ ਚੱਕਰ 'ਚ ਨੇ? ਨਹੀਂ, ਮੈਂ ਇਹ ਕਹਿ ਰਿਹਾ ਵਾਂ ਕਿ ਗੁੱਸਾ ਚਾਹੇ ਤੁਸੀਂ ਕਰੋ, ਸੱਚੀਆਂ ਗੱਲਾਂ ਵੀ ਕਰੋ ਆਪਣੇ ਤਰੀਕੇ ਦੇ ਨਾਲ, ਜਿਹੜਾ ਤੁਹਾਨੂੰ ਬਿਹਤਰ। ਉਹ ਯਾਰ ਇਹ ਕੀ ਹੋ ਗਿਆ? ਇਹ ਹੋ ਗਿਆ, ਮੈਂ ਕਹਿੰਦਾ ਹਾਂ ਤਾਰਿਕ ਚੌਹਾਨ ਸਾਹਿਬ, ਤੁਹਾਡਾ ਖੁਦਾ ਜੋ ਲਾਸ਼ ਹੈ ਨਾ ਮਿਰਜ਼ਾ ਕਾਦੀਆਨੀ ਨਾਲ ਜੰਗਣ ਪਟੀਕਾ ਕਰਦਾ ਸੀ, ਫਿਰ ਤੁਹਾਨੂੰ ਗੁੱਸਾ ਚੜ ਜਾਣਾ। ਇਹ ਬੜੀ ਅੱਛੀ ਗੱਲ ਕੀਤੀ, ਇਹਦੇ ਨਾਲ ਗੁੱਸਾ ਠੰਡਾ ਹੋ ਜਾਏਗਾ। ਅਹਿਮਦ ਅਲੀ, ਇਹ ਨਵੀਂ ਕੌਮ ਪੈਦਾ ਹੋਈ ਹੈ ਬਕਵਾਸ ਕਰਨ ਵਾਲੀ। ਪੂਰੀਆਂ ਕਹਾਣੀਆਂ ਦੇਖ ਲਓ, ਕਿੱਡੀ ਕਿੱਡੀ ਬਕਵਾਸ ਕੀਤੀ ਹੈ। ਤੇ ਤੁਸੀਂ ਜ਼ਿੰਦਗੀ 'ਚ ਵੱਧ ਜਾਓਗੇ ਤੇ ਤੁਸੀਂ ਚੈਂਪੀਅਨ ਬਣ ਜਾਓਗੇ। ਮੈਂ ਕਹਿ ਰਿਹਾ ਸੀ ਹੋਰ ਵੱਡੇ ਹਰਾਮਜ਼ਾਦੇ ਆਣਗੇ ਅੱਗੇ। ਚੌਹਾਨ ਸਾਹਿਬ, ਮੈਂ ਗੁਜ਼ਾਰਿਸ਼ ਕਰ ਰਿਹਾ ਸੀ ਕਿ ਤੁਸੀਂ ਸੱਚੀਆਂ ਕਰ ਲਓ ਗੱਲਾਂ, ਜਿੱਦਾਂ ਤੁਹਾਨੂੰ ਬਿਹਤਰ ਲੱਗਦਾ ਹੈ, ਗੁੱਸਾ ਕਰ ਲਓ ਜਿੱਦਾਂ ਸਾਨੂੰ ਲੱਗਦਾ ਹੈ, ਲੇਕਿਨ ਕਰੋ ਗੱਲ ਐਸ ਥੋੜੀ ਕਰਕੇ ਕਰੋ ਨਾ। ਕਿਸੇ ਅਗਲੇ ਬੰਦੇ ਨੂੰ ਚਾਂਸ ਦਿਓ ਗੱਲ ਕਰਨ ਦਾ। ਇੱਕ ਹੀ ਸਪੀਡ ਨਾਲ ਸਾਰੀ ਗੱਲ ਕਰ ਦਿਓਗੇ ਤੇ ਫਿਰ ਉਹਦਾ ਕੀ ਫਾਇਦਾ ਹੋਏਗਾ? ਕਿਉਂਕਿ ਜਵਾਬ ਵੀ ਤਾਂ ਨਾਲ ਕਰ ਦਿਓ। ਸਵੇਰ ਦੇ ਤੁਸੀਂ ਆਪਣੇ ਪੁਆਇੰਟ ਆਫ ਵਿਊ ਦੇਈ ਜਾ ਰਹੇ ਹੋ। ਨਹੀਂ ਮਤਲਬ ਹੁਣ ਤੁਸੀਂ ਆਏ ਹੋ ਤਾਂ ਥੋੜੀ ਗੱਲਬਾਤ ਵੀ ਤਾਂ ਕਰ ਲੈਂਦੇ। ਮੈਂ ਤੇ ਹੁਣ ਆਇਆ, ਮੈਨੂੰ 2 ਮਿੰਟ ਇਤਫਾਕ ਹੋ ਗਿਆ ਕਿ ਲੋਕਾਂ ਸੱਚਿਆਂ ਨੂੰ ਵੀ ਕਿਹਾ ਵੇ ਤੇ ਝੂਠਿਆਂ ਨੂੰ ਵੀ ਆਖਿਆ ਹੈ। ਹੁਣ ਮਾਇਆਰ ਕੀ ਹੈ? ਮਾਇਆਰ ਜਿਹੜਾ ਹੈ, ਚਲੋ ਅਸੀਂ ਤੁਹਾਡੇ ਨਾਲ ਹੀ ਗੱਲ ਚੁੱਕੇ ਕਰ ਰਹੇ ਹਾਂ। ਮਾਇਆਰ ਮੈਂ ਤੁਹਾਨੂੰ ਦੱਸਿਆ ਕਿ ਇੱਕ ਸ਼ਖਸ ਆਇਆ ਹੈ, ਮਿਰਜ਼ਾ ਗੁਲਾਮ ਅਹਿਮਦ, ਔਰ ਉਹਦੇ ਬਾਅਦ ਉਹੀ ਜਿਹੜੀ ਉਹਦਾ ਪੈਗਾਮ ਹੈ, ਉਹਦੇ ਲਈ ਅੱਲਾਹ ਤਾਲਾ ਨੇ ਇੱਕ ਹੋਰ ਜਮਾਤ ਖੜੀ ਕਰ ਦਿੱਤੀ ਹੈ ਜਿਹੜੀ ਉਹਦੇ ਪੈਗਾਮ ਨੂੰ ਅੱਗੇ ਫੈਲਾ ਰਹੀ ਹੈ। ਇਹ ਉਹਦੇ ਖੁਦਾ ਤਾਲਾ ਦੇ ਸੱਚੇ ਮੁਰਸਲ ਹੋਣ ਦਾ ਮਿਆਰ ਹੈ, ਇਹ ਮਿਆਰ ਤੇ ਸਬੂਤ ਹੈ। ਇਹ ਮਿਆਰ ਤੇ ਕਿਉਂਕਿ ਝੂਠਾ ਜਿਹੜਾ ਹੈ ਨਾ, ਅੱਲਾਹ ਤਾਲਾ ਕਹਿੰਦਾ ਕਦ ਖਾਬਾ ਮਨ ਇਫਤਰਾ, ਝੂਠਾ ਕਦੀ ਨਹੀਂ ਫਲਦਾ। ਯਾਰ ਤਾਰਿਕ ਭਾਈ, ਅਗਰ ਤੁਸੀਂ ਗੂਗਲ ਦੇ ਉੱਤੇ ਜਾਓ ਨਾ ਤੇ ਜਮਾਤੇ ਅਹਿਮਦ ਦੀ ਤਾਦਾਦ ਸ਼ੋ ਕਰਦਾ ਹੈ ਗੂਗਲ 10 ਤੋਂ 15 ਮਿਲੀਅਨ, ਠੀਕ ਹੈ, ਤੇ ਬਹਾਉਲਾ ਦੀ ਤਾਦਾਦ ਸ਼ੋ ਕਰਦਾ ਹੈ 7 ਤੋਂ 8 ਮਿਲੀਅਨ, ਠੀਕ ਹੈ। ਹੁਣ ਗੱਲ ਇਹ ਨਹੀਂ ਹੈ, ਬਈ ਤੂੰ ਬਹਾਉਲਾ ਨੂੰ ਮੰਨਿਆ? ਮੇਰੀ ਗੱਲ ਸੁਣ, ਕਜ਼ਾਬ ਦੇ ਜਾਲ ਕਹਿੰਦੇ ਹੋ, ਬਹਾਉਲਾ ਦੀ ਕੀ ਮੇਰੀ ਗੱਲ ਸੁਣ ਤਾਰਿਕ ਭਾਈ, ਯਾਦ ਹੋ ਕਿ ਤੁਸੀਂ ਮੰਨ ਲਿਆ ਉਹਨੂੰ, ਤੁਸੀਂ ਕੁਝ ਦੇਖੋ ਸਾਡੇ ਤਾਰਿਕ ਭਾਈ ਤਾਦਾਦ ਤੁਸੀਂ ਹਰ ਬੰਦੇ ਨੂੰ ਝੂਠਾ ਕਹਿੰਦੇ ਹੋ। ਤਾਰਿਕ ਭਾਈ ਤਾਦਾਦ ਕਦੀ ਵੀ ਸੱਚਾਈ ਦੀ ਉਹ ਤਾਦਾਦ ਕਦੋਂ ਕਹਿ ਰਹੇ हैं? ਮੈਂ ਤੇ ਕਹਿ ਰਿਹਾ ਮਿਰਜ਼ਾ ਸਾਹਿਬ ਨੂੰ ਮੰਨਣ ਵਾਲੇ 200 ਬੰਦੇ ਨੇ ਸਿਰਫ, ਤੁਸੀਂ ਤਾਦਾਦਾਰ ਹੋ ਰਹੇ ਹੋ। ਉਹ ਤੇ ਸਾਰੇ ਝੂਠੇ ਲੋਕ ਨੇ। ਮਿਰਜ਼ਾ ਸਾਹਿਬ ਨੇ ਆਪਣੀ, ਤੁਸੀਂ ਉਹਨਾਂ ਨੂੰ ਮੰਨਿਆ ਨਹੀਂ। ਮਿਰਜ਼ਾ ਸਾਹਿਬ ਨੇ ਮਿਆਰ ਬਣਾਇਆ, ਇਹਨੇ ਮੰਨ ਕੇ ਕਰ ਦਿੱਤਾ ਉਹਨਾਂ ਦੀ ਤਾਲੀਮ ਨੂੰ। ਪੇਸ਼ ਕੋਈ ਨੂੰ ਮਿਆਰ ਸਾਹਿਬ ਰਾਤੀ ਉੱਥੇ ਮੈਂ ਕਿਹਾ ਅਜਨਬੀ ਬੰਦੇ ਸਨ ਤੇ ਉੱਥੇ ਤੁਹਾਡੇ ਨਾਲ ਲੜਨਾ ਨਹੀਂ ਸੀ, ਤੇ ਇੱਥੇ ਤੇ ਆਪਣਾ ਵਿਹੜਾ ਹੈ ਨਾ। ਅੱਛਾ, ਰਾਤੀ ਤੁਸੀਂ ਕਹਿ ਰਹੇ ਸੀ ਕਿ ਅਬਦੁੱਲਾ ਆਤਮ ਦੀ ਪੇਸ਼ਗੋਈ ਵਿੱਚ ਪੇਸ਼ਗੋਈ ਸਿਰਫ ਅਬਦੁੱਲਾ ਆਤਮ ਦੇ ਵਾਸਤੇ ਸੀ। ਇਹ ਗੱਲ ਕਹੀ ਤੁਸੀਂ ਕਾਇਮ ਉਹਦੇ ਤੇ? ਹਾਂਜੀ, ਉਹੀ ਮਤਲਬ ਮੇਨ ਉਹਦੇ ਵਿੱਚ ਉਹੀ ਸੀ, ਅਬਦੁੱਲਾ ਆਤਮ ਮੇਨ ਅਬਦੁੱਲਾ ਆਤਮ ਸੀ। ਉਂਝ ਫਰੀਕ ਤੋਂ ਮੁਰਾਦ ਕੌਣ ਸੀ? ਨਹੀਂ, ਫਰੀਕ ਉਹੀ ਜਿਹੜੇ ਅਬਦੁੱਲਾ ਆਤਮ ਨੂੰ ਸਪੋਰਟ ਕਰ ਰਹੇ ਸੀ ਲੋਕੀ। ਜਿਹੜੀ ਪੇਸ਼ਗੋਈ ਅਬਦੁੱਲਾ ਆਤਮ ਦੀ ਸੀ ਨਾ ਉਹ ਅੰਡਰ। ਪੇਸ਼ਗੋਈ ਹੈ ਜਿਹੜੀ, ਉਹ ਕਿਹਦੇ ਬਾਰੇ ਵਿੱਚ? ਨਹੀਂ, ਪੇਸ਼ਗੋਈ ਤੇ ਅਬਦੁੱਲਾ ਆਤਮ ਦੇ ਤਲਕ ਸੀ ਨਾ ਕਿ मैं पूछना चाहना 15 महीने में मर जाएगा। पेशगोई तो मुराद, पेशगोई विच फरीक तो मुराद की है सिर्फ अब्दुल्ला आतम। ठीक है गल जी। खोलो हवाला रूहानी खजाइन दी नामी जिल्द, खोलो सफा नंबर खोलो 2। मैं खोल देना वा। फरीक से मुराद आहो, देखिए वाला फरीक तो मुराद कौन है? मतलब आमिर भाई जेड़ी अगर चौहान साहब कहते कि फरीक तो मुराद सिर्फ अब्दुल्ला आतम आ, तो फिर तुसी यह गल पेश कर दी आ। चौहान साहब दूसरी गल करते हैं तो फिर तुसी दूसरी गल पेश करनी सी। फिर दसो मेरे चौहान साहब की करन? ਅਸੀਂ ਇਹੀ ਕਹਿੰਦੇ ਆ ਕਿ
ਚੌਹਾਨ ਸਾਹਿਬ ਸਿਰਫ ਛੋੜ ਦੇਣ ਮਿਰਜ਼ਾ ਸਾਹਿਬ ਨੂੰ, ਕਿਉਂਕਿ ਦੋਵੇਂ ਗੱਲਾਂ ਸਾਡੇ ਕੋਲ ਮੌਜੂਦ ਨੇ। ਛੋੜ ਦੇਣ ਤੇ ਫੜੀਏ ਕਿਹਨੂੰ? ਖਾਦਮ ਰਿਜ਼ਵੀ ਨੂੰ ਫੜ ਲਈਏ। ਜਿਹੜੀ ਤੁਸੀਂ ਪੇਸ਼ ਕਰੋਗੇ ਨਾ, ਅਸੀਂ ਉਹਦੇ ਉਲਟ ਤੁਹਾਡੇ ਘਰੋਂ ਪੇਸ਼ ਕਰ ਦੇਂਗੇ। ਸਾਰੀਆਂ ਗੱਲਾਂ ਤੇ ਵੀ ਉਹ ਲਿਖੀਆਂ ਨੇ। ਤੁਹਾਡੀ ਮਿਸ ਅੰਡਰਸਟੈਂਡਿੰਗ ਹੈ। ਜਿਹੜਾ ਵੀ ਤੁਸੀਂ ਪੇਸ਼ ਕਰਦੇ ਹੋ, ਜਿਵੇਂ ਤੁਸੀਂ ਇਹ ਪੇਸ਼ ਕਰ ਰਹੇ ਸੀ ਜੀ, ਉਹ ਚੂੜਾ ਵੀ ਨਬੀ ਬਣ ਸਕਦਾ ਹੈ, ਮਤਲਬ ਇੱਕ ਫਜ਼ੂਲ ਕਿਸਮ ਦਾ ਨਤੀਜਾ ਕੱਢ ਲਿਆ ਉਹਦੇ ਤੋਂ। ਇਹਦੇ ਤੋਂ ਮੈਂ ਇਹੋ ਜਿਹੀ ਤੁਹਾਡੇ ਸਾਰੀ ਗੱਲਾਂ ਹੁੰਦੀਆਂ ਨੇ ਉਹ ਹੁਣੇ ਆਉਂਦਾ, ਜਿਹਦਾ ਕੋਈ ਬੁਨਿਆਦ ਨਹੀਂ ਹੁੰਦੀ। ਟਰੂ ਮੁਸਲਮ ਆਉਂਦਾ ਤੇ ਉਹਦੇ ਨਾਲ ਤੁਹਾਡੀ ਗੱਲ ਕਰਾਂਗਾ। ਆਮਿਰ ਭਾਈ, ਰਾਤ ਟਰੂ ਮੁਸਲਿਮ ਨੇ ਉਹਦੇ ਤੇ ਕੀ ਫੈਸਲਾ ਦਿੱਤਾ ਵਾ? ਕਿਹਦੇ ਤੇ? ਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹ ਕੱਲ ਟਰੂ ਮੁਸਲਿਮ ਨੇ ਪੜਾਈ ਸੀ ਨਾ ਤੁਸੀਂ, ਉਹ ਗੱਲ ਤੇਰੀ ਅਕਲ ਕਲੂਬ ਵਾਲੀ। ਉਹਨੇ ਤੇ ਤਲ ਕੇ ਤੇ ਸੁੱਟੇ ਨੇ ਮਰਦਾਈ ਕੱਲ। ਅੱਛਾ, ਆਹੋ, ਤੇ ਕੜਕ ਉਹ ਨਹੀਂ ਹੁੰਦਾ, ਤੇਲ ਨਹੀਂ ਹੁੰਦਾ ਉਹ ਜਿਹਦੇ ਚ ਪਕੌੜੇ ਤਲੀਦੇ ਨੇ, ਕੜਕ ਦੇ ਤੇਲ ਵਿੱਚ ਸੁੱਟ ਕੇ ਮਰਦਾਈ ਤਲ ਕੇ ਉਹਨੇ ਸੁੱਟੇ ਨੇ ਇੱਥੇ। ਨਹੀਂ, ਉਹ ਤੁਹਾਡਾ ਬਹੁਤ ਵੱਡਾ ਸਪਾਈ ਹੈ ਟਰੂ ਮੁਸਲਿਮ, ਜਿਹਨੂੰ ਤੁਸੀਂ ਜਿੰਦਾ ਫਿਕਰ ਕਹਿੰਦੇ ਹੋ। ਤੁਸੀਂ ਉਹਨੂੰ ਤੁਸੀਂ ਕਦੀ ਸਿਰ ਤੇ ਚੁੱਕ ਲੈਂਦੇ ਹੋ ਤੇ ਕਦੀ ਉਹਨੂੰ ਜ਼ਮੀਨ ਤੇ ਡਿਗਾ ਦਿੰਦੇ ਹੋ। ਨਹੀਂ, ਉਹਨੂੰ ਮੈਂ ਆਸਤਾ ਉਹ ਪਤਾ ਮਰਦਾਈ ਕਹਿੰਦੇ ਨੇ, ਜਿਹੜਾ ਇਹਦੇ ਕੋਲ ਜਾ ਕੇ ਬਹਿੰਦਾ ਹੈ ਉਹ ਸਿੱਧੀ ਲਾਈਨ ਤੇ ਚੜ ਜਾਂਦਾ। ਉਹਨੂੰ ਮੈਂ ਹੌਲੀ ਹੌਲੀ ਸਿੱਧਾ ਕਰ ਲਿਆ। ਉਹ ਇੱਕ ਬੇਇਲਮ ਇਨਸਾਨ ਹੈ, ਉਹਨੂੰ ਤੇ ਪਤਾ ਹੀ ਕੁਛ ਨਹੀਂ ਇਹਨਾਂ ਗੱਲਾਂ ਦਾ। ਹਾਂਜੀ, ਜਿੱਧਰ ਲਾਈ ਲੱਗ ਗਿਆ ਉਹ ਕਦੀ ਉਧਰ ਲੱਗ ਜਾਂਦਾ, ਕਦੀ ਉਧਰ। ਲੋ ਜੀ, ਉਹਨੂੰ ਤੁਸੀਂ ਆਪਣਾ ਇੱਕ ਸਪਾਈ ਬਣਾ ਰਹੇ ਹੋ। सुनो तारक भाई, इस जगह सवाल ये है कि इस फरीके मुखालिफ में से जो लोग बतौर मुआवन या हामी या सरगरोह थे, इनका क्या हाल हुआ? यार अलामा साहब, हाँ सॉरी पीछे नहीं पीछे सफा नंबर 6 थे, ये मैं आगे पढ़ रहा हूँ। अब याद रहे कि पेश गोई में फरीके मुखालिफ के लफ्ज़ से जिसके लिए हाविया या जिल्लत का वादा था, एक ग्रोह मुराद है। ਲਓ ਤੁਸੀਂ ਕਹਿੰਦੇ ਹੋ ਕਿ ਅਬਦੁੱਲਾ ਤੋਂ ਮੁਰਾਦ ਹੈ। हाँ, तो ग्रोह कौन है? आगे हुणी पढ़े है ना, कौन है ग्रोह? वो अब्दुल्ला आथम दे ग्रोह है ना। पेश गोई विच जेड़े ग्रोह फरीक दा मिर्जा साहब ने जिक्र किया है कि दोनों फरीकैन में से जो फरीक आमदन हाँ, लेकिन उस ग्रोह तो मुराद वो लोग ने जेड़े अब्दुल्ला आथम नु सपोर्ट कर रहे हैं, क्योंकि मेन सरगना तो अब्दुल्ला आथम ही है ना। आगे आंदे ने इस जगह सवाल ये है, आगे आंदे ने इस जगह सवाल ये है कि इस फरीक मुखालिफ में से जो लोग बतौर मुआवन या हामी या सरगरोह थे, इनका क्या हाल हुआ? उन्होंने भी कुछ हाविया का मजा चखा है या नहीं? तो जवाब ये है कि जरूर चखा, और मियाद के अंदर हर एक ने कामिल तौर से चखा। चुनाचे पादरी राइट साहब जो बतौर सरगरोह थे, मियाद के अंदर ऐन जवानी में इस दुनिया से कूच कर गए, और मिस्टर अब्दुल्ला आथम साहब अपनी मुसीबत में रहे। गालिबन वो इनके जनाजा पर भी हाजिर ना हो सके, और डॉक्टर मार्टिन क्लार्क के दिल को इनके बेवक्त मौत का ऐसा सदमा पहुंचा कि बस मजरूह कर दिया। जी, तो यही हाविया है कि इंसान दी अंदर दी जलन, ओदी जिल्लत, ओदी रुसवाई, यही हाविया है जी। रूहानी खजाइन दी जिल्द नंबर 13 है। हाँ, ए आनी पढ़ो। अब्दुल्ला डिग्या है कि पूरा फरीक डिग्या है चौहान साहब? ਵੀ ਜਦੋਂ ਅਬਦੁੱਲਾ ਆਥਮ ਨੂੰ ਉਹਨਾਂ ਨੇ ਆਪਣਾ ਸਰਦਾਰ ਬਣਾਇਆ ਹੋਇਆ ਹੈ, ਤੇ ਜੇ ਉਹਦੇ ਨਾਲ ਜੋ ਵੀ ਜ਼ਿਲਤ ਰਸਵਾਈ ਹੋਏਗੀ, ਉਹੀ ਜ਼ਿਲਤ ਰਸਵਾਈ ਉਹਨਾਂ ਨੇ ਵੀ। ਹਾਵੀਆ ਤੇ ਇਹੀ ਮੁਰਾਦ ਸੀ। ਆਮਿਰ ਭਾਈ ਚੌਹਾਨ ਸਾਹਿਬ ਕਹਿ ਰਹੇ ਨੇ, ਆਮਿਰ ਭਾਈ ਚੌਹਾਨ ਸਾਹਿਬ ਕਹਿ ਰਹੇ ਨੇ ਕਿ ਸਾਰੇ ਸਪੋਰਟਰ ਜਿਹੜੇ ਨੇ ਨਾ ਉਹ ਵੀ ਫਰੀਕ ਚ ਸ਼ਾਮਲ ਨੇ। ਠੀਕ ਹੈ, ਸਾਰੇ ਜਿਹੜੇ ਚੌਹਾਨ ਸਾਹਿਬ ਕਹਿ ਰਹੇ ਨੇ ਜਿੰਨੇ ਵੀ ਅਬਦੁੱਲਾ ਆਥਮ ਦੇ ਨਾਲ ਸਪੋਰਟਰ ਆਏ ਸੀ ਨਾ, ਉਹ ਫਰੀਕ ਦੇ ਵਿੱਚ ਸਾਰੇ ਸ਼ਾਮਲ ਨੇ। ਇਸ ਲਈ ਉਹ ਦੂਸਰੀ ਤਹਿਰੀਰ ਪੜੋ ਜਿਹਦੇ ਵਿੱਚ ਮਿਰਜ਼ਾ ਸਾਹਿਬ ਨੇ ਕਿਹਾ ਹੈ ਕਿ ਫਰੀਕ ਤੋਂ ਮੁਰਾਦ ਸਿਰਫ ਅਬਦੁੱਲਾ ਆਥਮ ਹੈ, ਹੋਰ ਕੋਈ ਮੁਰਾਦ ਨਹੀਂ। ਚਲੋ ਕਿਤਾਬੁਲ ਬਰੀਆ ਖੋਲ ਲਓ। किताबुल बरिया जी 30 अगस्त 1897 का मिर्जा साहब का बयान है, जिस ट्रक में जब मुबाहिसा 93 का खत्म हुआ, जब मुबाहिसा अब्दुल्ला आथम दी जिल्लत नाल उन्हां दी भी जिल्लत होनी थी। हाँ, जब मुबाहिसा 93 का खत्म हुआ, आखिर पर हमने सब दरख्वास्त अब्दुल्ला आथम के इसकी निस्बत पेश गोई की थी। आखिर पर हमने हस्ब दरख्वास्त अब्दुल्ला आथम के इसकी निस्बत पेशगोई की थी। डॉक्टर क्लार्क साहब की बाबत ये पेशगोई ना थी, और ना वो इस पेशगोई में शामिल था। फरीक से मुराद आथम ही है। लो जी करना जी तो ठीक है, हुन तुसी दंद कड्डो। हालांकि सारी गल इहदे च क्लियर है। ठीक है तो वो भी ठीक है। शेख साहब का पाँव यूं भी है और यूं भी है। ये भी ठीक है तो वो भी ठीक है। आखो ना
ਆਖੋ ਨਾ ਇੱਥੇ ਅਦਾਲਤ ਦੇ ਸਾਹਮਣੇ ਫਸੇ ਸੀ ਤੇ ਮਿਰਜ਼ਾ ਸਾਹਿਬ ਫਿਰ ਇਹੀ ਆਖਣਾ ਸੀ ਨਾ ਮਾਮਿਓ ਤੁਹਾਨੂੰ ਕੀ ਪਤਾ ਉੱਥੇ ਫਸਿਆ ਹੋਇਆ ਬੰਦਾ ਕੀ ਫਿਰ ਆਖਦਾ ਹੈ। ਹਾਂ ਮਿਰਜ਼ਾ ਸਾਹਿਬ ਨੇ ਉੱਥੇ ਤੇ ਇਹੀ ਆਖਣਾ ਸੀ ਫਰੀਕ ਤੋਂ ਮੁਰਾਦ ਛੜਾ ਅਬਦੁੱਲਾ ਆਤਮ ਕਿਉਂਕਿ ਅਦਾਲਤ ਸੀ 307 ਅਬਦੁੱਲਾ ਆਤਮ ਦੇ ਮੁਤਲਕ ਪੇਸ਼ਗੋਈ ਕੀਤੀ ਸੀ ਨਾ, ਪੇਸ਼ਗੋਈ ਅਬਦੁੱਲਾ ਆਤਮ ਦੇ ਮਰਨ ਦੀ ਸੀ ਤੇ ਬਾਕੀ ਹਾਵੀਆ ਚ ਗਿਰਨਗੇ ਇਸ ਵਜ੍ਹਾ ਨਾਲ ਕਿ ਉਹਨਾਂ ਨੂੰ ਵੀ ਉਹੀ ਦੁੱਖ ਉਠਾਏ ਜਾਣਗੇ ਉਹਨਾਂ ਕੋਲੋਂ ਜਦੋਂ ਜ਼ਿਲਤ ਔਰ ਰਸਵਾਈ ਹੋਏਗੀ। ਜਦੋਂ ਤੁਸੀਂ ਇੱਕ ਬੰਦੇ ਨੂੰ ਲੀਡਰ ਬਣਾਓ ਜੇ ਉਹ ਜ਼ਲੀਲ ਹੋਏਗਾ ਤੇ ਤੁਸੀਂ ਵੀ ਨਾਲ ਜ਼ਲੀਲ ਹੋਵੋਗੇ ਨਾ ਉਹਦੇ। ਇਹੀ ਉਸ ਤੋਂ ਮੁਰਾਦ ਨਾ ਹਾਵੀਆ ਦੀ ਗੱਲ ਕਰ ਰਹੇ ਹਾਂ ਨਾ ਅਸੀਂ ਜ਼ਿਲਤ ਦੀ ਅਸੀਂ ਗੱਲ ਕਰ ਰਹੇ ਹਾਂ ਫਰੀਕ ਤੋਂ ਮੁਰਾਦ ਕੀ ਪੇਸ਼ਗੋਈ ਮਰਨ ਦੀ ਤੇ ਅਬਦੁੱਲਾ ਆਤਮ ਦੀ ਸੀ ਨਾ। ਇਹੀ ਗੱਲ ਹੋਣੀ ਫਰੀਕ ਹਾਵੀਆ में गिरना है वो फरीक तो मुराद कौन अब्दुल्ला आतम है कि ग्रोह है। ਮੈਂ ਹੁਣ ਰਿਪੀਟ ਕਰਦਾ ਨਾ ਕੀ ਕਰਾਂ ਮੈਂ ਜਿਹੜੇ ਤੁਹਾਨੂੰ ਫਰੀਕ ਨੇ ਮੈਂ ਹਾਵੀਆ ਸਮਝਾਣਾ ਚ ਤੁਹਾਡਾ ਡਿੱਗਣਾ ਖਿਆਲ ਮੈਂ ਤੁਹਾਨੂੰ ਕਨਵਰਟ ਕਰਨਾ ਹੈ ਇੱਥੇ ਵੀ ਤੁਸੀਂ ਜੋ ਮਰਜ਼ੀ ਉਹਨੂੰ ਸਮਝੇ ਜਾਓ। ਤੁਹਾਡੀ ਅਕਲ ਹੀ ਇੰਨੀ ਕਿ ਤੁਸੀਂ ਸਮਝਦੇ ਹੀ ਨਹੀਂ ਦੂਸਰਾ। ਤੁਸੀਂ ਮੁਖਾਲਿਫ ਜੇ ਹੋ ਜਾਹਿਲ ਮੁਖਾਲਿਫ। ਸਾਨੂੰ ਨਹੀਂ ਇਹ ਗੱਲ ਸਮਝ ਆਉਂਦੀ ਵੀ ਇੱਕ ਵਾਰੀ ਅਬੇ ਬੰਦਾ ਨਹੀਂ ਆਂਦੀ ਤੁਸੀਂ ਤਾਜ਼ੀ ਤੇ ਕਾਫਰ ਹੋ ਸਮਝ ਆਂਦੀ ਤੇ ਮੂਮਨ ਨਾ ਬਣ ਜਾਂਦੇ। ਜੀ ਜੀ ਇਹਦਾ ਨਾ ਅਗਰ ਕੁਫਰ ਹੈ ਸੁਮਨ ਅਸੀਂ ਵੱਡੇ ਕਾਫਰ ਹਾਂ। ਅਬਸਾਰਿਹਮ ऐसे ਗੁਸ਼ਾਵਾ फरेब और दजल दे ऐसी ਜੀ ਜੀ ਬਿਲਕੁਲ ਉਹ ਸਾਰੇ ਦਜਲ ਕਰਦੇ ਰਹੇ ਨੇ। ਅੱਲਾਹ ਤਾਲਾ ਦੇ ਮੁਰਸਲੀਨ ਆਂਦੇ ਰਹੇ ਨੇ ਉਹ ਦਜਲ ਕਰਕੇ ਚਲੇ ਜਾਂਦੇ ਨੇ। ਅਗਰ ਕਿਸੇ ਨੇ ਤੁਹਾਡੇ ਵਰਗੇ ਢੋਲ ਭਾਂਦੇ ਰਹਿੰਦੇ ਨੇ। ਅੱਲਾਹ ਤਾਲਾ ਕਹਿੰਦਾ ਮੁਸਰਿਫ ਕਜ਼ਾਬ ਲੋਕਾਂ ਦੇ ਵਾਸਤੇ ਮੈਂ ਹਦਾਇਤ ਭੇਜ ਨਹੀਂ ਛੱਡ ਦਿਆਂਗਾ ਕਿ ਇਹੋ ਜਿਹੇ ਖਬੀਸ ਨੇ ਜਿਹੜੇ ਇਨਕਾਰ ਕਰਦੇ ਨੇ। ਅੱਲਾਹ ਤਾਲਾ ਭੇਜਦਾ ਰਹੇਗਾ ਤੁਸੀਂ ਨਾ ਮੰਨੋ। ਅੱਲਾਹ ਤਾਲਾ ਨੇ ਫਰਮਾ ਦਿੱਤਾ ਹੈ ਕਿ ਅਕਸਰੀਅਤ ਪੈਦਾ ਹੀ ਜਹੰਨਮ ਵਾਸਤੇ ਕੀਤੀ ਹੈ ਕਿਉਂਕਿ ਨਾਫਰਮਾਨ ਲੋਕ ਤੁਸੀਂ ਮੌਜਾਂ ਕਰੋ ਜਹੰਨਮ ਦਾ ਇੰਤਜ਼ਾਰ ਕਰੋ। ਉਹ ਸੱਚੇ ਤੇ ਖਰੀਆਂ ਗੱਲਾਂ ਕਰਨ ਵਾਲੇ ਸਨ। ਫਰਾਡੀ ਤੇ ਨੌਸਰਬਾਜ਼ ਠਾਕੋ ਹੁੰਦੇ ਨੇ ਉਹ ਬਈ ਉਹਨਾਂ ਨੂੰ ਸਾਰੇ ਫਰਾਡੀ ਨੌਸਰਬਾਜ਼ ਹੀ ਕਹਿੰਦੇ ਸੀ। ਅੱਲਾਹ ਤਾਲਾ ਤੇ ਮੁਖਾਲਫ ਜੋ ਉਸੂਲ ਦੇ ਤੌਰ ਤੇ ਦੱਸ ਰਿਹਾ ਜਾਂ ਹਸਰਤਨ ਅਲਲ ਇਬਾਦ ਮਾ ਯਾਤੀਹਿਮ ਮਿਰ ਰਸੂਲ ਇਲਾ ਕਾਨੂ ਬਈਸਾ। ਉਹ ਸਾਰੇ ਫਰਾਡੀ ਕਹਿੰਦੇ ਸੀ ਬਲਕਿ ਦੰਦ ਕੱਢਦੇ ਸੀ ਤੁਹਾਡੇ ਵਾਂਗੂ। ਹਰ ਨਬੀ ਦੇ ਦੰਦ ਕੱਢਦੇ ਸੀ। ਮੁਸਲਮਾਨ ਨੂੰ ਫਰਾਡੀ ਕਹਿੰਦੇ ਸੀ ਜਿਹੜੇ ਮੁਸਲਮਾਨ ਨੂੰ ਫਰਾਡੀ ਕਹਿੰਦੇ ਸੀ ਉਹ ਕੌਣ ਸੀ? ਤੇ ਜਿਹੜੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੂੰ ਮਜਨੂਨ ਕਹਿੰਦੇ ਸੀ ਉਹ ਕੌਣ ਸੀ? ਝੂਠਾ ਕਹਿੰਦੇ ਸੀ ਉਹ ਕੌਣ ਸੀ? ਕਾਫਰ। ਹਾਂ ਕਾਫਰ ਜਿਹੜੇ ਮੁਸਲਮਾਨ ਵੀ ਕਹਿੰਦੇ ਐਸੀ ਨਾ ਕਹਿੰਦੇ ਐਸੀ ਨਾ ਮੁਸਲਮਾਨ ਨੂੰ। ਹਾਂ ਤੇ ਮੁਸਲਮਾਨ ਵੀ ਮੌਜੂਦ ਸੀ ਤੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਮੌਜੂਦ ਸੀ ਯਾਨੀ ਕਿ ਝੂਠਾ ਵੀ ਮੌਜੂਦ ਸੀ ਇੱਕ ਸੱਚਾ ਵੀ ਮੌਜੂਦ ਸੀ। ਕਹਿਣ ਨੂੰ ਤੇ ਝੂਠੇ ਨੂੰ ਵੀ ਕਹਿੰਦੇ ਸੀ ਨਾ ਫਰਾਡੀ। ਹਾਂ ਤੇ ਕਹਿਣ ਨੂੰ ਤੇ ਸੱਚੇ ਨੂੰ ਵੀ ਕਹਿੰਦੇ ਨੇ। ਹਾਂ ਇਹਦੇ ਨਾਲ ਕੀ ਫਰਕ? ਹਾਂ ਤੇ ਫਰਕ ਹੋ ਗਿਆ ਨਾ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਸੱਚੇ ਸੀ। ਅੱਜ ਵੀ ਲੋਕੀ ਉਹਨਾਂ ਦਾ ਅਸੀਂ ਉਹਨਾਂ ਦੀ ਜਮਾਤ ਹੀ ਖੜੀ ਹੋਈ ਹੈ ਜਿਹੜੀ ਉਹਨਾਂ ਦਾ ਨਾਂ ਲੈ ਕੇ ਚੱਲ ਰਹੀ ਹੈ। ਤੇ ਮੁਸਲਮਾਨ ਕਜ਼ਾਬ ਦੀ ਕਿਹੜੀ ਜਮਾਤ ਹੈ? ਪਿੱਛੋਂ ਸੱਚਾ ਹੁੰਦਾ ਹੈ। ਮੁਸਲਮਾਨ ਕਜ਼ਾਬ ਦੀ ਕਿਹੜੀ ਜਮਾਤ ਹੈ ਇਸ ਵੇਲੇ? ਉਹਨੂੰ ਮੰਨਣ ਵਾਲੇ ਕਿਹੜੇ ਨੇ? ਠੀਕ ਇਹੀ ਤੇ ਹੈ ਕਜ਼ਾਬਾ ਮਨ ਇਫਤਰਾ। ਮੈਂ ਕਹਿੰਦਾ ਝੂਠਾ ਜ਼ਿਲਤ ਔਰ ਰਸਵਾਈ ਉਹਦੇ ਲਈ ਹੁੰਦੀ ਹੈ। ਇਹ ਸਾਰੀ ਅਸੀਂ ਮਜ਼ਹਬ ਦੀ ਤਾਰੀਖ ਪੜ੍ਹ ਕੇ ਦੇਖ ਲਓ। ਝੂਠਾ ਦਾਵਾ ਕਰਨ ਵਾਲਾ ਜ਼ਿਲਤ ਔਰ ਰਸਵਾ ਹੁੰਦਾ ਹੈ ਔਰ ਉਹਦਾ ਕੋਈ ਮੰਨਣ ਵਾਲਾ ਨਹੀਂ। ਮੈਂ ਕਿਹਾ ਚੌਹਾਨ ਸਾਹਿਬ ਠੀਕ ਹੋ ਗਿਆ ਨਾ ਜੇ ਤੁਸੀਂ ਆਂਦੇ ਹੋ ਵੀ ਜਿਹੜਾ ਖੜਾ ਹੋਵੇ ਜਿਹਦਾ ਨਿਜ਼ਾਮ ਉਹ ਸੱਚਾ ਹੈ ਜਿਹਦਾ ਨਿਜ਼ਾਮ ਖਤਮ ਹੋ ਜਾਏ ਝੂਠਾ ਹੈ। ਬਿਲਕੁਲ ਰਸੂਲ ਸੱਲੱਲਾਹੁ ਅਲੈहि ਵਸੱਲਮ ਦਾ ਨਿਜ਼ਾਮ ਜਾਰੀ ਹੈ ਨਾ। ਮੁਜੱਦਦੀਨ ਦਾ ਸਿਲਸਿਲਾ ਜਾਰੀ ਹੈ। ਜ਼ਿੰਦਾ ਮਜ਼ਹਬ ਹੈ ਜ਼ਿੰਦਾ ਰਸੂਲ ਹੈ ਜ਼ਿੰਦਾ ਖੁਦਾ ਹੈ। ਕੋਈ ਹੋਰ ਮਜ਼ਹਬ ਐਸਾ ਹੈ? ਇਸਲਾਮ ਦਾ ਕਿੱਥੇ ਜਾਰੀ ਹੈ? ਕੋਈ ਹੋਰ ਮਜ਼ਹਬ ਐਸਾ ਹੈ ਜਿਹਦੇ ਵਿੱਚ ਇਹ ਇੰਤਜ਼ਾਮ ਹੈ ਫਿਲਟਰੇਸ਼ਨ ਦਾ ਰਿਫਾਰਮੇਸ਼ਨ ਦਾ ਇੰਤਜ਼ਾਮ? ਕੋਈ ਨਹੀਂ ਸਿਵਾਏ ਇਸਲਾਮ ਦੇ ਹੋਰ ਕੋਈ ਜ਼ਿੰਦਾ ਮਜ਼ਹਬ ਨਹੀਂ। ਔਰ ਤੁਸੀਂ ਉਸ ਜ਼ਿੰਦਗੀ ਮਜ਼ਹਬ ਦੀ ਜ਼ਿੰਦਗੀ ਦਾ ਜਿਹੜਾ ਸਬੂਤ ਹੈ ਤੁਸੀਂ ਉਹਦੇ ਮੁਨਕਰ ਹੋ। ਤੁਸੀਂ ਇਸਲਾਮ ਨੂੰ ਮੁਰਦਾ ਮਜ਼ਹਬ ਸਮਝਦੇ ਹੋ। ਹੁਣ ਕਿਸੇ ਨੇ ਆਣਾ ਜਾਣਾ ਨਹੀਂ ਬਸ ਖੁਦਾ ਵੀ ਤੁਹਾਡਾ ਮਰ ਗਿਆ ਤੇ ਤੁਸੀਂ ਵੀ ਮਰ ਗਏ। ਗਾਲਾਂ ਨਾ ਕੱਢੀ ਜਾਓ ਗੱਲ ਤੇ ਮੁੱਕ ਗਈ ਹੈ। ਹਾਂ ਮੁੱਕ ਗਈ ਗੱਲ। ਮੈਂ ਵੀ ਇਹੀ ਕਹਿ ਰਿਹਾ ਗੱਲ ਮੁੱਕ ਗਈ। ਫਰੀਕ ਤੋਂ ਮੁਰਾਦ ਅਬਦੁੱਲਾ ਆਤਮ ਵੀ ਹੈ ਤੇ ਫਰੀਕ ਤੋਂ ਮੁਰਾਦ ਮੁਖਾਲਫ ਗਰੋਹ ਵੀ ਹੈ। ਇੰਜ ਵੀ ਠੀਕ ਹੈ ਤੇ ਉਂਝ ਵੀ ਠੀਕ ਹੈ। ਟੋਨੀ ਭਾਈ ਵੀ ਸਹੀ ਕਹਿ ਰਹੇ ਨੇ ਤੇ ਤਲਤ ਭਾਈ ਵੀ ਠੀਕ ਕਹਿ ਰਹੇ। ਦੋਵਾਂ 'ਚ ਕੋਈ ਵੀ ਗਲਤ ਨਹੀਂ ਕਹਿ ਰਿਹਾ। ਤੁਹਾਨੂੰ ਤੇ ਇਹੀ ਅਕਲ ਆਏਗੀ ਸਮਝ ਆਏਗੀ ਕਿਉਂਕਿ ਮੋਹਰਾਂ ਜਿਹੜੀਆਂ ਦਿਮਾਗਾਂ ਤੇ ਵੀ ਮੋਹਰਾਂ ਦਿਲਾਂ ਤੇ ਵੀ ਮੋਹਰਾਂ ਕਰਨਾ ਤੇ ਵੀ ਮੋਹਰਾਂ। ਹੁਣ ਇਹ ਦੋਵੇਂ ਤਹਿਰੀਰਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਹਾਂ ਤੇ ਮੈਂ ਤਾਂ ਤੁਹਾਨੂੰ ਦੱਸ ਦਿੱਤਾ ਹੈ ਤਹਿਰੀਰ ਦਾ ਮਤਲਬ ਤੁਹਾਨੂੰ ਸਮਝ ਆਈ ਇਹਦੀ ਕਿਉਂਕਿ ਤੁਸੀਂ ਮੰਨਣਾ ਨਹੀਂ ਹੈ। ਜਾਹਿਲ ਮੁਖਾਲਿਫ ਕਿਵੇਂ ਬਣੋਗੇ? ਮੋਮਨ ਨਹੀਂ ਨਾ ਕਾਫਰ ਹੋ। ਕਾਫਰ ਨੂੰ ਇਹੀ ਸਮਝਦੇ। ਦੇਖੋ 300 ਤਜ਼ਾਦਾਤ ਈਸਾਈਆਂ ਨੇ ਕੱਢੇ ਨੇ ਕੁਰਾਨ ਮਜੀਦ 'ਚ ਕਿਉਂਕਿ ਉਹ ਪੜ੍ਹਦੇ ਨੇ ਤੁਹਾਡੇ ਮੁਖਾਲਿਫੀਨ। ਮਿਰਜ਼ਾਈ ਵੀ ਉਹਨੇ ਖਬੀਸ ਨੇ ਈਸਾਈਆਂ ਵਾਂਗੂ। ਉਸ ਵੈਸੇ ਫਾਸਿਕੀਨ ਨੇ ਮਿਰਜ਼ਾਈ ਕੋਈ ਵੱਡੀ ਗੱਲ ਨਹੀਂ ਹੈ। ਅੱਛਾ ਗੱਲ ਹਾਂ ਤਾਂ ਇਹੀ ਮੈਂ ਕਹਿ ਰਿਹਾ ਨਾ ਵੱਡੀ ਗੱਲ ਨਹੀਂ ਹੈ ਕੋਈ। ਜੇ ਤੁਹਾਨੂੰ ਇਤਰਾਜ਼ ਨਜ਼ਰ ਆਉਂਦੇ ਨੇ ਕੋਈ ਵੱਡੀ ਗੱਲ ਨਹੀਂ।
ਵਹੀ ਹੁੰਦਾ ਹਮੇਸ਼ਾ। ਆਹੋ ਤੇ ਕਾਫਰਾਂ ਨੂੰ ਹੁਣ ਕਦੀ ਗੱਲ ਅੱਲਾਹ ਤੇ ਤਾਲਾ ਹਦਾਇਤ ਨਹੀਂ ਦਿੰਦਾ। ਮੈਂ ਕਿਹਾ ਅਗਰ ਕੋਈ ਬੰਦਾ ਪੁੱਛੇ ਤੁਹਾਨੂੰ ਕਿ ਮਿਰਜ਼ਾ ਸਾਹਿਬ ਨੇ ਜਿਹੜੀ ਪੇਸ਼ਗੋਈ ਕੀਤੀ ਹੈ ਕਿ ਜਿਹੜਾ ਫਰੀਕ ਆਮਦਨ ਝੂਠ ਨੂੰ ਇਖਤਿਆਰ ਕਰ ਰਿਹਾ, ਫਰੀਕ ਤੋਂ ਮੁਰਾਦ ਕੀ ਹੈ? ਅਬਦੁੱਲਾ ਆਤਮ ਹੈ ਜਾਂ ਪੂਰਾ ਗਰੋਹ ਹੈ? ਉਹ ਤੁਸੀਂ ਮੈਂ ਕੀ ਹੁਣ ਜਵਾਬ ਦੱਸ ਦਿੰਦੇ? ਦਿੱਤਾ ਹੈ, ਹੁਣ ਦੁਬਾਰਾ ਤੁਸੀਂ ਉਹੀ ਗੱਲ ਕਰ ਰਹੇ ਹੋ ਜਿਹੜੀ ਤੁਹਾਨੂੰ ਦੱਸ ਵੀ ਦਿੱਤੀ ਹੈ, ਫਿਰ ਸ਼ੁਰੂ ਹੋ ਜਾਂਦੇ ਹੋ ਤੁਸੀਂ ਵੀ ਮੈਂ ਤੁਹਾਨੂੰ ਕਨਵਰਟ ਕਰਨ ਤੇ ਨਹੀਂ ਆਇਆ ਇੱਥੇ, ਮੈਂ ਤੁਹਾਡਾ ਝੂਠ ਜਵਾਬ ਜ਼ਾਹਿਰ ਦੇ ਕਰ ਦਿਓ। ਦਿੱਤਾ ਤੁਹਾਡੇ ਤੇ ਕਿ ਤੁਸੀਂ ਇੱਕ ਝੂਠ ਆਹੋ ਬੋਲ ਰਹੇ ਜਵਾਬ ਦੇ ਦਿਓ, ਇਸ ਗੱਲ ਦਾ ਹੋ। ਇਹ ਜਵਾਬ ਜਵਾਬ ਨਹੀਂ ਮੈਂ ਤੁਸੀਂ ਦੇ ਰਹੇ ਦਿੱਤਾ, ਨਾ। ਫਿਰ ਉਹੀ ਗੱਲ ਤੁਸੀਂ ਕੀ? ਸ਼ੁਰੂ ਹੋ ਜਾਂਦੇ ਹੋ। ਕੌਣ ਹੈ ਫਰੀਕ ਤੋਂ ਮੁਖਾਲਫ? ਮੁਰਾਦ ਕੌਣ ਹੈ? ਫਰੀਕ ਤੋਂ ਮੁਰਾਦ ਅਬਦੁੱਲਾ ਆਥਮ ਔਰ ਉਹਦੇ ਚਮਚੇ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਲੇਕਿਨ ਉਹ ਦੂਜੇ ਪੇਸ਼ ਲੋਕਾਂ ਕੋਈ ਦਾ ਮਰਨ ਲੈਣ ਦੀ ਦੇਣ ਨਹੀਂ। ਮਰਨ ਦੀ ਪੇਸ਼ ਕੋਈ ਅਲਫਾਜ਼ ਦੇ ਨਾਲ ਅਬਦੁੱਲਾ ਆਥਮ ਦੀ ਸੀ। ਮਰਨ ਦਾ ਤਾਂ ਲਫ਼ਜ਼ ਹੀ ਉੱਥੇ ਕੋਈ ਨਹੀਂ ਹੈ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਫਰੀਕ ਤੋਂ ਮੁਰਾਦ ਸਿਰਫ ਅਬਦੁੱਲਾ। ਉਹ ਮਰਨ ਦਾ ਲਫ਼ਜ਼ ਉੱਥੇ ਨਹੀਂ ਹੈਗਾ ਤੇ ਕਿਤੇ ਹੋਰ ਜਗ੍ਹਾ ਹੈ ਨਾ। 15 रोज में मर जाए, 15 महीने में मर जाएगा, हाविया में गिराया ਹੋਰ जाएगा। ਕਿੱਥੇ ਵੇ ਇਲਾਮ ਦੇ ਅਲਫਾਜ਼ ਤੇ ਨਹੀਂ ਨਾ ਹੈ ਨਾ। ਇਲਾਮ ਵਿੱਚ ਤੇ ਫਰੀਕ ਹੀ ਸਿਰਫ ਲਿਖਿਆ ਹੈ ਨਾ, ਤੇ ਹਾਵੀਆ ਲਿਖਿਆ ਹੈ। ਫਰੀਕ ਹਾਵੀਆ ਚ ਪੈਣਾ ਹੈ। ਫਰੀਕ ਤੋਂ ਮੁਰਾਦ ਤੁਸੀਂ ਕਹਿੰਦੇ ਹੋ ਕਿ ਅਬਦੁੱਲਾ ਆਤਮ ਵੀ ਤੇ ਉਹਦਾ ਗਰੋਹ ਵੀ। ਮਿਰਜ਼ਾ ਸਾਹਿਬ ਕਹਿੰਦੇ ਨੇ ਕਿ ਗਰੋਹ ਦਾ ਕੋਈ ਲੈਣ ਦੇਣ ਨਹੀਂ, ਛੜਾ ਅਬਦੁੱਲਾ ਆਤਮ ਮੁਰਾਦ। ਤੁਹਾਡੀ ਮੰਨਣੀ ਕਿ ਮਿਰਜ਼ਾ ਸਾਹਿਬ ਦੀ ਮੰਨਣੀ? ਨਹੀਂ, ਤੁਸੀਂ ਗਲਤ ਪੇਸ਼ ਕਰਦੇ ਹੋ ਨਾ। ਜਿਹਦੇ ਮਰਨ ਦੀ ਪੇਸ਼ਗੋਈ ਸੀ ਉਹ ਅਬਦੁੱਲਾ ਆਤਮ ਸੀ, ਲੇਕਿਨ ਗਰੋਹ ਦੇ ਮਰਨ ਮੁਤਲਕ ਦੀ ਸੀ। ਪੇਸ਼ਗੋਈ ਨਹੀਂ ਹੈ। ਮਰਨ ਦੀ ਤੇ ਪੇਸ਼ਗੋਈ ਕਿੱਥੇ ਵੇ? ਕਿੱਥੇ ਵੇ ਪੇਸ਼ਗੋਈ ਮਰਨ ਦੀ? जिसे 15 महीने में हाविया में कराया जाएगा, इश्तिहाद है मिर्जा साहब का। है की है हाविया तो मुराद मौत है। हाविया तो मुराद मौत है। हाविया तो मात मौत भी होंदी है, जिल्लत और रसवाई भी होंदी है। हां तो फिर मौत का तो जिक्र ही है नहीं तो पेशगोई में चला। और मौत जिल्लत का और जिक्र रसवाई नहीं है। करके फिर वो मरया ना। पहले उन्हें जिल्लत और रसवाई कराई, फिर मरया। पहले जिल्लत और रसवाई कराई फिर मरया। हाँ, यानी यह भी ठीक हो गई तो भी गल ठीक होगी। जिल्लत और रसवाई भी सही हो गई ते हाँ, मौत भी बिल्कुल सही। दोनों गल्लां ठीक हुई हैं। सुभान अल्लाह, सुभान अल्लाह। बहुत अल्लाह, बहुत अल्लाह ਦਾਤ ਦੇਣਾ ਜੀ। ਮੈਂ ਤੁਹਾਨੂੰ ਇਹ ਮੈਂ ਤਾਂ ਹੀ ਹੈ ਨਾ ਵੀ ਇਹ ਜਿਹੜੀਆਂ ਨੇ ਨਾ ਸਾਇੰਸ, ਇਹ ਮੈਨੂੰ ਇੰਨੀ ਔਖੀ ਲੱਗਦੀ ਜਿੰਨੀ ਮੈਨੂੰ ਕੈਮਿਸਟਰੀ ਔਖੀ ਲੱਗਦੀ ਸੀ। ਜੀ ਜੀ, ਤੁਹਾਨੂੰ ਸਾਰਾ ਹੀ ਔਖਾ ਲੱਗਦਾ, ਤੁਸੀਂ ਕਾਫਰ ਜੇ ਹੋ। ਕਾਫਰਾਂ ਨੂੰ ਤੇ ਕੁਝ ਸਮਝ ਨਹੀਂ ਆਉਂਦਾ ਖੁਦਾ ਦਾ ਪੈਗਾਮ, ਇਸ ਲਈ ਉਹ ਕਾਫਰ ਰਹਿੰਦੇ ਨੇ। ਭਾਈ ਇੱਕ ਵਾਰੀ ਆਗ ਸੜਿਆ ਕਿ ਇਹਦੇ ਤੋਂ ਮੁਰਾਦ, ਇੱਕ ਵਾਰੀ ਆਗ ਸੜਿਆ ਕਿ ਇਹਦੇ ਤੋਂ ਮੁਰਾਦ ਅਬਦੁੱਲਾ ਆਤਮ ਹੈ, ਤੇ ਦੂਜੀ ਵਾਰੀ ਆਗ ਸੜਿਆ ਇਹਦੇ ਤੋਂ ਮੁਰਾਦ ਪੂਰਾ ਗਰੋਹ ਹੈ। ਹਾਂ, ਬਸ ਇਹ ਰੱਟਾ ਲਾਈ ਜਾਓ। ਸਾਡੀ ਸਮਝ ਬਾਹਰ। ਅੱਛਾ, ਉਹ ਬਾਜ਼ ਅਫਰਾਦ ਤੋਂ ਕੀ ਮੁਰਾਦ ਹੈ? ਜਿਹੜੇ ਬਾਜ਼ ਅਫਰਾਦ ਹੈ ਸੁਮਤ ਦੇ, ਉਹਨਾਂ ਨੇ ਨਬੂਵਤ ਨਬੀ ਦਾ ਮਕਾਮ ਪਾਣਾ ਸੀ, ਉਹਦੇ ਤੋਂ ਕੀ ਮੁਰਾਦ ਹੈ? ਮੁਜੱਦਦੀਨ, ਯਾਨੀ ਉਹ ਬਾਜ਼ ਅਫਰਾਦ ਤੋਂ ਮੁਰਾਦ ਕੀ ਹੈ? ਮੁਜੱਦਦੀਨ ਜਿਹੜੇ ਗੁਜ਼ਰੇ ਨੇ 12 ਪਹਿਲੇ ਮਿਰਜ਼ਾ ਸਾਹਿਬ ਤੋਂ ਗੁਜ਼ਰ ਇਹ ਸੁਮਤ ਵਿੱਚ ਬਾਜ਼ ਅਫਰਾਦ। ਅੱਛਾ, ਨਬੀ ਦਾ ਮੁਕਾਮ ਉਹਨਾਂ ਦੇ ਕੋਲ ਸੀ। ਯਾਨੀ ਫਿਰ 12-13 ਬੰਦੇ ਹਨ ਨੇ ਨਾ। ਹਾਂਜੀ, 12 ਪਹਿਲੇ ਮੌਜੂਦ ਠੀਕ ਨੇ, ਹੋ ਗਿਆ, 12-13 ਬੰਦੇ ਪਹਿਲੇ ਹਨ ਜੀ। 13वें मिर्जा साहब हो गए। तो मिर्जा साहब ने कि इस उम्मत में सिर्फ मैं ही मखसूस किया गया। मिर्जा साहब कहते हैं सिर्फ मैं ही मखसूस किया गया नबी का नाम पाने के लिए मिर्जा साहब मखसूस किए गए। नबी का मुकाम हर मुजद्दद का है, क्योंकि वो वही पाकर मामूर होता है। ये भी मिर्जा साहब ने लिखा हुआ है कि नबी से इस जमाने के लिए मुराद है कि कोई शख्स वही पाकर तजदीद दीन के लिए मामूर है। एक हुंदा है नबी दा नाम, एक हुंदा है नबी दा मुकाम। अच्छा, हाँ, और मुकाम तमाम मुजद्दिदीन दा नबी दा है। इस्तारा दे रंग अच्छा, जिदा मकाम होवे, जिदा मकाम नबूवत मिले आवे, जिन्हों ओनु नबी क्या नहीं जा सकदा, ओनु नबी क्या नहीं जा नबूवत सकदा। ते फायज है। हाँ जी, उस वजह नाल कि हजरत ਇਹ ਵੀ ਐਕਸਪਲੇਨੇਸ਼ਨ ਉਹਨਾਂ ਨੇ ਕੀਤੀ ਹੈ ਕਿ हजरत मोहम्मद सल्लल्लाहु अलैहि वसल्लम चूंकि गल सुन लो ना, गल तो सुन लो। हजरत मोहम्मद सल्लल्लाहु अलैहि वसल्लम चूंकि खातमुन नबीन है, इस वजह नाल किसी होर ਨੂੰ नबी ਦਾ ਨਾਮ ना देने नाल उन्हां दी शौकत है। लेकिन चूंकि मुहम्मदी मसीह ने मसीह होना था, मूसवी मसीह नाल जिहड़ा नबी सी, ऐसे अल्लाह ताला ने एक बंदे नूं नबी दा नाम भी दे दिता, मिर्ज़ा साहब नूं, क्योंकि वो भी खातमुल खुलफा सी अपनी मुहम्मदी सिलसिला दे, जिस तरह हजरत ईसा अलैहिस्सलाम मूसवी सिलसिला दे खातमुल खुलफा सी।
ਇਸ ਲਈ ਇਸਤਾਰਾ ਦੇ ਰੰਗ ਮਜਾਜ਼ ਦੇ ਰੰਗ 'ਚ ਉਹਨਾਂ ਨੂੰ ਵੀ ਨਬੀ ਦਾ ਨਾਮ ਦਿੱਤਾ ਗਿਆ, ਲੇਕਿਨ ਨਬੀ ਦਾ ਮੁਕਾਮ ਤਮਾਮ ਮੁਜੱਦਦੀਨ ਦਾ ਹੈ। ਲੇਕਿਨ ਔਰ ਦੂਸਰੀ ਨਹੀਂ, ਦੂਸਰੀ ਵਜ੍ਹਾ ਜਿਹੜੀ ਉਹਨਾਂ ਨੇ ਦੱਸੀ ਹੈ ਨਬੀ ਦਾ ਨਾਮ ਮਿਲਣ ਦੀ, ਉਹ ਹੈ ਕਿ ਜਿਹੜੀ ਮੁਕਾਲਮਾ ਮੁਖਾਤਬਾ ਇਲਾਹੀਆ ਦੀ ਕਸਰਤ ਮੇਰੇ ਨਾਲ ਹੋਈ ਹੈ, ਉਹ ਨਾ ਪਹਿਲੇ ਉਮਰ 'ਚ ਕਿਸੇ ਨਾਲ ਹੋਈ ਨਾ ਬਾਅਦ 'ਚ ਹੋਏਗੀ, ਕਿਉਂਕਿ ਟੌਪ ਤੇ ਇੱਕੋ ਹੀ ਹੁੰਦਾ ਨਾ ਖਾਤਮੁਲ ਖੁਲਫਾ। ਜਿਸ ਤਰ੍ਹਾਂ ਖਾਤਮੁਨ ਨਬੀਨ ਇੱਕ ਹੀ ਸ਼ਖਸ ਹੋ ਸਕਦਾ ਹੈ, ਸਾਰੇ ਨਹੀਂ ਹੋ ਸਕਦੇ, ਇਸ ਤਰ੍ਹਾਂ ਖਾਤਮੁਲ ਖੁਲਫਾ ਵੀ ਇੱਕ ਹੀ ਹੋ ਸਕਦਾ ਹੈ। ਮਕਾਮ ਫਿਰ ਉਹਨਾਂ ਨੂੰ ਕਿੰਜ ਮਿਲ ਗਿਆ ਜੇ ਨਾ ਉਹਨਾਂ ਕੋਲ ਨਹੀਂ ਸੀ? मकाम मिल गया ना, उम्मती का अंबिया बनी इसराइल, यानी मुजद्दिदीन दा मुकाम हज़रत मूसा अलैहिस्सलाम दे अंबिया तो अफजल है। हज़रत मुहम्मद सल्लल्लाहु अलैहि वसल्लम दे मुजद्दिदीन दा जिहड़ा मुकाम है ਉਹ हज़रत मूसा अलैहिस्सलाम ਦੇ ਬਾਅਦ ਜਿਹੜੇ ਅੰਬੀਆ ਆਏ हज़रत ईसा अलैहिस्सलाम तक, ਉਹਨਾਂ ਤੋਂ ਅਫਜ਼ਲ ਹੈ ਉਹਨਾਂ ਦਾ ਮੁਕਾਮ, ਕਿਉਂਕਿ ਉਹ हज़रत मूसा ਦੇ ਖਲੀਫਾ ਸੀ। ਇਹ ਮੁਜੱਦਦੀਨ हज़रत मुहम्मद सल्लल्लाहु अलैहि वसल्लम ਦੇ ਖਲੀਫਾ ਨੇ, और हज़रत मुहम्मद सल्लल्लाहु अलैहि वसल्लम ਦਾ चूँकि अफजलीयत है हज़रत मूसा ते, इसलिए उन्होंने दे खुलफा की भी अफजलीयत है हज़रत मूसा के खुलफा आमर भाई नसीहत च मुकाम ना जिक्र नहीं, खिताब ना जिक्र है। ये मुकाम वाली कहानी किथों निकल आई है? उत्थे खिताब मिलना ना। चलो मैं कहानी तुहानू सुना देती, तुहानू मैं मनवाना तो नहीं है ना, मैं तुहानू दस दिता है खिताब तो यही मुराद है। हुण दंद कढ़ लो। अच्छा मिर्जा साहब भी खिताब तो मुराद है ये हैं जी? खिताब तो मुराद मुकाम है, मुकाम तो मुराद नाम है, नाम तो मुराद साहब ही नबी है। ऐसी कैसी खिचड़ी बनाई खिताब तो मुराद दंद कढ़ लो। अफराद ने इस तरह इस उम्मत में नबी का खिताब पाया है। तुहाडा काम सारा दिन यही काम। ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕਾਫਰ ਨਾਲ ਗੱਲ ਦੋ ਕੰਮ ਕਰਕੇ? ਕਿਉਂ ਜੀ? ਮੈਨੂੰ ਲੱਗਦਾ ਗੱਲ ਵਾਲਾ ਮਿਰਜ਼ਾ ਕਦਾਨੀ ਵਿੱਚ ਜਮੂਨੀ ਨਾਲ ਨਹੀਂ ਰਲਣਾ ਯਾਰ, ਉਹ ਵੀ ਕਾਫਰ ਹੀ ਹੈ ਜਮੂਨੀ ਨਾਲ। ਤੂੰ ਵੀ ਕੁੱਤਿਆਂ ਦੀ ਔਲਾਦ ਹੈ, यही मिर्जा कादियानी ने क्या है? कुत्तिया दी औलाद क्यों तेरा सुअर है? ना ना मिर्जा कादियानी, मिर्जा कादियानी वो मिर्जा कादियानी दी औलाद ना दस मिर्जा कादियानी दी औलाद यार, ਉਹ ਜਮੂਨੀ ਇਨਕਾਰ तेरी औलाद ਬਣ दस ਗਿਆ ਸੀ, ਕੁੱਤੇ ਦੀ ਔਲਾਦ ਬਣ ਗਿਆ ਸੀ ਮਿਰਜ਼ਾ ਕਾदियानी। तू हरामी दी औलाद ਯਾਰ ਜੇ ਮੈਨੂੰ ਕਹਿ ਰਿਹਾ ਕਿ ਜਮੂਨੀ ਇਨਕਾਰ तू हरामी दी औलाद है, तेरे मत्थे ते लिखिया हरामी। जा जाके देख, सुन लो जी, शीशे च वेख ले जाके, तेरे मत्थे ते हरामी लिखिया है। अच्छा शीशा वेखदा सी मिर्जा कादियानी तो मत्थे शीशा वेख के देख, तेरे मत्थे ते हरामी लिखिया कि नहीं? मैं पूछता पिया भाई मिर्जा कादियानी तो मत्थे ते हरामी लिखिया ਹੁੰਦਾ ਸੀ। चबला ना ना लड़ो बाकी चल जाएंगे तो मत्थे ते हरामी लिखिਆ। ਅੱਛਾ ਇਹ ਦੱਸੋ ਚੌਹਾਨ ਸਾਹਿਬ, ਇੱਕ ਇਹ ਤੇ ਤੁਸੀਂ ਆਂਦੇ ਹੋ ਵੀ ਐਸਏ ਚੌਧਰੀ ਗੱਲ ਸਹੀ ਨਹੀਂ ਕਰਦਾ ਚੌਹਾਨ ਸਾਹਿਬ, ਇੱਕ ਇਹ ਤੇ ਮਿਰਜ਼ਾ ਸਾਹਿਬ ਜਿਸਲੇ ਇੱਕ ਮਿੰਟ ਨਹੀਂ ਬਾਈ ਖਲੋ ਸ਼ਾ ਵੇਖਨੇ ਤੁਸੀਂ ਖਲੋ ਜਾਓ ਛੋੜ ਦੋ ਯਾਰ। ਮੈਂ ਕਿਹਾ ਐਸਏ ਚੌਧਰੀ ਦਾ ਨਾਲੇ ਆਂਦੇ ਹੋ ਕਿ ਇਹ ਗੱਲ ਨਹੀਂ ਸਹੀ ਕਰਦਾ, ਇਹ ਆ ਗਿਆ ਤੇ ਗੰਦ ਖਿਲਾਰੇਗਾ ਤੇ ਮਾੜਾ ਆਖੇਗਾ ਸਾਡੇ ਨੂੰ। ਉਹ ਜ਼ਾਹਿਰ ਹੈ ਉਹ ਕੁੱਤਿਆਂ ਦੀ ਔਲਾਦ ਜੋ ਹੈ, ਤੇ ਨਾਲੇ ਉਹਦੀ ਵੀਡੀਓ ਸ਼ੇਅਰ ਕੀਤੀ ਜੇ ਮੈਂ ਲੁੱਚਾ ਮੈਂ ਜਾਹਲ ਮੇਰਾ ਕੀ ਆਖਿਆ ਚੌਧਰੀ ਸਾਹਿਬ ਯਾਰੋ ਗੱਲ ਤਾਂ ਸੁਣਾਓ। ਮੈਂ ਜਾਹਲ ਮੇਰਾ ਪੀਰ ਹੈ ਲੁੱਚਾ, ਮੈਂ ਤਰਨਮ ਚ ਪੜ੍ਹਾ ਜੀ, ਜਿਸ ਤਰ੍ਹਾਂ ਮਰਜ਼ੀ ਪੜ੍ਹ ਕੇ ਸੁਣਾਓ। ਔਰ ਸ਼ੇਅਰ ਕੀਤੀ ਚੌਹਾਨ ਸਾਹਿਬ ਨੇ ਤੁਹਾਡੀ ਬਰਾੜ। ਨਹੀਂ ਚੌਹਾਨ ਸਾਹਿਬ ਮੇਰੇ ਆਪਣਾ ਫੈਨ ਨੇ, ਬਲਕਿ ਮੈਂ ਇਹਨਾਂ ਦਾ ਫੈਨ ਆ, ਅਸੀਂ ਦੋਵੇਂ ਇੱਕ ਦੂਜੇ ਦੇ ਫੈਨ ਆ। ਹਾਂ ਦੋਨੋਂ ਹੀ ਘੁੰਮਦੇ ਰਹਿੰਦੇ ਨੇ ਫੈਨ। ਨਜ਼ਮ ਕੀ ਹੈ? ਨਜ਼ਮ ਹਾਂਜੀ ਉਹ ਨਜ਼ਮ ਹੈ ਜੀ, ਐਸੇ ਚੋਰੀ ਦਾ ਕਲਾਮ ਕਾਦੀਆਨੀ ਮਲੰਗਾਂ ਦੇ ਨਾਮ। ਕਿ ਮੈਂ ਜਾਹਿਲ ਆਹਾ ਚੌਹਾਨ ਸਾਹਿਬ ਸੁਣੋ। ਮੈਂ ਜਾਹਿਲ ਮੇਰਾ ਮਿਰਜ਼ਾ ਲੁੱਚਾ, ਮੈਂ ਲੁੱਚਿਆਂ ਦੇ ਸੰਗ ਲਾਏ ਇਹਦਾ ਕਲਾਮ ਤੇ ਹੈ ਹੀ ਨਹੀਂ, ਇਹਦੀ ਆਵਾਜ਼ ਕਿਸੇ ਹੋਰ ਨੇ ਪੜਿਆ ਹੈ, ਔਰ ਉਹਦੇ ਚ ਪੁੱਛਿਆ ਨਹੀਂ ਹੈ ਉਹਨੇ ਮੁਰਸ਼ਦ ਕਿਹਾ ਹੈ। ਉਹ ਮੈਂ ਹੀ ਕਿਹਾ ਸੀ, ਲੇਕਿਨ ਮੇਰਾ ਜਿਵੇਂ ਮਿਰਜ਼ਾ ਸਾਹਿਬ ਆਪਣੀ ਐਵੇਂ ਖਾਮ ਖਾ ਆਪਣੇ ਤੇ ਲੈ ਰਹੇ ਆ। ਮੈਂ ਨਾ ਜਿਵੇਂ ਮਿਰਜ਼ਾ ਸਾਹਿਬ ਬਦਲ ਜਾਂਦੇ ਹਨ, ਮੈਂ ਹੀ ਬਦਲ ਗਿਆ। ਐਸਏ ਚੌਧਰੀ ਨੇ ਪੜਿਆ, ਕੀ ਕਰਦੇ ਹੋ? ਐਸਏ ਚੌਧਰੀ ਆਪਣੇ ਕਲਾਮ ਤੋਂ ਬਦਲ ਗਿਆ ਬਾਅਦ ਚ ਨਾ। ਨਹੀਂ ਬਈ ਇਹਦੀ ਆਵਾਜ਼ ਹੀ ਨਹੀਂ ਹੈ, ਉਹ ਮੈਨੂੰ ਪਤਾ ਕਿਨੇ ਹੋਰ ਕਿਸੇ ਹੋਰ ਨੇ ਪੜਿਆ ਹੈ। ਉਹ ਪੜਿਆ ਐਸਏ ਚੌਧਰੀ ਦੀ ਆਵਾਜ਼ ਨਾ ਆਵੇ ਮੈਂ ਜੁਰਮਾਨਾ ਦੇਵਾਂਗਾ।
ਤੇ ਜੁਰਮਾਨਾ ਇਹਨੂੰ ਹੀ ਦੇ ਦੇਣਾ ਕਿਉਂਕਿ ਹਾਂਜੀ ਉਹਦੀ ਆਵਾਜ਼ ਨਹੀਂ ਹੈਗੀ। ਐਸ ਚੌਧਰੀ ਦੀ ਆਵਾਜ਼ ਹੈ। ਅਮਰ ਭਾਈ ਸੌਰੀ ਤੁਸੀਂ ਗਲਤ ਕਹਿ ਰਹੇ ਹੋ। ਉਹ ਅੱਛਾ ਕਿਸੇ ਪੜਿਆ ਹੋ ਰਹੀ ਆਮਦ ਹੈ, ਨਜ਼ੀਰ ਸਾਹਿਬ, ਜ਼ਰਾ ਸੁਣੋ ਜ਼ਰਾ ਗੱਲ। ਕਲਾਮ ਮੇਰਾ ਹੀ ਹੈ, ਪੜਿਆ ਤੁਸੀਂ ਇਹ ਕਿਸੇ ਕਹਿ ਰਹੇ ਹੋਰ ਸੀ ਨੇ। ਨਾ, ਇਹ ਕਹਿ ਰਹੇ ਹੋਰ ਵੀ ਬੰਦਿਆਂ ਪੜਿਆ ਇਹ ਸੁਣੋ ਜ਼ਰਾ। ਤੁਸੀਂ ਹੁਣੀ ਕਿਹਾ ਨਾ ਕਿ ਉਹਨਾਂ ਦੇ ਬਾਅਦ ਨਬੀ ਦਾ ਨਾਮ ਜਿਹੜਾ ਹੈ खिताब दिता कि मुकाम ਉਹ दिता। ਛੱਡੋ ਆਪਣਾ ਮਿਰਜ਼ੇ ਨੂੰ ने मिर्जा साहब कह रहे हैं कि अगर गौर से देखा जाए तो हमारे नबी करीम सल्लल्लाहु अलैहि वसल्लम को आपके बाद किसी दूसरे के नबी ना कहलाने से शौकत है, और हज़रत मूसा अलैहिस्सलाम के बाद और लोगों के भी नबी कहलाने से उनकी कसरे शान, क्योंकि हज़रत मूसा अलैहिस्सलाम भी एक नबी थे और उनके बाद हज़ारों और भी नबी आए, तो उनकी नबूवत की खुसूसियत और अज़मत कोई साबित नहीं होती। बरक्स इसके हज़रत सल्लल्लाहु अलैहि वसल्लम की एक अज़मत और आपकी नबूवत के लफ्ज़ का पास और अदब किया गया है, और आपके बाद किसी दूसरे को इस नाम से किसी तरह भी शरीक नहीं किया गया। अगरचे हज़रत सल्लल्लाहु अलैहि वसल्लम की उम्मत में हज़ारों बुज़ुर्ग नबूवत के नूर से मुनव्वर थे और हज़ारों को अनवार नबूवत का हिस्सा अता होता रहा और अब भी होता है, मगर चूँकि हज़रत सल्लल्लाहु अलैहि वसल्लम का नाम ख़ातमुल अंबिया रखा गया था, इसलिए खुदा ने ना चाहा कि किसी दूसरे को भी ये नाम देकर आपकी कसरे शान की जावे। हज़रत सल्लल्लाहु अलैहि वसल्लम की उम्मत में से हज़ारहा इंसानों को नबूवत का दर्जा मिला और नबूवत के आसार और बरक़ात उनके अंदर मौजूद थे, मगर नबी का नाम उन पर सिर्फ शान नबूवत हज़रत सल्लल्लाहु अलैहि वसल्लम और सद बाब नबूवत की खातिर उनको इस नाम से ज़ाहिरन मुलक़ब ना किया गया, यानी उन्होंने नबी दा लक़ब नहीं दिता गया। नबूवत नबी वाला मुकाम उन्होंने है सी। चौहान साहब 14 ਦੇ ਕਰੀਬ ओ यार मैं तेरे जवाब करनी, मैं आमिर नबी का खिताब पाया है, तेरी बकवास में नबी का खिताब पाया है, लक़ब पाया है, खिताब पाया है। आमिर भाई 14 ਦੇ ਕਰੀਬ ਹੁਣ ਤੱਕ ਉਹ ਮੈਂ ਮਿਰਜ਼ਾ ਸਾਹਿਬ ਦੀ ਇਬਾਰਤ ਪੜ੍ਹੀ, ਤੁਸੀਂ ਬਕਵਾਸ ਕਰਾ ਦੇਣੇ ਤੇ ਮੈਂ ਕੀ ਕਹਿ ਯਾਰ ਨਾ ਲੜੋ ਭਰਾਵਾ, ਗੱਲ ਤੇ ਸੁਣ ਲਓ। 14 ਦੇ ਕਰੀਬ ਇਸ ਜਮਾਤ ਚੋਂ ਨਬੀ ਦੇ ਐਲਾਨ ਕਰ ਚੁੱਕੇ ਨੇ। ਇਹ ਜਿਹੜੀ ਜਮਾਤ ਹੈ ਜਿਹੜੀ ਆਂਦੀ ਹੈ ਪਰ ਨਬੀ ਆ ਸਕਦਾ, ਨਬੀ ਆ ਸਕਦਾ, ਇਹਨਾਂ ਨੇ ਉਹਨਾਂ ਨਬੀਆਂ ਦੇ ਡਰ ਤੋਂ ਮੁਜੱਦਦ ਵੀ ਬੰਦ ਕਰ ਲਏ ਨੇ। ਆ ਮਿਰਜ਼ਾ ਮਸਰੂਰ ਦੀ ਵੀਡੀਓ ਆਈ ਹੈ, ਉਹਨੇ ਕਿਹਾ ਹੈ ਕਿ ਮੁਜੱਦਦ ਦਾ ਕੋਈ ਜ਼ਿਕਰ ਨਹੀਂ, ਨਾ ਮੁਜੱਦਦ ਹੋਣਾ। ਠੀਕ ਹੈ, ਹੁਣ ਤੱਕ ਇਹ ਜਮਾਤ ਇੱਕ ਬਈ ਨਾਰੇ ਮਾਰਦੀ ਹੈ ਕਿ ਖਿਲਾਫਤ ਕਿਆਮਤ ਤੱਕ ਰਹਿਣੀ ਹੈ, ਯਾਨੀ ਕਿ ਆ ਜਿਹੜੇ ਚੰਦਾ ਲੈਣ ਵਾਲੇ ਆ ਮਿਰਜ਼ੇ ਤੋਂ ਅੱਗੋਂ ਜਿਹੜਾ ਗਰੁੱਪ ਹੈ। ਠੀਕ ਹੈ, ਇੱਕ ਬਈ ਇਹ ਨਬੂਵਤ ਦੇ ਦਾਅਵੇ ਕਰਦੇ ਨੇ, ਜਿਹੜਾ ਇਹਨਾਂ ਚੋਂ ਨਬੂਵਤ ਦਾ ਦਾਅਵਾ ਕਰਦਾ ਕਿ ਮੈਂ ਆ ਗਿਆ ਮੈਨੂੰ ਮੰਨ ਲਓ, ਉਹਨੂੰ ਇਹ ਗਾਲਾਂ ਕੱਢਦੇ ਨੇ। ਇਹਨਾਂ ਦਾ ਕੋਈ ਖਿਚੜੀ ਪੱਕੀ ਇਹਨਾਂ ਨੂੰ ਆਪ ਨਹੀਂ ਪਤਾ। ਮੈਂ ਤੇ ਇੱਥੇ ਇੱਕ ਕਮੈਂਟ ਸੀ ਥੱਲੇ ਕਿਸੇ ਨੇ ਕੀਤਾ, ਮੈਂ ਤੇ ਉਹ ਵੇਖ ਕੇ ਆਇਆ। वो कमेंट आंदा पिया कि जो नए नए आमदी होते हैं वो जोश तबलीग में जमात का दफा करते हुए जमात को बदनाम करते हैं। वो कमेंट इस तरह का किसी मलंग ने किया सी कादियानी ने। लो जी, मैं पाकिस्तान कोई 30 साल गुजार के आया ਤੇ ਉਹਨਾਂ ਪਿੰਡਾਂ ਦੇ ਵਿੱਚ 10 ਕੁ ਪਿੰਡ ਨੇ ਜਿੱਥੇ ਕਟਿਆਲੀਆਂ ਤੇ ਸਾਬੋ ਪੜਿਆਰ ਮੇਰਾ ਪਿੰਡ ਹੈ, ਜਿੱਥੇ ਹਰ ਪਿੰਡ 'ਚ ਕੋਈ 10-10 ਕਾਦਿਆਨੀ ਮਲੰਗ ਹੈ ਨੇ। 30 ਸਾਲਾਂ 'ਚ ਮੈਨੂੰ ਇੱਕ ਕਾਦਿਆਨੀ ਮਲੰਗ ਵਿਖਾ ਦਿਓ, ਕਿਹੜਾ ਬੰਦਾ ਜਿਹੜਾ ਲਿਖਦਾ ਥੱਲੇ ਜੀ ਨਏ ਨਏ ਜੋ ਆਮਦੀ ਹੋਤੇ ਹੈ। ਅੱਜ ਤੱਕ ਨਹੀਂ ਕੋਈ ਹੋਇਆ, ਲੋਕੀ ਛੱਡ ਗਏ ਨੇ। ਉਸ ਤੋਂ ਬਾਅਦ ਮੈਨੂੰ 20 ਕੁ ਸਾਲ ਦੇ ਕੈਨੇਡਾ ਹੋ ਗਏ ਨੇ। ਮੈਨੂੰ ਇੱਥੇ ਕੋਈ 2 ਬੰਦੇ ਵਿਖਾ ਦਿਓ ਜਿਹਨਾਂ ਮੰਨਿਆ ਹੋਏ ਜਮਾਤ ਨੂੰ, ਛੱਡਦੇ ਜਾਂਦੇ ਲੋਕੀ। ਤੇ ਕਿਹੜਾ ਉਹ ਨਿਆਣਿਆਂ ਆਮਦੀ ਜਿਹੜਾ ਜੀ ਜਮਾਤ ਦੇ ਜੋਸ਼ ਦੇ ਵਿੱਚ ਆਣ ਕੇ ਤਬਲੀਗ ਦੇ ਜੋਸ਼ 'ਚ ਤੇ ਜਮਾਤ ਨੂੰ ਬਦਨਾਮ ਕਰਦਾ। ਜਮਾਤ ਤੇ ਅੱਗੇ ਬਦਨਾਮ ਹੋ ਗਈ ਆ, ਵੇਖੋ ਚੌਹਾਨ ਸਾਹਿਬ ਨਿਕਲ ਗਏ ਨੇ। ਹਾਲਾਂਕਿ ਮੈਨੂੰ ਅੱਜ ਇਹ ਪੂਰੀ ਕੋਸ਼ਿਸ਼ ਵੀ ਚੌਹਾਨ ਸਾਹਿਬ ਦੀ ਬੜੀ ਇੱਜ਼ਤ ਨਾਲ ਮੈਂ ਗੱਲ ਕਰਨੀ ਹੈ, ਪਤਾ ਨਹੀਂ ਉਹਨੂੰ ਕੀ ਹੋਇਆ। ਇਹ ਜਮਾਤ ਨੂੰ ਛੱਡੀ ਜਾਂਦੇ ਜੇ ਹਜ਼ੂਰ, ਕੋਈ ਨਵਾਂ ਨਹੀਂ ਹੋ ਰਿਹਾ। ਇੱਕ ਮੈਂ ਅੱਜ ਇੱਕ ਹੋਰ ਵੀਡੀਓ ਵੇਖੀ, ਇੱਕ ਕਾਲੇ ਦੀ। वो आंदा है कि लोग कहते हैं, उर्दू बोलता टूटी भजी पिया, लोग कहते हैं कि अफ्रीकन जो काले हैं, स्याह जो लोग हैं, वो जमात को सुनी सुनाई बात पे मान जाते हैं। हम सुनी सुनाई पे नहीं मानते, हम सब कुछ जानते हैं। मैं उर्दू में बात कर सकता हूँ, अगे उन्हें इंग्लिश बोली, एक उन्हें अरबी बोल अपना अफ्रीकन लैंड बोली। मेरा ख्याल उन्होंने को 3 लाना दसिया नहीं पिया बोल। ਇਹਨਾਂ ਦਾ ਇੱਕ ਪ੍ਰੋਗਰਾਮ ਪਿਆ ਚੱਲਦਾ ਹੈ ਅਰਬੀ 'ਚ, ਆਮਦ ਨਾਂ ਦੀ ਕੋਈ ਆਈਡੀ ਹੈ।
ਉਹ 3-4 ਕਾਦੀਆਨੀ ਮਲੰਗ ਨੇ, 3-4 ਅਰਬੀ ਨੇ। ਉਹ ਮੈਂ ਗਿਆ ਤੇ ਮੈਨੂੰ ਤੇ ਪਤਾ ਸੀ ਗੁਜਰਾਣਾ ਸਿਆਲਕੋਟ ਹਾਫਸਾਬਾਦ ਦੇ ਬੰਦੇ ਨੇ ਕਾਦੀਆਨੀ ਅਰਬੀ ਬਣੇ ਨੇ। ਮੈਂ ਜਾ ਕੇ ਕਿਹਾ, ਮੈਂ ਕਿਹਾ ਭਈ ਹਾਏ ਆਪਣਾ ਹੋਰੇ ਯਾ ਬੀਬੀ ਪਤਾ ਨਹੀਂ ਕਿਆ ਹਲੋਣ ਸਾਹਲੋਣ ਏਦਾਂ ਦਾ ਕੋਈ ਨਾ ਬੋਲਿਆ। ਮੈਂ ਕਿਹਾ ਭਈ ਕੋਈ ਕਾਦੀਆਨੀ ਮਲੰਗ ਮਲੰਗਣੀ ਇੱਥੇ ਹੈ, ਮੈਂ ਗੱਲ ਕਰਨੀ। ਅਰਬੀ ਚ ਆਖਣ ਭਈ ਤੂੰ ਕੌਣ ਏ? ਮੈਂ ਕਿਹਾ ਕੋਈ ਕਾਦੀਆਨੀ ਮਲੰਗ ਮਲੰਗਣੀ ਹੈ। ਇਹ ਕਹਿੰਦਾ ਖਲੋਇਆ ਤੈਨੂੰ ਦਿੰਦੇ ਆ ਜਵਾਬ। ਉਹਦਾ ਅਰਬੀ ਸੀ ਨਾ, ਉਹ ਵੀ ਕੁਛ ਸਿਆਲਕੋਟ ਦਾ ਬਿਸ਼ਾਰਤ ਸੀ ਹੈਂ। ਤੇ ਮੈਨੂੰ ਤਾਂ ਇਹ ਹੁਣ ਜਮਾਤ ਕੀ ਪੇ ਕਰਦੀ ਏ ਕਿ 2-3 ਮਰੱਬੀਆਂ ਨੂੰ ਕੋਈ 4 ਲੈਣਾ ਅਰਬੀ ਦੀਆਂ ਦੱਸ ਕੇ ਤੇ ਇਹਨਾਂ ਮਲੰਗਾਂ ਨੂੰ ਫਿਰ ਦੱਸਦੇ ਨੇ ਕਿ ਸਾਡੀ ਅਰਬੀ 'ਚ ਵੀ ਕੰਮ ਬਹੁਤ ਅੱਗੇ ਨਿਕਲ ਗਿਆ, ਸਾਡਾ ਅਫਰੀਕਾ 'ਚ ਵੀ ਨਿਕਲ ਗਿਆ, ਫਿਰ ਮਲੰਗ ਚੰਦਾ ਦਿੰਦੇ ਰਹਿਣ ਹੈ ਸਾਰੇ ਗੁਜਰਾਂਵਾਲਾ ਸਿਆਲਕੋਟ ਹਾਫਸਾਬਾਦ ਦੇ। ਉਹ ਮੈਂ 2-4 ਵਾਰੀ ਕਿਹਾ ਉਹਨਾਂ ਨੂੰ। ਮੈਂ ਕਿਹਾ ਕੋਈ ਕਾਦੀਆਨੀ ਮਲੰਗ ਮਲੰਗ ਨਹੀਂ ਹੈ। ਉਹ ਮੈਂ ਉਹਨਾਂ ਨੂੰ ਜਦੋਂ ਮੈਨੂੰ ਪਤਾ ਸੀ ਨਾ ਯਕੀਨ ਦਿਵਾਉਣ ਵਾਸਤੇ ਜੀ, ਤੁਸੀਂ ਦੇਖੋ ਉੱਤੇ ਅਰਬੀ ਦਾ ਪ੍ਰੋਗਰਾਮ ਚੱਲ ਰਿਹਾ ਹੈ, ਥੱਲੇ ਆ ਜਿਹੜੇ ਨਾ ਇਰਫਾਨ ਜੱਟ ਵਰਗੇ ਕਾਦੀਆਨੀ ਮਲੰਗ ਉਰਦੂ ਚ ਕਮੈਂਟ ਕਰ ਰਹੇ ਨੇ। ਹੈ ਕਿਆ ਬਾਤ ਹੈ ਯਾਰ। ਔਰ ਉਹਨਾਂ ਨੂੰ ਤਾਂ ਸਮਝ ਵੀ ਆ ਰਹੀ ਉਰਦੂ ਦੀ ਹੈ। ਇਹ ਤੂੰ ਅਰਬੀ ਚ ਗੱਲ ਕਰ। ਮੈਂ ਤੇ ਕਾਦੀਆਨੀ ਮਲੰਗਾਂ ਨਾਲ ਗੱਲ ਕਰਨਾ ਆ। ਇਹ ਕਹਿੰਦਾ ਕਰਨੇ ਆ ਤੇਰੇ ਨਾਲ ਗੱਲ। ਮੈਂ ਕਿਹਾ ਸਾਰੇ ਵਿਚਾਰ ਤੇ ਬੈਠੇ ਆ, ਤਬਲੀਗ ਫੈਲਣ ਡਈ। ਹਾਂਜੀ, ਇਹ ਚੌਹਾਨ ਸਾਹਿਬ ਨੇ ਜੀ ਮੇਰਾ ਕਲਾਮ ਕੋਈ 20 ਕੁ ਥਾਈਂ ਸ਼ੇਅਰ ਕੀਤਾ ਜੀ। ਮੈਂ ਵੇਖਿਆ ਹਾਂਜੀ ਕੀਤਾ, ਉਹਦੇ ਬਾਵਜੂਦ ਤੁਹਾਡੇ ਨੇੜੇ ਨਹੀਂ ਲੱਗਦੇ, ਦੌੜ ਜਾਂਦੇ ਨੇ ਵੇਖ ਕੇ। ਨਹੀਂ ਉਹਨਾਂ ਨੂੰ ਗੁੱਸਾ ਆ ਜਾਂਦਾ ਨਾ। ਮਲਕ ਸਾਹਿਬ ਆ ਗਏ ਨੇ ਹੈ। ਲਓ ਜੀ ਇਹ ਮਲਕ ਸਾਹਿਬ ਆ ਗਏ ਨੇ, ਇਹ ਦਲੇਰ ਨੇ, ਕਿਉਂਕਿ ਇਹਨਾਂ ਨੇ ਇਹ ਡੱਬ ਖੜੱਬਾ ਕਾਦੀਆਨੀ ਮਲੰਗ ਗੱਲ ਆਖੋਗੇ ਨਾ, ਇਹ ਡੱਬ ਖੜੱਬਾ ਮਲੰਗ ਇਹਨਾਂ ਜਿਹੜੀ ਦਲੇਰੀ ਕੀ ਨਾ ਤੁਸੀਂ ਕੋਈ ਵੀ ਗੱਲ ਆ। ਮੈਂ ਕਿਹਾ ਆ ਕੀ ਹੋਣ ਲੱਗ ਪਿਆ।